ਸਾਰਾ ਲਓ ਜੀ, ਰਿਕਾਰਡਿੰਗ ਸ਼ੁਰੂ ਹੋ ਗਈ। ਹਾਂਜੀ, ਤੇ ਵੈਲਕਮ ਸਾਰਿਆਂ ਨੂੰ। ਅੱਜ ਅਸੀਂ ਡਾਇਲੈਕਟੀਕਲ ਮਟੀਰੀਅਲਿਜ਼ਮ ਦੇ ਉੱਤੇ ਜਿਹੜੀ ਆ ਉਹ ਕਲਾਸ ਸ਼ੁਰੂ ਕਰ ਰਹੇ ਹਾਂ। ਤੇ ਡਾਇਲੈਕਟੀਕਲ ਮਟੀਰੀਅਲਿਜ਼ਮ ਦਾ ਮੈਂ ਐਵੇਂ ਸਿੱਧਾ ਜਿਹਾ ਆਪਣਾ ਤਰਜਮਾ ਜਿਹੜਾ ਪੰਜਾਬੀ ਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਹੈਗਾ ਮਾਦੀ ਦੁੱਕੜ। ਦੁੱਕੜ ਦੁੱਕੜ ਦੋ ਤੋਂ ਜੀ, ਇੱਕ ਦੂਣੀ ਦੂਣੀ ਦੋ ਦੂਣੀ ਚਾਰ। ਹਾਂ, ਇਹ ਦੁੱਕੜ ਹੁੰਦੀ ਹੈ ਨਾ, ਇੱਕ ਖੜੱਕੜ ਦੁੱਕੜ ਵੱਜੇ ਦੁੱਕੜ ਬੁੱਲੇ ਸ਼ਾਹ ਦਾ ਹਾਂ ਹੈਗਾ ਹੈ ਦੁੱਕੜ। ਜੀ ਜੀ, ਇੱਟ ਖੜਕ ਕੇ ਦੁੱਕੜ ਵੱਜੇ, ਹਾਂ, ਠੰਡਾ ਹੋ ਜਾਏ ਚੁੱਲ੍ਹਾ। ਪਤਾ ਰਵੇ ਚੁੱਲ੍ਹਾ, ਆਉਂ ਹਾਂ, ਖੀਰ ਤੇ ਖਾ ਖਾ ਜਾਵਣ ਰਾਜ਼ੀ। ਰਮਨ ਰਾਜ਼ੀ ਹੋਵੇ ਬੁੱਲਾ। ਹਾਂ, ਉੱਥੋਂ ਮੈਂ ਜਿਹੜਾ ਨਾ ਦੁੱਕੜ ਲਿਆ ਹੈ, ਮਾਦੀ ਦੁੱਕੜ। ਅੱਛਾ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਇਹ ਡਾਇਲੈਕਟੀਕਲ ਮਟੀਰੀਅਲਿਜ਼ਮ ਹੈ ਜਾਂ ਮਾਦੀ ਦੁੱਕੜ ਹੈ, ਇਹ ਕੋਈ ਮੈਥਮੈਟੀਕਲ ਫਾਰਮੂਲਾ ਨਹੀਂ ਹੈ। ਇਸ ਗੱਲ ਨੂੰ ਤੁਸੀਂ ਬਿਲਕੁਲ ਪੱਲੇ ਬੰਨ੍ਹ ਲਓ। ਇਹ ਦੁਨੀਆ ਨੂੰ ਦੇਖਣ ਦਾ, ਦੁਨੀਆ ਦੇ ਨਖੇੜ ਕਰਨ ਦਾ ਔਰ ਦੁਨੀਆ ਦੇ ਬਾਰੇ ਚ ਤਫਸੀਰ ਕਰਨ ਦਾ ਇੱਕ ਤਰੀਕਾ ਹੈਗਾ, ਜਿਹਦੇ ਉਲਟ ਜਿਹੜਾ ਹੈ ਉਹ ਖਿਆਲਵਾਦੀ ਹੈ, ਖਿਆਲ ਪਸੰਦੀ ਹੈ, ਜਿਹਨੂੰ ਅਸੀਂ ਆਈਡੀਅਲਿਜ਼ਮ ਕਹਿੰਦੇ ਹਾਂ। ਸੋ ਇਹ ਆਈਡੀਅਲਿਜ਼ਮ ਦੇ ਉਲਟ ਜਿਹੜਾ ਹੈ ਉਹ ਮਟੀਰੀਅਲ ਸੌਰੀ ਅੱਜ ਜਿਹੜੀ ਮੈਂ ਗੱਲ ਕਰਨੀ ਹੈ ਉਹ ਬੇਸਿਕਲੀ ਡਾਇਲੈਕਟੀਕਲ ਮਟੀਰੀਅਲਿਜ਼ਮ ਤੇ ਘੱਟ ਕਰਨੀ ਹੈ, ਔਰ ਮੈਂ ਮਟੀਰੀਅਲਿਜ਼ਮ ਤੇ ਪਹਿਲੇ ਗੱਲ ਕਰਨੀ ਹੈ। ਅੱਜ ਮੈਂ ਮਟੀਰੀਅਲਿਜ਼ਮ ਤੇ ਗੱਲ ਕਰਾਂਗਾ, ਅਗਲੀ ਵਾਰੀ ਮੈਂ ਮਟੀਰੀਅਲਿਜ਼ਮ ਦੀਆਂ ਜਿਹੜੀਆਂ ਮਸ਼ੀਨੀ ਸ਼ਕਲਾਂ ਨੇ ਉਹਨਾਂ ਤੇ ਗੱਲ ਕਰਾਂਗਾ, ਤੇ ਫਿਰ ਅੱਗੇ ਡਾਇਲੈਕਟ੍ਰਿਕਸ ਦੀ ਗੱਲ ਹੋਵੇਗੀ। ਅੱਛਾ, ਇਹਦੇ ਲਈ ਜਿਹੜੀ ਮੈਂ ਕਿਤਾਬ ਨੂੰ ਫਾਲੋ ਕਰ ਰਿਹਾ ਹਾਂ, ਔਰ ਮੈਂ ਚਾਹੁੰਦਾ ਕਿ ਸਾਮਿਆ ਹੋਈ ਉਹਨੂੰ ਲੱਭ ਕੇ ਤੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ, ਉਹ ਡਾਇਲੈਕਟੀਕਲ ਮਟੀਰੀਅਲਿਜ਼ਮ an outline by Maurice Cornforth, Maurice Cornforth, Cornforth। ਮੌਰਿਸ ਕੌਰਨਫੋਰਥ ਦੀ ਕਿਤਾਬ ਜਿਹੜੀ ਹੈ ਉਹਨੂੰ ਮੈਂ ਬਿਲਕੁਲ ਫਾਲੋ ਕਰਾਂਗਾ ਇਹਦੇ ਵਿੱਚ। ਔਰ ਇਹ ਤੁਸੀਂ ਸਮਝੋ ਕਿ ਮੈਂ ਇਹਨੂੰ ਉਂਝ ਹੀ ਫਾਲੋ ਕਰਨਾ ਹੈ ਜਿਵੇਂ ਸਕੂਲ ਦੇ ਵਿੱਚ ਮਾਸਟਰ ਕਿਤਾਬਾਂ ਨੂੰ ਫਾਲੋ ਕਰਵਾਉਂਦੇ ਹੁੰਦੇ ਸਨ। ਇਹ ਮੈਂ ਆਪਣਾ ਵੈਸਟਰਨ ਯੂਨੀਵਰਸਿਟੀਆਂ ਤਰ੍ਹਾਂ ਨਹੀਂ ਕਰਨਾ ਕਿ 10 ਚੀਜ਼ਾਂ ਇੱਧਰੋਂ ਤੇ 15 ਚੀਜ਼ਾਂ ਉੱਧਰੋਂ ਦੱਸਾਂਗਾ। ਮੈਂ ਇਹਨੂੰ ਬਿਲਕੁਲ ਉਂਝ ਹੀ ਆਪਣਾ ਜਿਵੇਂ ਸਕੂਲ ਚ ਪੜ੍ਹੀਦਾ ਸੀ ਉਂਝ ਹੀ ਪੜ੍ਹਾਉਣਾ ਹੈ। ਔਰ ਮੈਂ ਇਹ ਚਾਹਾਂਗਾ ਕਿ ਨਾ ਸਿਰਫ ਇਹ ਹੈ ਕਿ ਤੁਸੀਂ ਸੁਣੋ ਮੇਰੀਆਂ ਗੱਲਾਂ, ਨਾ ਸਿਰਫ ਇਹ ਹੈ ਕਿ ਤੁਸੀਂ ਕਿਤਾਬ ਨੂੰ ਪੜ੍ਹੋ, ਬਲਕਿ ਮੈਂ ਤੁਹਾਡੇ ਕੋਲੋਂ ਨਾਲ ਐਕਸਰਸਾਈਜ਼ਸ ਵੀ ਇਹਦੀਆਂ ਕਰਵਾਉਣੀਆਂ ਨੇ ਕਿ ਤੁਸੀਂ ਆਪ ਵੀ ਸੋਚੋ ਕਿ ਇੱਕ ਜਿਹੜੀ ਗੱਲ ਹੋ ਰਹੀ ਹੈ ਉਹਦਾ ਤੁਹਾਡੇ ਜ਼ਿਹਨ ਦੇ ਵਿੱਚ ਉਹਦਾ ਕੀ ਖਿਆਲ, ਕਿਵੇਂ ਖਿਆਲ ਆਉਂਦਾ ਹੈ। ਇਸ ਵਾਸਤੇ ਕਿ ਇਸ ਕਲਾਸ ਨੂੰ ਪੜ੍ਹਾਉਣ ਦਾ ਜਿਹੜਾ ਮਤਲਬ ਹੈ ਉਹ ਸਿਰਫ ਤੁਹਾਨੂੰ ਇੱਕ ਲਿਖਤ ਦਾ ਰੱਟਾ ਕਰਵਾਉਣਾ ਨਹੀਂ ਹੈ, ਬਲਕਿ ਤੁਹਾਨੂੰ ਇਹ ਦੱਸਣਾ, ਜਾਂ ਮੈਂ ਆਪਣੇ ਆਪ ਨੂੰ ਵੀ ਦੱਸਣਾ ਚਾਹੁੰਦਾ ਹੈ ਕਿ ਇਹ ਜਿਹੜੀ ਮਾਦੀਅਤਵਾਦੀ ਹੈ, ਮਾਦੀ ਜਿਹੜਾ ਤਰੀਕਾ ਦੇਖਣ ਦਾ ਚੀਜ਼ਾਂ ਨੂੰ, ਉਹ ਅਸਲ ਦੇ ਵਿੱਚ ਹੈ ਕੀ ਹੈ। ਕਿਉਂਕਿ ਅਸੀਂ ਆਮ ਤੌਰ ਤੇ ਜਿਹਨੂੰ ਜਿਹੜੀ ਅਸੀਂ ਤਫਸੀਰਾਂ ਜਾਂ ਇੰਟਰਪ੍ਰੀਟੇਸ਼ਨਸ ਜਿਹੜੀਆਂ ਅਸੀਂ ਕਰ ਰਹੇ ਹੁੰਦੇ ਆ, ਉਹ ਜਿਹੜੀਆਂ ਅਸੀਂ ਕਰ ਰਹੇ ਹੁੰਦੇ ਆ ਉਹ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸੀਂ ਆਈਡੀਅਲਿਸਟ ਤਰੀਕੇ ਨਾਲ ਕਰ ਰਹੇ ਹਾਂ ਤੇ ਅਸੀਂ ਮਾਦੀ ਤਰੀਕੇ ਨਾਲ ਨਹੀਂ ਕਰ ਰਹੇ।
ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਲੇਟੈਸਟ ਐਗਜ਼ਾਮਪਲ ਜਿਹੜੀ ਹੈ ਉਹਦੀ ਦਿੰਦਾ ਹੈ ਕਿ ਲੇਟੈਸਟ ਐਗਜ਼ਾਮਪਲ ਉਹਦੀ ਹੈ ਕਰੋਨਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਰੋਨਾ ਜਿਹੜਾ ਹੈ ਉਹ ਮਾਦੀ ਮਟੀਰੀਅਲ ਫਿਨੋਮੇਨਾ ਹੈ ਜਾਂ ਉਹ कोई स्पिरिचुअल फिनोमिना या आइडियल फिनोमिना है? मादी है जी, बिल्कुल मटेरियल है। मटीरियल है। हाँ जी। जे ये मटीरियल है तो ਇਹਦੀ ਇੰਪਲੀਕੇਸ਼ਨ ਕੀ ਹੈ? देखो यदि मैं जितने तक समझना मैं समझता कि इस कुर्रा अरज के कुराना साहब किसी और नहीं किसी और में जवाब दें दो, उन्हें पता तो ओके हाँ जी कोई और जवाब दे। ਇਹਦੀ ਇੰਪਲੀਕੇਸ਼ਨ ਕੀ ਹੈ? ਅਗਰ ਇਹ ਮਟੀਰੀਅਲ ਫਿਨੋਮੇਨਾ ਹੈ ਤੇ ਇਹਦੀ ਇੰਪਲੀਕੇਸ਼ਨ ਕੀ ਹੈ? हाँ जी ਮਨਦੀਪ ਜੀ ਤੁਸੀਂ ਦੱਸੋ। ਡਾਕਟਰ ਸਾਹਿਬ ਇਹ ਮਟੀਰੀਅਲ हाँ जी ਹਾਂਜੀ ਸਰ ਇਥੋਂ ਮੋਟੀ ਕੇ ਸਮਝ ਆਉਂਦੀ ਹੈ ਜੀ। ਦੇਖੋ ਜਿਹੜੇ ਇੱਕ ਬੇਸਿਕ ਮਟੀਰੀਅਲਿਜ਼ਮ ਜਿਹੜੇ ਵਿਚਾਰ ਨੇ ਇਹ ਪਦਾਰਥ ਤੋਂ ਨਹੀਂ ਵਿਚਾਰ ਨਾ ਦੱਸੋ। ਤੁਸੀਂ ਮੈਨੂੰ ਇਹ ਦੱਸੋ ਕਿ ਜੇ ਕਰੋਨਾ ਜਿਹੜਾ ਹੈ ਉਹ ਮਟੀਰੀਅਲ ਫਿਨੋਮੇਨਾ ਤੇ ਇਹਦੀ ਇੰਪਲੀਕੇਸ਼ਨ ਕੀ ਹੈ? ਹਾਂਜੀ ਸਰ ਉਹੀ ਦੱਸਣ ਉੱਥੇ ਆ ਰਿਹਾ ਸੀ ਮੈਂ। ਜਿਵੇਂ ਕੋਵਿਡ ਇੱਕ ਮਟੀਰੀਅਲ ਫਿਨੋਮੇਨਾ ਇਹ ਸਾਇੰਟੀਫਿਕਲੀ ਟੈਸਟਡ ਹੈ ਤੇ ਇਹਦੀ ਇੰਪਲੀਕੇਸ਼ਨ ਇਹ ਹੈ ਕਿ ਇਹ ਮਤਲਬ ਇੱਕ ਤਰ੍ਹਾਂ ਦੀ ਥਾਟ ਪ੍ਰੋਸੈਸ ਪੈਦਾ ਕਰ ਰਿਹਾ ਲੋਕਾਂ ਦੇ ਵਿੱਚ। ਮਤਲਬ ਇਹਦੇ ਤੋਂ ਮਤਲਬ ਅਲੱਗ-ਅਲੱਗ ਟਾਈਪ ਦੇ ਸੋਸਾਇਟੀ 'ਚ ਪਹਿਲਾਂ ਤਾਂ ਇੱਕ ਫਿਜ਼ੀਕਲ ਇੰਪੈਕਟ ਹੋ ਰਿਹਾ, ਦੂਸਰਾ ਲੋਕਾਂ ਦੇ ਅਲੱਗ-ਅਲੱਗ ਵਿਚਾਰ ਵੀ ਬਣ ਰਹੇ ਆ। ਜਿਵੇਂ ਅਸੀਂ ਦੂਜੇ ਪਾਸੇ ਦੇਖੀਏ ਇਹਨੂੰ ਲੋਕ ਹੋਰ ਤਰੀਕੇ ਨਾਲ ਟਰੀਟ ਕਰਨ ਦੀ ਕੋਸ਼ਿਸ਼ ਕਰ ਰਹੇ। ਮੈਂ ਅਸਲ ਦੇ ਵਿੱਚ ਆਪਣਾ ਮਨਦੀਪ ਜੀ ਮੈਂ ਗੱਲ ਹੋਰ ਪੁੱਛ ਰਿਹਾ ਸਾਂ। ਮੈਂ ਗੱਲ ਪੁੱਛ ਰਿਹਾ ਸਾਂ ਕਿ ਜੇ ਇਹ ਮਟੀਰੀਅਲ ਫਿਨੋਮੇਨਾ ਹੈ ਤੇ ਫਿਰ ਇਹਨੂੰ ਮਟੀਰੀਅਲ ਇਹਦੀ ਮਟੀਰੀਅਲ ਕਾਜ਼ਸ ਲੱਭੀਆਂ ਜਾਣਗੀਆਂ, ਫਿਰ ਇਹਦਾ ਜਿਹੜਾ ਇਲਾਜ ਆ ਉਹ ਵੀ ਮਟੀਰੀਅਲ ਹੋਏਗਾ। ਜੀ ਸਹੀ ਹੈ, ਠੀਕ ਹੈ ਕਿ ਕੋਈ ਉਹਦੀ ਵੈਕਸੀਨ ਬਣੇਗੀ। ਹਾਂਜੀ ਉਹਦੀਆਂ ਦਵਾਈਆਂ ਬਣਨਗੀਆਂ, ਫਿਜ਼ੀਕਲ ਦਵਾਈਆਂ ਬਣਨਗੀਆਂ ਨਾ। ਜੀ ਬਿਲਕੁਲ। ਅੱਛਾ ਜੇ ਇਹ ਮਟੀਰੀਅਲ ਫਿਨੋਮੇਨਾ ਨਹੀਂ ਹੈ, ਜੇ ਇਹ ਕੋਈ ਸਪਿਰਿਚੁਅਲ ਜਾਂ ਕਿਸੇ ਭਗਵਾਨ ਜਾਂ ਰੱਬ ਜਾਂ ਕਿਸੇ ਦੇ ਕੀਤੀ ਹੈ ਤੇ ਫਿਰ ਉਹਦੀ ਇੰਪਲੀਕੇਸ਼ਨ ਇਹ ਹੋਵੇਗੀ ਕਿ ਤੁਸੀਂ ਦੁਆਵਾਂ ਕਰੋ, ਤੁਸੀਂ ਮੰਦਰਾਂ ਤੇ ਆਪਣਾ ਚੜਾਵੇ ਚੜਾਓ। ਜਿਵੇਂ ਮੋਦੀ ਸਾਹਿਬ ਤੇ ਬਾਕੀ ਜਿਹੜੇ ਮਜ਼ਹਬੀ ਲੋਕ ਨੇ ਉਹ ਧੜ ਨਮਾਜ਼ਾਂ ਤੇ ਨਿਆਜ਼ਾਂ ਤੇ ਉਹ ਕਰ ਰਹੇ ਨੇ ਕਿ ਇਹਦੇ ਨਾਲ ਆਪਣਾ ਜਿਹੜਾ ਕਰੋਨਾ ਹੈ ਉਹ ਮੁੱਕ ਜਾਏ, ਕਰੋਨਾ ਰੁਕ ਜਾਵੇ। ਲੇਕਿਨ ਕਿਆ ਉਹਨਾਂ ਦੇ ਨਾਲ ਕਰੋਨਾ ਰੁਕ ਗਿਆ? ਕਰੋਨਾ ਨਹੀਂ ਰੁਕਿਆ, ਕਿਉਂਕਿ ਕਰੋਨਾ ਇੱਕ ਫਿਜ਼ੀਕਲ ਫਿਨੋਮੇਨਾ ਹੈ ਔਰ ਉਹਨੇ ਫਿਜ਼ੀਕਲ ਤਰੀਕੇ ਦੇ ਨਾਲ ਹੀ ਉਹਨੇ ਮੁੱਕਣਾ ਹੈ। ਜਿਵੇਂ ਕਿ ਜਿੱਥੇ ਵੈਕਸੀਨੇਸ਼ਨ ਜਿਹੜੀ ਹੈ, ਜਿਵੇਂ ਅਮਰੀਕਾ ਦੇ ਵਿੱਚ ਵੱਧਦੀ ਜਾ ਰਹੀ ਹੈ, ਉਹਦੇ ਨਾਲ ਉਹ ਜਿਹੜਾ ਆਪਣਾ ਕਰੋਨਾ ਦੀ ਇਨਫੈਕਸ਼ਨ ਹੈ ਉਹ ਵੀ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ। ਅੱਛਾ ਹੁਣ ਪਹਿਲੀ ਗੱਲ ਇਹ ਹੈਗੀ ਹੈ ਕਿ ਜਿਹੜਾ ਮਟੀਰੀਅਲਿਜ਼ਮ ਤੇ ਆਈਡੀਅਲਿਜ਼ਮ ਹੈ ਇਹ ਦੋ ਆਪੋਜ਼ਿਟ ਟਰਮਾਂ ਸਮਝੀਆਂ ਜਾਂਦੀਆਂ ਨੇ। ਅੱਛਾ ਲੇਕਿਨ ਇਹ ਇੰਜ ਨਹੀਂ ਹੈ ਕਿ ਇੱਕ ਜਿਹੜੀ ਹੈ ਕੋਈ ਉਹ ਮੋਰਲੀ ਚੰਗੀ ਹੈ ਤੇ ਦੂਜੀ ਮੋਰਲੀ ਭੈੜੀ ਹੈ, ਇਹ ਨਹੀਂ ਹੈ। ਇਹ ਹੈ ਕਿ ਇਹ ਬਿਲਕੁਲ ਦੋ ਮੁਖਤਲਿਫ ਟਕਰਾਵੇਂ ਢੰਗ ਨੇ ਚੀਜ਼ਾਂ ਨੂੰ ਵੇਖਣ ਦੇ। ਇਹਦੀ ਕੋਈ ਅਖਲਾਕੀ ਕੋਈ ਚੰਗੀ ਭੈੜੀ ਗੱਲ ਨਹੀਂ ਹੈਗੀ, ਦੋ ਮੁਖਤਲਿਫ ਟਕਰਾਵੇਂ ਤਰੀਕੇ ਨੇ ਜਿਨ੍ਹਾਂ ਦੇ ਨਾਲ ਇਹਨੂੰ ਵੇਖਿਆ ਜਾਂਦਾ ਹੈ। ਹੁਣ ਆਮ ਤੌਰ ਦੇ ਉੱਤੇ ਜਿਹੜਾ ਮਾਦੀ ਦਾ ਜਿਹੜੇ ਮੌਲਵੀ ਲੋਕ ਤੇ ਮਜ਼ਹਬੀ ਲੋਕ ਤੇ ਇਹ ਸਾਰੇ ਆਪਣਾ ਪਾਦਰੀ ਲੋਕ
ਜਿਹੜੇ ਮਾਦਾ ਪ੍ਰਸਤੀ ਨੂੰ ਜਾਂ ਮਾਦੀ ਨੂੰ ਜਿਵੇਂ ਉਹ ਪੋਰਟਰੇ ਕਰਦੇ ਨੇ, ਤੇ ਉਹ ਬਤੌਰ ਐਂਗਲ ਦੇ ਉਹਨੂੰ ਸਮਝਦੇ ਨੇ ਕਿ ਇਹ ਆਪਣਾ ਢਿੱਡ ਭਰਨ ਦਾ ਨਾਂ ਹੈ, ਜਾਂ ਸ਼ਰਾਬੀ ਕਬਾਬੀ ਹੋਣ ਦਾ ਨਾਂ ਹੈ, ਜਾਂ ਇਹ ਅੱਖ ਦੀ ਭੁੱਖ, ਜੁੱਸੇ ਦੀ ਭੁੱਖ, ਗਰੂਰ, ਮੁਨਾਫਾਖੋਰੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਮਾਦਾ ਪਰਸਤੀ ਕਹਿੰਦੇ ਨੇ, ਤੇ ਉਹਨੂੰ ਨਿੰਦੇ ਵੀ ਨੇ। ਅੱਜ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹ ਜ਼ਰੂਰ ਸੁਣਿਆ ਹੋਏਗਾ ਕਿ ਜੀ ਤੇ ਮਾਦਾ, ਇਹ ਤੇ ਫਿਰ ਜੀ ਮਾਦਾ ਪਰਸਤੀ ਹੋ ਗਈ ਨਾ, ਤੇ ਮਾਦਾ ਪਰਸਤੀ ਦੇ ਉਲਟ ਜਿਹੜੀ ਹੈਗੀ ਆ ਉਹ ਅਸੀਂ ਕਹਿੰਦੇ ਹਾਂ ਜੀ ਸਪਿਰਚੁਅਲਿਜ਼ਮ ਹੁੰਦੀ ਹੈ। ਠੀਕ ਹੈ ਜੀ। ਅੱਛਾ, ਹੁਣ ਇਹਦੀ ਨਾ ਕੁਝ ਮਿਸਾਲਾਂ ਲਈਏ ਮਾਦਾ ਸਮਝਣ ਦੀ ਤੇ ਮਾਦਾ ਨਾ ਸਮਝਣ ਦੀ। ਮਿਸਾਲ ਦੇ ਤੌਰ ਦੇ ਉੱਤੇ ਸਮਾਨ ਦੇ ਉੱਤੇ ਬੱਦਲ ਹੁੰਦੇ ਨੇ, ਬੱਦਲਾਂ ਦੇ ਵਿੱਚ ਲਿਸ਼ਕ ਪੈਂਦੀ ਹੈ, ਯਾਨੀ ਚਮਕ ਪੈਂਦੀ ਹੈ। ਬੱਦਲਾਂ ਦੇ ਵਿੱਚ ਆਪਣਾ ਕੀ ਕਹਿੰਦੇ ਨੇ, ਕੜਕ ਪੈਂਦੀ ਹੈ, ਮਤਲਬ ਗੱਜਦੇ ਨੇ ਬੱਦਲ, ਹੁੰਦਾ ਨਾ ਜੀ ਐਵੇਂ ਅਸਮਾਨ ਦੇ ਉੱਤੇ। ਅੱਛਾ, ਹੁਣ ਇਹਨੂੰ ਜਿਹੜੇ ਮਜ਼ਹਬੀ ਲੋਕ ਨੇ ਜਾਂ ਸਨ, ਉਹ ਸਮਝਦੇ ਨੇ ਔਰ ਕਹਿੰਦੇ ਨੇ ਕਿ ਇਹ ਖੁਦਾ ਦਾ ਗਜ਼ਬ ਹੈ, ਖੁਦਾ ਦਾ ਗੁੱਸਾ ਹੈ, ਜਿਹੜਾ ਬੱਦਲਾਂ ਦੇ ਟਕਰਾਅ ਦੇ ਵਿੱਚ ਹੋ ਰਿਹਾ ਹੈ। ਇਹ ਖੁਦਾ ਆਪਣੇ ਗਜ਼ਬ ਨੂੰ, ਆਪਣੇ ਕਹਿਰ ਨੂੰ, ਆਪਣੇ ਗੁੱਸੇ ਨੂੰ ਵਿਖਾ ਰਿਹਾ ਬੰਦਿਆਂ ਦੇ ਉੱਤੇ, ਵਗੈਰਾ ਵਗੈਰਾ। ਕਿਉਂ ਜੀ ਇੰਜੀ ਸਮਝਦੇ ਨੇ ਨਾ। ਅੱਛਾ, ਲੇਕਿਨ ਜਿਹੜੇ ਮਾਦੇ ਇਹਨੂੰ ਇੱਕ ਮਾਦੇ ਦਾ ਮਜ਼ਹਬ ਸਮਝਦੇ ਨੇ, ਉਹ ਇਹਨੂੰ ਸਮਝਦੇ ਨੇ ਕਿ ਬਦਲਾਂ ਦੇ ਵਿੱਚ ਜਿਹੜੇ ਨੈਗੇਟਿਵ ਤੇ ਪੋਜ਼ਿਟਿਵ ਕਰੰਟਸ ਨੇ, ਉਹ ਜਦੋਂ ਟਕਰਾਉਂਦੇ ਨੇ ਆਪਸ ਦੇ ਵਿੱਚ, ਤੇ ਉਹਨਾਂ ਦੇ ਨਾਲ ਚਮਕ ਤੇ ਗਰਜ ਜਿਹੜੀ ਆ ਉਹ ਪੈਦਾ ਹੁੰਦੀ ਹੈ। ਜਿਹੜੇ ਪੁਰਾਣੇ ਮਾਦਾ ਪ੍ਰਸਤ ਸਨ, ਕਦੀਮ ਮਾਦਾ ਪ੍ਰਸਤ ਸਨ, ਉਹ ਸਮਝਦੇ ਸਨ ਕਿ ਇਹ ਜਿਹੜੇ ਬੱਦਲ ਜਿਹੜੇ ਨੇ, ਇਹਨਾਂ ਦੇ ਵਿੱਚ ਜ਼ਰਰੇ ਜਿਹੜੇ ਨੇ ਉਹ ਇੱਕ ਦੂਜੇ ਨਾਲ ਟਕਰਾਉਂਦੇ ਨੇ, ਤੇ ਤਾਂ ਇਹ ਹੁੰਦਾ ਹੈ। ਤੇ ਹੁਣ ਜਿਹੜੀ ਮਾਡਰਨ ਜਿਹੜੀ ਇਹਦੀ ਮਾਦੀ ਤਸ਼ਰੀਹ ਹੈ, ਉਹ ਹੁਣ ਤੁਹਾਨੂੰ ਪਤਾ ਹੈ ਕਿ ਹੁਣ ਇਸ ਵੇਲੇ ਸ਼ਾਇਦ ਸਿਵਾਏ ਮੌਲਵੀਆਂ, ਪੰਡਤਾਂ, ਪਾਦਰੀਆਂ ਦੇ ਹੋਰ ਕੋਈ ਇਹਨੂੰ ਖੁਦਾ ਦਾ ਗਜ਼ਬ ਕਹਿ ਕੇ ਨਹੀਂ ਸਮਝਾਵੇਗਾ, ਬਲਕਿ ਇਹਨੂੰ ਇੱਕ ਸਾਇੰਸੀ ਤਰੀਕੇ ਦੇ ਨਾਲ, ਮਾਦੀ ਤਰੀਕੇ ਦੇ ਨਾਲ ਇਹਨੂੰ ਸਮਝਾਏਗਾ। ਅੱਛਾ, ਹੁਣ ਮੈਂ ਚਾਹੁੰਦਾ ਇਹ ਹੈ, ਉਹ ਮੈਨੂੰ ਯਾਦ ਹੈ ਕਿ ਜਦੋਂ ਗਰਮੀਆਂ ਦੇ ਵਿੱਚ ਲਾਲ ਹਨੇਰੀ ਆਉਂਦੀ ਸੀ, ਉਹ ਬੜੀ ਗਜ਼ਬ ਦੀ ਹਨੇਰੀ ਆਉਂਦੀ ਹੁੰਦੀ ਸੀ, ਲਾਲ ਹਨੇਰੀ ਉਹਨੂੰ ਕਹਿੰਦੇ ਸਨ। ਤੇ ਉਹ ਕਹਿੰਦੇ ਸਨ ਜੀ ਇਹ ਲਾਲ ਹਨੇਰੀ ਤਾਂ ਆਈ ਆ ਜੇ ਕਿਤੇ ਅੱਜ ਕਤਲ ਹੋਇਆ ਹੈ, ਤੇ ਇਸ ਲਈ ਲਾਲ ਹਨੇਰੀ ਆਈ ਹੈ। ਤੇ ਜੇ ਤੁਸੀਂ ਉਸੇ ਗੱਲ ਤੇ ਹੀ ਗੌਰ ਕਰੋ ਤੇ ਦੁਨੀਆ ਦੇ ਵਿੱਚ ਕਤਲ ਤੇ ਹਰ ਵੇਲੇ ਹੋ ਰਹੇ ਨੇ, ਇਸ ਵੇਲੇ ਹਰ ਵੇਲੇ ਲਾਲ ਹਨੇਰੀ ਜਿਹੜੀ ਹੋਣੀ ਚਾਹੀਦੀ ਹੈ ਸਾਰੀ ਦੁਨੀਆ 'ਚ। ਜ਼ਾਹਰ ਗੱਲ ਹੈ ਕਿ ਲਾਲ ਹਨੇਰੀ ਦਾ ਕੋਈ ਤਾਲੁਕ ਕਿਸੇ ਦੇ ਕਤਲ ਹੋਣ ਜਾਂ ਨਾ ਕਤਲ ਹੋਣ ਨਾਲ ਨਹੀਂ ਸੀ ਹੈਗਾ, ਬਲਕਿ ਉਹਦੀ ਵੀ ਜਿਹੜੀ ਪਿੱਛੇ ਜਿਹੜੇ ਉਹਦੇ ਕਾਰਨ ਸਨ ਉਹ ਵੀ ਮਾਦੀ ਹੋਣਗੇ। ਅੱਛਾ, ਹੁਣ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮੈਨੂੰ ਦੱਸੋ ਕਿ ਕੋਈ ਐਸੀ ਗੱਲ ਦੱਸੋ ਮੈਨੂੰ ਕਿ ਉਹਨੂੰ ਮਾਦੀ ਨੂੰ ਤੇ ਖਿਆਲੀ ਨੂੰ ਕਿਵੇਂ ਨਿਖੇੜਿਆ ਜਾਵੇ। ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਖਿਆਲੀ ਸਮਝਦੇ ਹੋ ਤੇ ਕਿਹੜੀ ਹੈ ਮਾਦੀ ਸਮਝਦੇ ਹੋ? ਕੋਈ ਮੈਨੂੰ ਮਿਸਾਲ ਦਿਓ ਤੁਸੀਂ ਆਪਣੀ ਜ਼ਿੰਦਗੀ ਚੋਂ। ਮਿਸਾਲ ਦੱਸੋ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਚੋਂ ਮਿਸਾਲ ਦਿੰਦਾ ਪਹਿਲੇ, ਫਿਰ ਉਹਦੇ ਨਾਲ ਤੁਹਾਨੂੰ ਤੁਸੀਂ ਵੀ ਉਹਦੀ ਮਿਸਾਲ ਦੱਸਣਾ ਮੈਨੂੰ।
ਮਿਸਾਲ ਦੇ ਤੌਰ ਦੇ ਉੱਤੇ ਮੈਨੂੰ ਬਚਪਨ 'ਚ ਪੋਲੀਓ ਹੋ ਗਿਆ ਸੀ। ਜਦੋਂ 50s ਦੇ ਵਿੱਚ ਸਾਰੀ ਦੁਨੀਆ 'ਚ ਪੋਲੀਓ ਸੀ ਤੇ ਮੈਨੂੰ ਵੀ ਪੋਲੀਓ ਹੋ ਗਿਆ ਸੀ। ਤੇ ਮੇਰੇ ਜਿਹੜੇ ਮਾਪਿਓ ਸੀ ਉਹ ਇਹ ਸਮਝਦੇ ਸੀ ਕਿ ਉਹਨਾਂ ਨੂੰ ਪੋਲੀਓ ਦਾ ਤਾਂ ਨਹੀਂ ਸੀ ਪਤਾ। ਉਹ ਇਹ ਸਮਝਦੇ ਸੀ ਕਿ ਕੋਈ ਇਹ ਬਾਹਰੋਂ ਆ ਰਹੇ ਸੀ, ਜੰਗਲ ਚੋਂ ਲੰਘ ਰਹੇ ਸੀ ਅਸੀਂ, ਤੇ ਉੱਥੇ ਇਹਨੂੰ ਜਿੰਨ ਤੇ ਚਿੜੇਲਾਂ ਚੰਬੜ ਗਈਆਂ ਤੇ ਉਹਨਾਂ ਜਿੰਨਾਂ ਤੇ ਚਿੜੇਲਾਂ ਦੇ ਚੰਬੜਨ ਦੇ ਨਾਲ ਇਹ ਬੱਚਾ ਜਿਹੜਾ ਬਿਮਾਰ ਹੋਇਆ ਤੇ ਵੱਡਾ ਤਾਪ ਚੜਿਆ ਇਹਨੂੰ, ਤੇ ਉਹਦੇ ਨਾਲ ਇਹਦੀ ਇੱਕ ਲੱਤ ਮਾਰੀ ਗਈ। ਠੀਕ, ਹੁਣ ਇਹ ਜਿਹੜਾ ਫਿਨੋਮੀਨਾ ਸੀ ਪੋਲੀਓ ਹੋਣ ਦਾ, ਇਹਨੂੰ ਉਹਨਾਂ ਨੇ ਇੱਕ ਮਾਦੀ ਵਾਕਿਆ ਨਹੀਂ ਸਮਝਿਆ, ਇਹਨੂੰ ਉਹਨਾਂ ਨੇ ਇੱਕ ਸਪਿਰਿਚੁਅਲ, ਇੱਕ ਆਈਡੀਅਲਿਸਟਿਕ ਆਈਡੀਆ ਸਮਝਿਆ। ਅੱਛਾ, ਫਿਰ ਇਹਦੀ ਇੰਪਲੀਕੇਸ਼ਨ ਕੀ ਸੀ ਇਸ ਸਮਝਣ ਦੀ ਫਿਰ ਇਹ ਐਵੇਂ ਮਤਲਬ ਸਮਝਣ ਦੇ ਨਾਲ ਗੱਲ ਤੇ ਨਾ ਰੁਕ ਜਾਂਦੀ। ਇਸ ਦੀ ਫਿਰ ਇਹਦੀ ਜਿਹੜੀ ਹੈ ਉਹ ਇੰਪਲੀਕੇਸ਼ਨ ਕੀ ਹੈ? ਇੰਪਲੀਕੇਸ਼ਨ ਇਹਦੀ ਇਹ ਹੈ ਕਿ ਉਹ ਮੈਨੂੰ ਮੋਢਿਆਂ ਤੇ ਚੁੱਕ ਕੇ ਤੇ 16 ਮੀਲ ਦੂਰ ਪੀਰਾਂ ਤੇ ਫਕੀਰਾਂ ਦੇ ਡੇਰਿਆਂ ਤੇ ਲੈ ਕੇ ਜਾਂਦੇ ਸਨ ਦੁਆ ਕਰਵਾਉਣ, ਤਾਂ ਕਿ ਉਹ ਜਿਹੜੀ ਉਹ ਮੇਰੇ ਤੇ ਅਸਰ ਹੈ ਜਿੰਨਾ ਭੂਤਾਂ ਦਾ ਉਹ ਲੱਥ ਜਾਵੇ ਤੇ ਮੈਂ ਠੀਕ ਹੋ ਜਾਵਾਂ। ਤੇ ਉਹਨਾਂ ਨੇ ਕੋਈ ਮੇਰੇ ਆਪਣੇ ਹਿਸਾਬ ਦੇ ਵਿੱਚ ਜਿੰਨਾ ਚਿਰ ਮੈਂ 7-8 ਸਾਲਾਂ ਤੱਕ ਦਾ ਹੋਇਆ ਤੇ ਉਹਨਾਂ ਚਿਰ ਤੱਕ ਉਹਨਾਂ ਨੇ ਪਤਾ ਨਹੀਂ ਕਿਹੜੇ ਥਾਂ ਤੇ ਮੈਨੂੰ ਲੈ ਕੇ ਗਏ ਔਰ ਮੈਨੂੰ ਉਹਨਾਂ ਨੇ ਆਪਣਾ ਠੀਕ ਕਰਵਾਉਣ ਦੀ ਕੋਸ਼ਿਸ਼ ਕੀਤੀ। ਅੱਛਾ, ਉਹ ਤੁਸੀਂ ਇਹ ਵੇਖੋ ਕਿ ਕਿਉਂਕਿ ਉਹ ਆਈਡੀਅਲਿਸਟਿਕ ਸਪਿਰਿਚੁਅਲ ਫਿਨੋਮੀਨਾ ਸਮਝਦੇ ਸਨ, ਇਸ ਲਈ ਉਸ ਦਾ ਇਲਾਜ ਵੀ ਸਪਿਰਿਚੁਅਲ ਲੱਭ ਰਹੇ ਸਨ। ਉਹ ਇੱਕ ਵਾਰੀ ਉਹਦੇ ਵਿੱਚ ਮੇਰਾ ਖਿਆਲ ਮੈਨੂੰ ਪੈਂਦਾ ਹੈ ਕਿ ਇੱਕ ਵਾਰੀ ਉਹ ਮੈਨੂੰ ਸਿਵਲ ਹਸਪਤਾਲ ਮਿੰਟੂਮਰੀ ਹੁੰਦਾ ਸੀ ਉਦੋਂ, ਸਾਹੀਵਾਲ ਦਾ ਨਾਂ, ਉਹ ਮਿੰਟੂਮਰੀ ਮੈਨੂੰ ਲੈ ਗਏ ਤੇ ਉਹ ਜਿਹੜੇ ਡਾਕਟਰ ਨੇ ਜਾਂ ਸਰਜਨ ਨੇ ਮੈਨੂੰ ਵੇਖਿਆ ਤੇ ਉਹਨੂੰ ਤਾਂ ਖੈਰ ਪਤਾ ਸੀ ਕਿ ਇਹ ਪੋਲੀਓ ਹੈ, ਉਹਨੂੰ ਤਾਂ ਭੁਲੇਖਾ ਨਹੀਂ ਸੀ ਹੈਗਾ। ਤੇ ਉਹਨੇ ਕਿਹਾ ਕਿ ਤੁਸੀਂ ਇਸ ਬੱਚੇ ਦੀ ਜਿਹੜੀ ਲੱਤ ਹੈ ਇਹਨੂੰ ਐਕਸਰਸਾਈਜ਼ਸ ਕਰਵਾਇਆ ਕਰੋ ਤੇ ਇਹ ਕਾਫੀ ਹੱਦ ਤੱਕ ਇਹ ਰਿਵਾਈਵ ਕਰ ਜਾਏਗੀ ਲੱਤ। ਤੇ ਲੇਕਿਨ ਮੇਰੇ ਮਾਂ ਪਿਓ ਨੇ ਉਸ ਗੱਲ ਨੂੰ ਬਿਲਕੁਲ 1 ਮਿੰਟ ਲਈ ਵੀ ਉਸ ਤੇ ਧਿਆਨ ਨਹੀਂ ਦਿੱਤਾ ਔਰ ਉਹਨਾਂ ਨੇ ਉਹ ਡਾਕਟਰ ਦੀ ਗੱਲ ਨਹੀਂ ਮੰਨੀ, ਕਿਉਂਕਿ ਉਹਨਾਂ ਨੂੰ ਯਕੀਨ ਸੀ ਕਿ ਇਹ ਨਹੀਂ ਹੈਗਾ, ਇਹ ਤੇ ਅਸਲ ਦੇ ਵਿੱਚ ਕੋਈ ਜਿੰਨਾ ਭੂਤਾਂ ਤੇ ਰੱਬੋਂ ਆਈ ਕਰਸ ਹੈਗੀ ਹੈ ਜਿਹਦਾ ਇਲਾਜ ਪੀਰਾਂ ਫਕੀਰਾਂ ਕੋਲ ਹੋਏਗਾ। ਮੈਂ ਇਹ ਤੁਹਾਨੂੰ ਵਾਕਿਆ ਇਸ ਲਈ ਸੁਣਾਇਆ ਹੈ ਕਿ ਜੇ ਤੁਸੀਂ ਕਿਸੇ ਹੋਣੀ ਵਰਤੀ ਨੂੰ ਜੇ ਤੁਸੀਂ ਮਾਦੀ ਸਮਝੋ ਤੇ ਉਹਦੀਆਂ ਕੀ ਇੰਪਲੀਕੇਸ਼ਨਸ ਨੇ। ਹਾਂ, ਇਹ 'ਚ ਮੈਂ ਤੁਹਾਨੂੰ ਇਹ ਵੀ ਦਿਲਚਸਪ ਗੱਲ ਦੱਸ ਦਿਆਂ ਕਿ ਉਹ ਪੀਰਾਂ ਫਕੀਰਾਂ ਕੋਲ ਆਪਣਾ 20-50 ਮੀਲ ਦੂਰ ਸਿਰ ਤੇ ਚੁੱਕ ਕੇ ਮੈਨੂੰ ਲਿਜਾ ਰਹੇ ਨੇ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਉਸ ਵੇਲੇ ਤੱਕ, ਕਾਫੀ ਦੇਰ ਤੱਕ ਲੱਗਾ ਕਿ ਕਰਚਸ ਬਣਾ ਕੇ ਵੀ ਇਹਨੂੰ ਤੋੜਿਆ ਜਾ ਸਕਦਾ ਹੈ। ਵਿਸਾਖੀਆਂ ਜਿਹਨੂੰ ਅਸੀਂ ਕਹਿੰਦੇ ਹਾਂ, ਵਿਸਾਖੀਆਂ ਦਾ ਖਿਆਲ ਨਹੀਂ ਆਇਆ ਸਾਰੇ ਪਿੰਡ ਨੂੰ ਹੀ, ਪੂਰੇ ਪਿੰਡ ਨੂੰ, ਕਿ ਵਿਸਾਖੀਆਂ ਵੀ ਚੀਜ਼ ਹੁੰਦੀਆਂ ਨੇ ਜਿਨ੍ਹਾਂ ਉੱਤੇ ਬੰਦਾ ਤੁਰ ਸਕਦਾ ਹੈ। ਉਹ ਕਿਤੇ ਮੇਰਾ ਪਿਓ ਮੇਰਾ ਖਿਆਲ ਹੈ ਕਿਸੇ ਸ਼ਹਿਰ ਵੈਰ ਗਿਆ ਦੂਰ ਤੋਂ, ਉਹਨੇ ਕਿਸੇ ਨੂੰ ਵੇਖਿਆ ਤੁਰਦਿਆਂ ਤੋਂ, ਉਹਨੇ ਆ ਕੇ ਤਰਖਾਣ ਨੂੰ ਕਿਹਾ ਕਿ ਇਸ ਤਰ੍ਹਾਂ ਦੀ ਚੀਜ਼ ਬਣਾ, ਤੇ ਉਹ ਫਿਰ ਮੈਂ ਤਾਂ ਉਸੇ ਦੇ ਉੱਤੇ ਤੁਰਨ ਲੱਗਾ। ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇਹ ਦੇਖੋ ਕਿ ਕਿੱਡੀ ਜਿਹੜਾ ਆਈਡੀਅਲਿਸਟਿਕ ਮਾਈਂਡ ਸੈਟ ਹੈ, ਜਿਹੜਾ ਨਾਨ ਮਾਦੀ ਮਾਈਂਡ ਸੈਟ ਹੈ, ਉਹ ਛੋਟਾ ਜਿਹਾ ਵੀ
ਮਾਦੀ ਹੱਲ ਜਿਹੜਾ ਕਿ ਉਹਦਾ ਮਾਦੀ ਹੱਲ ਨਿਕਲਣਾ ਚਾਹੀਦਾ ਹੈ, ਉਹ ਮਾਦੀ ਹੱਲ ਨਹੀਂ ਕੱਢ ਸਕਦਾ। ਇਹ ਫਰਕ ਪੈਂਦਾ ਹੈ ਦੋਵਾਂ ਸੋਚਾਂ ਦੇ ਵਿੱਚ। ਹੁਣ ਮੈਂ ਤੁਹਾਨੂੰ ਤੁਹਾਡੇ ਚੋਂ ਕੋਈ ਇੱਕ ਮੈਨੂੰ ਦੱਸੇ ਆਪਣੀ ਜ਼ਿੰਦਗੀ ਦੇ ਹਵਾਲੇ ਦੇ ਨਾਲ ਕਿ ਕਿਵੇਂ ਖਿਆਲ ਪ੍ਰਸਤੀ ਜਾਂ ਮਾਦੀ ਸੋਚ ਜਿਹੜੀ ਹੈ ਉਹਨੇ ਆਪਣੀ ਜ਼ਿੰਦਗੀ ਵਿੱਚ ਵੇਖੀ ਹੈ। ਮੈਂ ਚਾਹੁੰਦਾ ਤੁਸੀਂ ਆਪਣੇ ਜ਼ਿਹਨ ਨੂੰ ਵਰਤੋ, ਸਿਰਫ ਮੇਰੀਆਂ ਗੱਲਾਂ ਨਾ ਸੁਣੋ। ਸਰ ਤੁਸੀਂ ਕਹੋਗੇ ਵਾਰੀ ਵਾਰੀ ਹਰ ਇੱਕ ਦਾ ਨਾਂ ਲੈ ਕੇ ਕਹੋਗੇ ਤੇ ਉਹਨੂੰ ਜ਼ਰਾ ਆਏਗੀ, ਭਾਵੇਂ ਗਲਤ ਹੀ ਸੁਣਾਵੇ। ਹਾਂਜੀ ਚਲੋ ਜੀ, ਤੁਸੀਂ ਆਪਣਾ ਰਾਣਾ ਸਾਹਿਬ ਤੁਸੀਂ ਸ਼ੁਰੂ ਹੋ। ਅੱਛਾ, ਮੇਰੇ ਨਾਲ ਤਾਂ ਕੋਈ ਐਸਾ ਵਾਕਿਆ ਤੇ ਨਹੀਂ ਹੋਇਆ, ਲੇਕਿਨ ਇਹ ਹੈਗਾ ਕਿ ਮੈਂ ਇਸ ਤਰ੍ਹਾਂ ਦੇ ਵਾਕੇ ਹੁੰਦੇ ਦੇਖੇ ਨੇ। ਮੇਰੀ ਜ਼ਾਤੀ ਜ਼ਿੰਦਗੀ 'ਚ ਸਿਗਨੀਫੀਕੈਂਟ ਚੇਂਜ ਕੋਈ ਇਸ ਵਜ੍ਹਾ ਨਾਲ ਸ਼ਾਇਦ ਨਹੀਂ ਆਈ। ਮੇਰੇ ਘਰ ਦੇ ਪੀਰ ਪ੍ਰਸਤ ਸਨ, ਮੇਰੇ ਘਰ ਉਹ ਆਈਡੀਅਲਿਸਟ ਸਨ ਸਾਰੇ, ਔਰ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹੋਣਗੀਆਂ ਜਿਹੜੀਆਂ ਸਿਗਨੀਫੀਕੈਂਟ ਨਹੀਂ ਹੈਗੀਆਂ, ਲੇਕਿਨ ਮੈਂ ਵਾਕਿਆਤ ਹੁੰਦੇ ਦੇਖੇ ਨੇ ਨਾਲ ਕਿ ਕੁੜੀਆਂ ਨੇ ਜਿੰਨ ਚੰਬੜ ਗਿਆ, ਬਾਅਦ 'ਚ ਪਤਾ ਲੱਗਾ ਕਿ ਕੋਈ ਹੋਰ ਮਸਾਇਲ ਸਨ, ਜਾਂ ਬੰਦਾ ਹੈ ਉਹਨੂੰ ਜ਼ਿਹਨੀ ਬਿਮਾਰੀ ਹੋ ਗਈ, ਉਹਦਾ ਹੱਲ ਕੱਢਣ ਦੀ ਬਜਾਏ ਡਾਕਟਰ ਦੇ ਉਹਨਾਂ ਨੂੰ ਪੀਰਾਂ ਫਕੀਰਾਂ ਦੇ ਲਿਜਾ ਕੇ ਮਾਰਤਾ ਗਿਆ। ਮੇਰੇ ਸਾਹਮਣੇ ਦੇ ਕਈ ਵਾਕਿਆਤ ਨੇ। ਠੀਕ ਬਿਲਕੁਲ। ਹਾਂਜੀ, ਹੋਰ ਮੈਂ ਇਹਦੇ ਇੱਕ ਤੁਹਾਨੂੰ ਮਿਸਾਲ ਦੇ ਦੇਣਾ ਹਲਕੀ ਜੀ। ਮੇਰੇ ਵਾਲਦ ਸਾਹਿਬ ਚੁੱਕੇ ਜ਼ਿਮੀਂਦਾਰ ਸਨ, ਕਿਸਾਨ ਸਨ, ਤੇ ਮੇਰੀ ਦਾਦੀ ਨੂੰ ਤੇਈਏ ਦਾ ਤਾਪ ਚੜਨ ਲੱਗ ਪਿਆ। ਠੀਕ, ਅੱਛਾ, ਤੇਈਏ ਦਾ ਤਾਪ ਦਾ ਉਸ ਵੇਲੇ ਕੋਈ ਧਾਗਾ ਸ਼ਾਗਾ ਕਰਾਉਂਦੇ ਹੁੰਦੇ ਸਨ, ਤੇ ਉਹ ਪਤਾ ਸੀ ਕਿ ਨਾਲ ਦੇ ਪਿੰਡ 'ਚ ਕੋਈ ਬਾਬਾ ਕਰਦਾ ਹੈ। ਉਹ ਅੱਬਾ ਜੀ ਨੂੰ ਉਹ ਰੋਜ਼ਾਨਾ ਟਾਈਮ ਨਾ ਮਿਲਣਾ, ਤੁਹਾਨੂੰ ਪਤਾ ਜ਼ਿਮੀਂਦਾਰ ਦਾ ਕਿੰਨਾ ਟਾਈਮ ਉਸ ਵੇਲੇ ਸ਼ਾਰਟ ਹੁੰਦਾ ਸੀ, ਜ਼ਿਮੀਂਦਾਰਾਂ ਕਰਦਿਆਂ ਹੋਇਆ ਰਾਤ ਤੱਕ ਉਹ ਕੰਮ ਹੀ ਲੱਗਾ ਰਹਿੰਦਾ ਸੀ। ਬਿਲਕੁਲ ਟਾਈਮ ਨਹੀਂ ਸੀ ਮਿਲਦਾ ਹੁੰਦਾ, ਢੱਗਿਆਂ ਨੂੰ ਪਾਣੀ ਪਿਲਾ ਤੇ ਫਲਾਨਾ ਕਰ ਤੇ ਇਹ ਕਰ। ਇੱਕ ਦਿਨ ਉਹ ਰੋਜ਼ਾਨਾ ਆਪਣੀ ਵਾਲਦਾ ਕੋਲੋਂ ਉਹਨੇ ਖਰੀਆਂ ਸੁਣਨੀਆਂ। ਇੱਕ ਦਿਨ ਉਹਨੇ ਬੈਠੇ ਨਾ, ਜਦੋਂ ਫਿਰ ਸ਼ਾਮ ਨੂੰ ਉਹਨੂੰ ਯਾਦ ਆਇਆ ਤਾਂ ਉਹਨੇ ਧਾਗੇ ਨੂੰ 7 ਗੰਢਾਂ ਦੇ ਲਈਆਂ ਜਿਵੇਂ ਉਹ ਪੀਰ ਦਿੰਦਾ ਹੁੰਦਾ ਸੀ। ਅੱਛਾ, ਤੇ ਉਹ ਜਨਾਬ ਘਰ ਆ ਕੇ ਤੇ ਉਹਨੇ, ਦਾਦੀ ਮੇਰੀ ਨੇ ਪੁੱਛਿਆ ਤੂੰ ਗਿਆ ਸੀ? ਉਹਨੇ ਕਿਹਾ ਹਾਂ ਜੀ ਮੈਂ ਗਿਆ ਸੀ, ਇਹ ਧਾਗਾ ਹੈ। ਉਹ ਜਨਾਬ ਉਹ ਧਾਗੇ ਦੀ ਕਰਾਮਤ ਇਹ ਹੋਈ ਕਿ 2-3 ਦਿਨਾਂ 'ਚ ਉਹਦਾ ਤਾਪ ਉਤਰ ਗਿਆ ਮੇਰੀ ਦਾਦੀ ਦਾ। ਸਾਰੇ ਠੀਕ ਹੈ। ਤੇ ਉਹ ਜਦੋਂ ਇਹਨਾਂ ਨੇ ਕੋਈ ਮਹੀਨੇ ਬਾਅਦ ਦੱਸਿਆ ਕਿ ਮੈਂ ਧਾਗਾ ਤੇ ਮੈਂ ਹੀ ਕਰਕੇ ਲਿਆਇਆ ਸੀ ਗੰਢਾਂ, ਤੇ ਉਹ ਮਸ਼ਹੂਰ ਹੋ ਗਿਆ ਪਿੰਡ 'ਚ, ਤੇ ਹੋਰ ਜ਼ਨਾਨੀਆਂ ਆਉਣੀਆਂ ਸ਼ੁਰੂ ਹੋ ਗਈਆਂ ਇਹਨਾਂ ਕੋਲੋਂ ਦਮ ਕਰਾਉਣ। ਬੜੀ ਅੱਛਾ ਜੀ, ਮੇਰਾ ਵਾਕ। ਹਾਂ, ਤੇ ਹੋਰ ਕੋਈ ਦੱਸੋ ਜੀ, ਤੁਸੀਂ ਆਪਣਾ ਤਾਹਿਰ ਜੀ ਤੁਸੀਂ ਦੱਸੋ ਕੋਈ। ਜੀ ਇਹ ਰਾਣਾ ਸਾਹਿਬ ਦੱਸ ਰਹੇ ਸਨ, ਤੇ ਉਸ ਤੋਂ ਪਹਿਲੇ ਮੇਰੇ ਜ਼ਿਹਨ 'ਚ ਆ ਰਹੀ ਸੀ ਗੱਲ, ਸੇਮ ਐਗਜ਼ਾਮਪਲ ਸੀ। ਮੇਰੇ ਫੁੱਫੋ ਰਹਿੰਦੇ ਨੇ ਸਰਗੋਦਾ, ਉਹਨਾਂ ਦੀ ਇੱਕ ਬੇਟੀ ਜਿਹੜੀ ਛੋਟੀ ਹੈ ਉਹ ਬਿਮਾਰ ਹੈ ਕਾਫੀ, ਤੇ ਉਹ ਮੇਰੇ ਸਰਗੋਦੇ 'ਚ ਜਿੰਨੇ ਰਿਲੇਟਿਵਸ ਨੇ ਉਹ ਸਭ ਦਾ ਖਿਆਲ ਹੈ ਵੇ ਕਿ ਇਹਨੂੰ ਕੋਈ ਨਾ ਜਿੰਨ ਚੁੜੇਲ ਦਾ ਮਸਲਾ ਹੈਗਾ। ਮੈਂ ਫਾਰਮਾਸਿਊਟੀਕਲ ਦੇ ਵਿੱਚ ਜੌਬ ਕਰ ਰਿਹਾ 10-12 ਸਾਲ ਤੋਂ। ਅਸੀਂ ਤੇ ਮਤਲਬ ਮੈਡੀਕਲ ਟ੍ਰੀਟਮੈਂਟ ਤੇ ਬਿਲੀਵ ਕਰਨੇ ਆ, ਤੇ ਮੈਂ ਹੱਸਣਾ ਵਾ, ਉਹਨਾਂ ਦਾ ਮਜ਼ਾਕ ਵੀ ਉਡਾਉਣਾ ਵਾ, ਉਹਨਾਂ ਨੂੰ ਮਨਾ ਵੀ ਕਰਨਾ ਵਾ ਕਿ ਬੱਚੀ ਬਿਮਾਰ ਹੈ, ਇਹਨੂੰ ਚੈੱਕ ਕਰਵਾਉਣਾ ਚਾਹੀਦਾ। ਲੇਕਿਨ ਉਹ ਜਿਹੜੇ ਨੇ ਉਹਦੇ ਉੱਪਰ ਇਨਸਿਸਟ ਕਰਦੇ ਨੇ, ਉਹ ਕਹਿੰਦੇ ਨੇ ਕਿ ਜੀ ਫਲਾਂ ਨੇ ਚੁੜੇਲ ਨੂੰ ਦੇਖਿਆ ਤੇ ਫਲਾਂ ਨੇ ਜਿੰਨ ਨੂੰ ਦੇਖਿਆ, ਤੇ ਕਨਫਰਮ ਇਹਨੂੰ ਮਸਲਾ ਜਿਹੜਾ ਨਾ ਇਹ ਕੋਈ ਜਿੰਨ ਚੁੜੇਲ ਦਾ ਹੀ ਹੈ। ਤੇ ਇਸ ਤਰ੍ਹਾਂ ਦੇ ਬਿਲੀਫ ਕਾਮਨ ਨੇ। ਅਗਰ ਮਤਲਬ ਕੋਈ ਫੈਮਿਲੀ ਦੇ ਵਿੱਚ ਅਗਰ ਕੋਈ ਬੰਦਾ ਜਿਹੜਾ ਉਹਨੂੰ ਪੜ੍ਹਨ ਦਾ ਚਸਕਾ ਪੈ ਜਾਏ ਔਰ ਉਹ ਰਿਵਾਇਤੀ ਸੋਚ ਤੋਂ ਡਿਫਰੈਂਟ ਸੋਚੇ ਜਾਂ ਡਿਫਰੈਂਟ ਉਹ ਕੁਐਸਚਨ ਕਰੇ ਚੀਜ਼ਾਂ ਨੂੰ, ਤੇ ਲੋਕ ਕਹਿੰਦੇ ਨੇ ਇਹਦਾ ਪੜ੍ਹ ਕੇ ਦਿਮਾਗ ਖਰਾਬ ਹੋ ਗਿਆ, ਔਰ ਇਹ ਨਮਾਜ਼ ਨਹੀਂ ਪੜ੍ਹਦਾ, ਤੇ ਇਹ ਨਹੀਂ ਕਰਦਾ, ਤੇ ਉਹ ਨਹੀਂ ਕਰਦਾ। ਤੇ ਇਹ ਇਸ ਤਰ੍ਹਾਂ ਦੀ ਇੱਕ ਮਤਲਬ ਥਾਟ ਜਿਹੜੀ ਹੈ, ਇਹ ਮਤਲਬ ਐਗਜ਼ਾਮਪਲ ਦੇ ਤੌਰ ਤੇ ਮੈਂ 2 ਐਗਜ਼ਾਮਪਲਸ ਜਿਹੜੀਆਂ ਨੇ ਮੋਟੀਆਂ ਜਿਹੀਆਂ ਕੋਟ ਕੀਤੀਆਂ। ਅੱਛਾ, ਚਲੋ ਠੀਕ ਹੈ। ਮਤਲਬ ਇਹ ਹੈ ਕਿ ਇਹ ਤੇ ਇੱਕ ਮੋਟਾ ਜਿਹਾ ਜਿਸਮਾਨੀ, ਮੈਂ ਵੀ ਆਪਣੀ ਮਿਸਾਲ 'ਚ ਵੀ ਜਿਸਮਾਨੀ ਮਸਲਾ ਲਿਆ, ਤੇ ਰਾਣਾ ਸਾਹਿਬ ਨੇ ਵੀ ਆਪਣੀ ਦਾਦੀ ਦਾ ਜਿਸਮਾਨੀ ਲਿਆ, ਤੇ ਤੁਸੀਂ ਤਾਜ ਜੀ ਤੁਸੀਂ ਵੀ ਲਿਆ। ਅੱਛਾ, ਹੁਣ ਇੱਕ ਹੋਰ ਮਸਲੇ ਨੂੰ ਲਈਏ ਜਿਹੜਾ ਕਿ
ਸਾਡੀਆਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹੈ ਉਹ ਹੈਗਾ ਅਮੀਰੀ ਔਰ ਗਰੀਬੀ ਦਾ। ਸਵਾਲ ਹੁਣ ਇਹਦੇ ਵਿੱਚ ਇਹ ਹੈ ਕਿ ਅਮੀਰੀ ਔਰ ਗਰੀਬੀ ਦੀ ਜਿਹੜੀ ਬੁਨਿਆਦੀ ਵਜ੍ਹਾ ਹੈ, ਕਿਆ ਉਹ ਮਾਦੀ ਹੈ ਜਾਂ ਉਹ ਸਪਿਰਿਚੁਅਲ ਹੈ, ਰੱਬੀ ਹੈ, ਖੁਦਾ ਵੱਲੋਂ ਹੈ, ਭਗਵਾਨ ਵੱਲੋਂ ਹੈ, ਗਾਡ ਵੱਲੋਂ ਹੈ, ਜੋ ਵੀ ਤੁਸੀਂ ਹਸਤੀ ਤੁਸੀਂ ਕਹਿ ਲਓ, ਕਿ ਗਰੀਬੀ ਦੀ ਵਜ੍ਹਾ ਕੀ ਹੈਗੀ ਹੈ। ਹਾਂਜੀ ਤਲਾ ਜੀ ਤੁਸੀਂ ਦੱਸੋ। ਲੇਕਿਨ ਅੱਗੇ ਕਿਸੇ ਹੋਰ ਨੂੰ ਦੱਸਣ ਦਿਓ। ਹਾਂਜੀ ਤਲਾ ਜੀ ਤੁਸੀਂ। सर मेरे ख्याल से गरीबी की वजह, क्योंकि गरीबी अमीरी मादे से रिलेटेड है, मटेरियल से रिलेटेड है, तो इसकी वजूहात भी जो हैं वो मटेरियल ही हैं। ये कोई खुदाई या भगवानी या किसी भी कोई रूहानी वजूहात से नहीं है, क्योंकि खुद एक मटेरियल है। ਹਾਂਜੀ ਇਹ ਮਤਲਬ ਇਹ ਹੈ ਕਿ ਤੁਸੀਂ ਦੋ ਤਰੀਕੇ ਨਾਲ ਸਮਝ ਸਕਦੇ ਹੋ। ਇੱਕ ਤੇ ਇਹ ਹੈ ਕਿ ਜੀ ਉਹ ਤੁਸੀਂ ਸਹੀ ਫਰਮਾਇਆ ਤਾਲਾ ਜੀ ਕਿ ਇੱਕ ਤੇ ਤੁਸੀਂ ਇਹ ਸਮਝ ਸਕਦੇ ਹੋ ਕਿ ਬਈ ਰੱਬ ਨੇ ਕਿਸੇ ਨੂੰ ਅਮੀਰ ਪੈਦਾ ਕਰਤਾ ਤੇ ਕਿਸੇ ਨੂੰ ਗਰੀਬ ਪੈਦਾ ਕਰ ਦਿੱਤਾ, ਤੇ ਇਸ ਲਈ ਅਮੀਰ ਗਰੀਬੀ ਦੀ ਵਜ੍ਹਾ ਜਿਹੜੀ ਹੈ ਉਹ ਤੇ ਰੱਬ ਦੇ ਜ਼ਿੰਮੇ ਹੈ, ਅਸੀਂ ਉਹਦੇ ਕਿਹੜੇ ਜ਼ਿੰਮੇਦਾਰ ਹਾਂ। ਤੇ ਦੂਜੀ ਵਜ੍ਹਾ ਇਹ ਹੈਗੀ ਹੈ ਕਿ ਦੂਜੀ ਤੁਸੀਂ ਇਹ ਸਮਝ ਸਕਦੇ ਹੋ ਕਿ ਇਹਦੀ ਵਜ੍ਹਾ ਮਾਦੀ ਹੈ। ਮਾਦੀ ਦੀ ਵਜ੍ਹਾ ਇਹ ਹੈ ਕਿ ਮਾਦੀ ਹਾਲਾਤ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੀ ਪੈਦਾਵਾਰ ਹੋ ਰਹੀ ਹੈ ਔਰ ਪੈਦਾਵਾਰ ਜਿਸ ਤਰੀਕੇ ਦੇ ਨਾਲ ਹੋ ਰਹੀ ਹੈ ਔਰ ਉਹ ਪੈਦਾਵਾਰ ਜਿਹੜੀ ਜਿਸ ਤਰੀਕੇ ਦੇ ਨਾਲ ਵੰਡੀ ਜਾ ਰਹੀ ਹੈ ਉਹ ਇੱਕ ਪੂਰਾ ਮਾਦੀ ਸਿਸਟਮ ਹੈ। ਔਰ ਉਹ ਵਜ੍ਹਾ ਹੈਗਾ ਕਿ ਜਿਹੜਾ ਗਰੀਬ ਹੈ ਉਹ ਪੁਸ਼ਤ ਦਰ ਪੁਸ਼ਤ ਗਰੀਬ ਰਹਿੰਦਾ ਹੈ ਤੇ ਅਮੀਰ ਜਿਹੜਾ ਉਹ ਪੁਸ਼ਤ ਦਰ ਪੁਸ਼ਤ ਅਮੀਰ ਰਹਿੰਦਾ ਹੈ। मतलब बिल्कुल सही। हाँ जी बिल्कुल सही जी, बिल्कुल सही। मतलब ये है कि गरीब जेड़ा है वो सारी उम्र जिन्ना मर्जी काम कर लवे, जिन्ना भी वो काम कर ले, वो जिन्ना भी बचा लवे, अखीर वो गरीब ही मरदा है आम तौर दे उत्ते। ते अमीर दा पुत्तर नलायक भी पैदा हो जावे, कुछ भी ना करे तो वो अमीर ही मरदा है। ਤੇ ਮਤਲਬ ਇਹ ਹੋਇਆ ਕਿ ਇਹਦੀ ਵਜ੍ਹਾ ਜਿਹੜੀ ਹੈ ਉਹ ਅਸੀਂ ਇਹ ਕਵਾਂਗੇ ਕਿ ਉਹ ਮਾਦੀ ਹੈ। डॉक्टर साहब एक सवाल ज़हन च फुदक रहा है। बिल्कुल करो करो करो। अच्छा डड्डू बन के। अच्छा डॉक्टर साहब मैं पूछना सी कि ये मटेरियलिज्म ये philosophically speaking a materialism की मतलब what is materialism if we talk about it as a philosophy, I mean materialism की। एक मिनट होल्ड करो जी जी बोलो डॉक्टर साहब मैं पूछ लिया अपना सवाल। मैं कह रही सा कि मटीरियलिज्म एक फिलोसफी ਦੇ ਤੌਰ ਤੇ ਕੀ ਇਹ ਤੇ ਹੁਣ ਤੁਸੀਂ ਸਮਝਾ ਰਹੇ ਨਾ ਸਾਨੂੰ ਕਿ ਮਟੀਰੀਅਲਿਜ਼ਮ ਦੀ ਆਈਡੀਅਲਿਜ਼ਮ ਨਾਲ ਜ਼ਿਦ ਕੀ, ਯਾਨੀ ਕਿ ਜਿਸ ਤਰ੍ਹਾਂ ਐਵੋਲੂਸ਼ਨਿਸਟ ਕਹਿੰਦੇ ਨੇ ਕਿ ਉਹਨਾਂ ਦੀ ਕ੍ਰੀਏਟਿਵਨੈਸ ਨਾਲ ਕੀ ਡਿਬੇਟ ਹੈ। ਮਟੀਰੀਅਲਿਜ਼ਮ ਕੀ ਹੈ? ਹਾਂਜੀ ਮਟੀਰੀਅਲਿਜ਼ਮ ਦੀ ਜਿਹੜੀ ਫਿਲਾਸਫੀ ਹੈ ਉਹਦੀ ਅਵਲ ਆਖਰ ਇਹ ਹੈ ਕਿ ਹਰ ਸ਼ੈ ਜਿਹੜੀ ਹੈ ਉਹ ਮਾਦੇ ਤੋਂ ਆਈ ਹੈ ਔਰ ਹਰ ਸ਼ੈ ਦੇ ਜਿਹੜੀ ਹੈ ਉਸ ਮਾਦੇ ਦੇ ਅੰਦਰ ਵਜੂਹਾਤ ਨੇ, ਕਾਰਨ ਨੇ, ਰੀਜ਼ਨਸ ਨੇ ਬਦਲਣ ਦੀਆਂ। ਮਾਦੇ ਦੇ ਅੰਦਰ ਮਾਦੇ ਨੂੰ ਇਹ ਬਾਅਦ ਚ ਅਸਲ ਚ ਗੱਲ ਆਉਣੀ ਸੀਗੀ, ਤੁਸੀਂ ਹੁਣੇ ਪੁੱਛ ਲਈ ਹੈ। ਤੇ ਉਹ ਮਾਦੇ ਦੇ ਅੰਦਰ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਹੀ ਤਬਦੀਲੀਆਂ ਆ ਰਹੀਆਂ ਨੇ, ਬਾਹਰੋਂ ਕੁਝ ਨਹੀਂ ਹੋ ਰਿਹਾ। ਇਹ ਹੈ ਮਟੀਰੀਅਲਿਸਟ ਫਿਲਾਸਫੀ ਬੇਸਿਕਲੀ ਮੁਖਤਸਰ। ਲੇਕਿਨ ਇਹ ਹੌਲੀ ਹੌਲੀ ਜਦੋਂ ਅਸੀਂ ਅੱਗੇ ਵਧਾਂਗੇ ਤੇ ਇਹ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਏਗੀ
क्योंकि मैं सिंपल कॉन्सैप्ट्स तो शुरू जिहड़ा वो कर रहे हैं ताकि ਇਹ ਜਿਹੜਾ ਇੱਕ ਐਬਸਟਰੈਕਟ ਕਿਸਮ ਦੀ ਐਕਸਰਸਾਈਜ਼ ਨਾ ਹੋਵੇ, ਬਲਕਿ ਤੁਹਾਡਾ ਇਸ ਕਲਾਸ ਦੇ ਪੜ੍ਹਨ ਤੋਂ ਬਾਅਦ ਤੁਹਾਡੀ ਸੋਚ ਜਿਹੜੀ ਹੈ ਉਹਦੇ ਵਿੱਚ भी कोई फर्क पवे। अच्छा जी, डॉक्टर साहब एक मेरा सवाल भी था। हाँ जी हाँ जी, ये जो मतलब जैसे हम आपने एक्सप्लेन किया, तो ये मतलब मटेरियलिज्म एक साइंटिफिक थ्योरी है और जो आइडियलिज्म अनसाइंटिफिक थ्योरी है, ऐसा मतलब है जी? आइडियलिज्म अनसाइंटिफिक फिलॉसफी है। देखो ਜਿਹੜੀ ਸਾਇੰਸ ਹੈ ਸਾਇੰਸ ਦਾ ਤੇ ਪੂਰਾ ਪਹਿਲੇ ਤੇ ਇਹ ਸਮਝੋ ਕਿ ਜਿਹੜੀ ਸਾਇੰਸ ਸ਼ੁਰੂ ਦੇ ਵਿੱਚ ਜਿਹੜੀ ਸਾਇੰਸ ਦਾ ਤਸੱਵਰ ਸੀਗਾ ਦੁਨੀਆ 'ਚ ਉਹ ਇਹ ਸੀਗਾ ਕਿ ਮਾਦੀ ਚੀਜ਼ਾਂ ਦਾ ਐਨਾਲਿਸਿਸ ਕਰਨਾ, ਜਿਨ੍ਹਾਂ ਨੂੰ ਅਸੀਂ ਨੈਚੁਰਲ ਸਾਇੰਸਿਸ ਕਹਿੰਦੇ ਸਾਂ। ਫਲਸਫਾ ਜਿਹੜਾ ਸੀ ਉਹ ਖਿਆਲ, ਯਾਨੀ ਜਿਹੜਾ ਫਲਸਫੇ ਦੇ ਵਿੱਚ ਜਿਹੜਾ ਮਾਦੀ ਫਲਸਫਾ ਸੀ ਉਹ ਸ਼ੁਰੂ ਤੇ ਬਹੁਤ ਪਹਿਲੇ ਤੋਂ ਹੋ ਗਿਆ ਸੀਗਾ। ਮਤਲਬ ਇਹ ਹੈ ਕਿ ਉਹ ਗ੍ਰੀਕਸ ਦੇ ਵਿੱਚ ਜਿਹੜੇ ਐਟਮਿਸਟ ਸਕੂਲ ਸੀਗਾ ਉਹ ਦੁਨੀਆ ਨੂੰ ਮਾਦਾ ਹੀ ਸਮਝਦਾ ਸੀਗਾ, ਭਾਵੇਂ ਉਹਨਾਂ ਦੀ ਸੋਚ ਕਿੰਨੀ ਵੀ ਅਜੇ ਸਾਦਾ ਤੇ ਪਿੱਛੇ ਸੀਗੀ, ਲੇਕਿਨ ਉਹ ਦੁਨੀਆ ਨੂੰ ਸਮਝਦੇ ਉਹ ਵੀ ਮਾਦਾ ਹੀ ਸਨ। ਫਿਰ ਸਾਡੇ ਜਿਹੜਾ ਹੈ ਆਪਣਾ ਪੰਜਾਬ ਔਰ ਸਬ ਕੌਂਟੀਨੈਂਟ ਹੈ, ਖਾਸ ਤੌਰ ਤੇ ਪੰਜਾਬ ਹੀ ਸੀ ਗ੍ਰੀਕਸ ਤੋਂ ਪਹਿਲੇ ਤੇ ਉਹਦੇ ਵਿੱਚ ਜਿਹੜੇ ਫਲਸਫੇ ਸਨ, ਤੰਤਰਵਾਦ ਸੀ ਮਿਸਾਲ ਦੇ ਤੌਰ ਦੇ ਉੱਤੇ, ਚਾਰ ਵਾਕ ਸੀ, ਤੇ ਇਹਨਾਂ ਸਭ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਦੁਨੀਆ ਮਾਦੇ ਤੋਂ ਬਣੀ ਹੈ। ਚਾਰ ਵਾਕ ਦਾ ਤੇ ਮਤਲਬ ਹੀ ਇਹ ਸੀ ਕਿ ਦੁਨੀਆ ਚਾਰ ਐਲੀਮੈਂਟਸ ਤੋਂ ਬਣੀ ਹੈ, ਪਾਣੀ, ਅੱਗ, ਹਵਾ ਦੇ ਉੱਤੋਂ ਇਹ ਦੁਨੀਆ ਬਣੀ ਹੈ ਤੇ ਇਹਨੂੰ ਹੋਰ ਕੋਈ ਬਣਾਉਣ ਵਾਲਾ ਨਹੀਂ ਹੈ, ਇਹ ਇਹਨਾਂ ਹੀ ਐਲੀਮੈਂਟਸ ਤੋਂ ਬਣੀ ਹੈ। ਤੇ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਜਿਹਨੂੰ ਅਸੀਂ ਅੱਗੇ ਜਾ ਕੇ ਸਾਇੰਸ ਕਿਹਾ, 15ਵੀਂ 16ਵੀਂ ਸਦੀ ਤੋਂ ਬਾਅਦ ਜਿਹੜੀ ਨੈਚੁਰਲ ਸਾਇੰਸਿਸ ਦੇ ਵਿੱਚ ਤਰੱਕੀ ਹੋਈ ਤੇ ਉਹਦੇ ਵਿੱਚ ਸਿਰਫ ਮਾਦੇ ਦੀ ਤਰੱਕੀ ਹੋਈ ਨਾ, ਮਾਦੇ ਨਹੀਂ ਸਮਝਿਆ ਗਿਆ ਉਹਦੇ ਤੇ ਬਲਕਿ ਬੜੀ ਦੇਰ ਤੱਕ ਇਹ ਸਮਝਿਆ ਜਾਂਦਾ ਰਿਹਾ ਕਿ ਜਿਹੜਾ ਬੇਜਾਨ ਮਾਦਾ ਹੈ ਉਹ ਇੱਕ ਵੱਖਰੀ ਦੁਨੀਆ ਹੈ, ਤੇ ਜਿਹੜਾ ਬੰਦਾ ਹੈ ਜਿਹਦੇ ਵਿੱਚ ਰੂਹ ਹੈ ਤੇ ਜਿਹਦੇ ਵਿੱਚ ਦਿਮਾਗ ਹੈ ਉਹ ਇੱਕ ਵੱਖਰੀ ਦੁਨੀਆ ਹੈ। ਤੇ ਸਾਇੰਸ ਦੇ ਜ਼ਰੀਏ ਤੁਸੀਂ ਬੇਜਾਨ ਜਾਂ ਗੈਰ ਇਨਸਾਨੀ ਮਾਦੇ ਨੂੰ ਤਾਂ ਸਮਝ ਸਕਦੇ ਹੋ, ਪਰ ਸਾਇੰਸੀ ਤਰੀਕੇ ਦੇ ਨਾਲ ਤੁਸੀਂ ਇਨਸਾਨ ਨਹੀਂ ਸਮਝ ਸਕਦੇ, ਇਨਸਾਨ ਦੀ ਰੂਹ ਨੂੰ, ਇਨਸਾਨ ਦੇ ਦਿਮਾਗ ਨੂੰ ਨਹੀਂ ਸਮਝ ਸਕਦੇ। ਠੀਕ, ਇਹ ਜਿਹੜੀ ਦੋ ਤਰ੍ਹਾਂ ਦੀ ਵੰਡ ਸੀਗੀ ਇਹ ਬੜੀ ਦੇਰ ਤੱਕ ਰਹੀ ਆਪਣਾ ਸਾਇੰਸ ਦੇ ਵਿੱਚ, ਇਲਮ ਦੇ ਵਿੱਚ। ਬਲਕਿ ਇਹਨਾਂ ਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਰੈਨੇ ਡਿਕਾਰਟ ਸੀ, ਜਿਹੜਾ 16ਵੀਂ ਸਦੀ ਦਾ ਪਹਿਲਾ ਵੱਡਾ ਵੈਸਟਰਨ ਫਿਲਾਸਫਰ ਸੀ, ਉਹ ਪਹਿਲਾ ਬੰਦਾ ਸੀ ਜਿਹਨੇ ਇਹ ਕਿਹਾ ਸੀ ਕਿ ਜਿਹੜਾ ਇਹ ਤੇ ਗੱਲ ਸਹੀ ਹੈ ਕਿ ਦਿਮਾਗ ਤੇ ਬੰਦੇ ਦਾ ਜਿਹੜੀ ਬਾਡੀ ਹੈ ਉਹ ਦੋ ਮੁਖਤਲਿਫ ਚੀਜ਼ਾਂ ਨੇ। ਬਾਡੀ ਜਿਹੜੀ ਹੈ ਉਹ ਮਕੈਨੀਕਲ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਤੇ ਦਿਮਾਗ ਜਾਂ ਰੂਹ ਨੂੰ ਨਹੀਂ ਸਮਝਿਆ ਜਾ ਸਕਦਾ। ਲੇਕਿਨ ਡਿਕਾਰਟ ਨੇ ਕਿਹਾ ਸੀ ਕਿ ਜਿਹੜਾ ਦਿਮਾਗ ਜਾਂ ਰੂਹ ਹੈ ਉਹਦੇ ਤੇ ਵੀ ਰਿਸਰਚ ਹੋਣੀ ਚਾਹੀਦੀ ਹੈ, ਉਹਦਾ ਵੀ ਐਨਾਲਿਸਿਸ ਹੋਣਾ ਚਾਹੀਦਾ। ਇਹ ਉਹਨੇ ਪਹਿਲਾ ਬੰਦਾ ਸੀ ਜਿਹਨੇ ਇਹ ਗੱਲ ਕਹੀ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ 16ਵੀਂ ਸਦੀ ਤੋਂ ਬਾਅਦ 17ਵੀਂ 18ਵੀਂ ਸਦੀ ਤੱਕ ਆਉਂਦਿਆਂ ਲੋਕਾਂ ਨੇ ਜਿਹੜੀ ਸੁਸਾਇਟੀ ਸੋਸ਼ਲ ਲਾਈਫ ਦਾ ਜਿਹੜਾ ਫਿਨੋਮੀਨਾ ਸੀ ਉਹਨੂੰ ਵੀ
ਉਹਨਾਂ ਨੇ ਸਾਇੰਸੀ ਤਰੀਕੇ ਦੇ ਨਾਲ ਉਹਦੇ ਬਾਰੇ ਚ ਵੀ ਸਾਇੰਸੀ ਤਰੀਕੇ ਦੇ ਨਾਲ ਜਿਹੜਾ ਉਹਨੂੰ ਸਮਝਣਾ ਸ਼ੁਰੂ ਕੀਤਾ ਸੀਗਾ ਜਾਂ ਕਰ ਦਿੱਤਾ ਸੀਗਾ। ਔਰ ਮਾਰਕਸ ਦੇ ਆਉਣ ਤੱਕ ਜਿਹੜੀ ਹੈ ਕਾਫੀ ਸਾਰੀ ਜਿਹੜੀ ਇਨਸਾਨਾਂ ਦੀ ਜਿਹੜੀ ਸਮਾਜ ਹੈ ਉਹਦੇ ਬਾਰੇ ਚ ਸਾਇੰਸੀ ਸੋਚ ਸ਼ੁਰੂ ਹੋ ਚੁੱਕੀ ਸੀ। ਮਿਸਾਲ ਦੇ ਤੌਰ ਦੇ ਉੱਤੇ ਐਡਮ ਸਮਿਥ ਜਿਹੜਾ ਹੈ ਉਹਨੇ ਇਕਨੋਮਿਕਸ ਦੇ ਉੱਤੇ ਇਕਨੋਮਿਕਸ ਲਿਖਣ ਦੀ ਬੁਨਿਆਦ ਰੱਖ ਦਿੱਤੀ ਸੀਗੀ। ਫਿਰ ਇਹ ਹੈ ਕਿ ਮਾਰਕਸ ਦੀ ਆਪਣੀ ਜ਼ਿੰਦਗੀ ਦੇ ਵਿੱਚ ਹੀ ਤੁਸੀਂ ਵੇਖੋ ਕਿ ਮਾਰਕਸ ਨੇ ਬਹੁਤ ਸਾਰਾ ਕੁਝ 1840s ਦੇ ਵਿੱਚ ਲਿਖਿਆ ਸੀਗਾ, ਲੇਕਿਨ ਇਹ ਹੈ ਕਿ ਜਿਹੜਾ ਡਾਰਵਨ ਹੈ ਉਹਦੀ ਕਿਤਾਬ 1859 ਦੇ ਵਿੱਚ ਆਈ ਸੀਗੀ ਐਵੋਲੂਸ਼ਨ ਦੇ ਉੱਤੇ। ਅਜੇ ਉਸ ਵੇਲੇ ਤੱਕ ਮਾਰਕਸ ਦੀ ਅੱਧੀ ਜ਼ਿੰਦਗੀ ਤੱਕ ਅਜੇ ਡਾਰਵਨ ਦੀ ਥਿਊਰੀ ਐਵੋਲੂਸ਼ਨ ਦੀ ਸਾਹਮਣੇ ਨਹੀਂ ਸੀ ਆਈ, ਕਿਉਂਕਿ ਡਾਰਵਨ ਦੀ ਥਿਊਰੀ ਤੋਂ ਬਾਅਦ ਤੇ ਸਾਬਤ ਹੋ ਗਿਆ ਨਾ ਜੀ ਕਿ ਦੁਨੀਆ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਮਾਦੇ ਤੋਂ ਹੀ ਇਵਾਲਵ ਹੋਈ ਹੈ। ਉਹ ਤੁਸੀਂ ਜ਼ਰੂਰ ਅਗਰ ਬਿਲਕੁਲ ਹੀ ਨਹੀਂ ਪੜ੍ਹਿਆ ਡਾਰਵਨ ਨੂੰ ਤੇ ਤੁਸੀਂ ਐਵੇਂ ਉਹਦੇ ਤੇ ਵਿਕੀਪੀਡੀਆ ਦੀ ਪੜ੍ਹ ਲਓ ਕਿ ਉਹਦੀ ਥਿਊਰੀ ਜਿਹੜੀ ਆ ਉਹ ਕੀ ਹੈਗੀ ਆ ਕਿ ਕਿਸ ਤਰ੍ਹਾਂ ਦੁਨੀਆ ਜਿਹੜੀ ਹੈ ਉਹ ਕਿਵੇਂ ਜਿਹੜੀ ਹੈ ਉਹ ਠੰਡੀ ਹੋਈ, ਅੱਗ ਦੇ ਵਿੱਚੋਂ ਕਿਵੇਂ ਆਪਣਾ ਪਾਣੀ ਦੇ ਵਿੱਚੋਂ ਕਿਵੇਂ ਜਰਸੂਮਾ ਪੈਦਾ ਹੋਇਆ ਤੇ ਜਰਸੂਮੇ ਦੇ ਵਿੱਚੋਂ ਕਿਵੇਂ ਜ਼ਿੰਦਗੀ ਪੈਦਾ ਹੋਈ ਤੇ ਜ਼ਿੰਦਗੀ ਜਿਹੜੀ ਹੈ ਵੱਧਦੀ ਕਿਵੇਂ ਐਵੋਲੂਸ਼ਨ ਦੇ ਪ੍ਰੋਸੈਸ ਚੋਂ ਨਿਕਲਦੀ ਹੋਈ ਜਿਹੜੀ ਹੈ ਉਹ ਬੰਦਾ ਬਣਿਆ ਤੇ ਉਸ ਤੋਂ ਅੱਗੇ ਬਣਿਆ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਤੁਸੀਂ ਦੇਖੋ ਤੇ ਇਹ ਡਾਰਵਨ ਦੇ ਵਿੱਚ ਤੁਹਾਨੂੰ ਜਿਹੜੀਆਂ ਨੇ ਉਹ ਤੁਹਾਨੂੰ ਨਜ਼ਰ ਆਉਣਗੀਆਂ। ਤੇ ਮਾਰਕਸ ਤੋਂ ਦੀ ਅੱਧੀ ਜ਼ਿੰਦਗੀ ਗੁਜ਼ਰ ਚੁੱਕੀ ਸੀ ਜਦੋਂ ਡਾਰਵਨ ਦੀ ਥਿਊਰੀ ਆਈ ਸੀਗੀ। ਤੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਤੁਸੀਂ ਸਵਾਲ ਕੀਤਾ ਸੀ ਉਹ ਇਹ ਹੈ ਕਿ ਉਸ ਤੋਂ ਬਾਅਦ ਫਿਰ ਜਿਹੜਾ ਬੰਦੇ ਦੀ ਜਿਹੜੀ ਸਮਾਜ ਹੈ, ਬੰਦੇ ਦਾ ਜਿਹੜਾ ਜਿਸਮ ਹੈ, ਜਿਸਮ ਦਾ ਤਾਂ ਖੈਰ ਪਹਿਲੇ ਤੋਂ ਵੀ ਕਰ ਰਹੇ ਸਨ, ਲੇਕਿਨ ਬੰਦੇ ਦੇ ਦਿਮਾਗ ਦਾ ਵੀ ਔਰ ਬੰਦੇ ਦੇ ਜ਼ਿਹਨ ਦਾ ਵੀ ਜਿਹੜਾ ਐਨਾਲਿਸਿਸ ਸਾਇੰਟੀਫਿਕ ਐਨਾਲਿਸਿਸ ਕਰਨਾ ਸ਼ੁਰੂ ਹੋ ਗਿਆ। ਹੁਣ ਤੁਸੀਂ ਦੇਖੋ ਕਿ ਅੱਜ ਦੀਆਂ ਜਿਹੜੀਆਂ ਮੁਖਤਲਿਫ ਸਾਇੰਸਸ ਨੇ ਜਿਹੜੀਆਂ ਦਿਮਾਗ ਦੇ ਨਾਲ ਜਿਨ੍ਹਾਂ ਦਾ ਤਾਲੁਕ ਹੈ, ਮਿਸਾਲ ਦੇ ਤੌਰ ਤੇ ਨਿਊਰੋਟਿਕ ਜਾਂ ਨਿਊਰੋ ਸਾਇੰਸ ਹੈ, ਉਹਦੀ ਜਿਹੜੀਆਂ ਤਹਿਕੀਕਾਤ ਨੇ। ਫਿਰ ਤੁਸੀਂ ਜੈਨੇਟਿਕਸ ਦੀ ਥਿਊਰੀ ਨੂੰ ਦੇਖੋ, ਜੀਨ ਦੀ ਥਿਊਰੀ ਨੂੰ ਦੇਖੋ ਕਿ ਜੀਨ ਕਿਵੇਂ ਜਿਹੜਾ ਹੈ ਉਹ ਜ਼ਿਹਨ ਦੇ ਮੁਖਤਲਿਫ ਹਿੱਸਿਆਂ ਨੂੰ ਕਿਵੇਂ ਕੰਟਰੋਲ ਕਰਦਾ। ਹੁਣ ਜੀਨ ਤੇ ਇੱਕ ਫਿਜ਼ੀਕਲ ਚੀਜ਼ ਹੈ ਨਾ, ਜੀਨ ਤੇ ਕੋਈ ਸਪਿਰਿਚੁਅਲ ਚੀਜ਼ ਨਹੀਂ ਨਾ ਹੈਗੀ। ਸੋ ਇਹ ਗੱਲ ਤੁਸੀਂ ਕਹਿ ਸਕਦੇ ਹੋ ਕਿ ਅਜੇ ਤੱਕ ਬੰਦਾ ਸਮਾਜ ਦੇ ਪੂਰੇ ਅਸੂਲਾਂ ਨੂੰ ਬੰਦਾ ਆਪਣੇ ਦਿਮਾਗ ਔਰ ਆਪਣੇ ਜ਼ਿਹਨ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਇਆ। ਬਹੁਤ ਕੁਝ ਅਜੇ ਸਮਝਣ ਵਾਲਾ ਹੈ, ਲੇਕਿਨ ਉਹ ਬਹੁਤ ਕੁਝ ਸਮਝ ਵੀ ਚੁੱਕਿਆ ਹੈ। ਪਿਛਲੇ 200-300 ਸਾਲਾਂ 'ਚ ਜਾਂ ਪਿਛਲੇ 100 ਸਾਲਾਂ ਦੇ ਵਿੱਚ ਬਹੁਤ ਸਾਰੇ ਐਸੇ ਰਾਜ਼ ਨੇ ਉਹਦੇ ਦਿਮਾਗ ਦੇ ਔਰ ਜ਼ਿਹਨ ਦੇ ਜਿਨ੍ਹਾਂ ਨੂੰ ਉਹ ਸਮਝ ਚੁੱਕਿਆ ਹੈ ਔਰ ਉਹਨੂੰ ਉਹਨਾਂ ਨੇ ਹੱਲ ਕਰ ਲਿਆ ਹੈ। ਲੇਕਿਨ ਜਿਹੜਾ ਨਹੀਂ ਸਮਝ ਆਇਆ ਅਜੇ ਉਹਦੇ ਬਾਰੇ 'ਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੇਖੋ ਜੀ ਇਹ ਨਹੀਂ, ਹੁਣ ਤੁਹਾਡੇ ਵਿੱਚੋਂ ਕੋਈ ਇਹ ਵੀ ਕਹੇਗਾ ਕਿ ਜੀ ਇਹ ਫਲਾਣਾ ਫਿਨੋਮੀਨਾ ਹੈਗਾ, ਇਹ ਤੇ ਨਹੀਂ ਬੰਦਿਆਂ ਨੂੰ ਸਮਝ ਆਇਆ। ਹਾਂ, ਅਜੇ ਤੱਕ ਨਹੀਂ ਸਮਝ ਆਇਆ, ਲੇਕਿਨ ਮਸਲਾ ਇਹ ਹੈ ਕਿ ਕਿਆ ਉਹ ਕੱਲ ਨੂੰ ਸਮਝ ਆ ਸਕਦਾ ਕਿ ਨਹੀਂ ਆ ਸਕਦਾ। ਤੇ ਜ਼ਿਆਦਾ ਪੋਸੀਬਿਲਿਟੀ ਇਹ ਹੈ ਕਿ ਜਿਹੜਾ ਹੁਣ ਤੱਕ ਸਮਝ ਨਹੀਂ ਆਇਆ ਉਹ ਅੱਗੇ ਜਾ ਕੇ ਸਮਝ ਆ ਜਾਏਗਾ। ਇਹ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਨਿਕੋਲਾ ਟੈਸਲਾ ਨੇ ਇਹੋ ਗੱਲ ਕੀਤੀ ਸੀ ਕਿ
ਸਾਇੰਸ ਨੇ ਜਿੰਨੀ 300 ਪਿਛਲੇ 200 ਸਾਲ ਉਹਦੇ ਵੇਲੇ ਤੱਕ ਤੇ ਹੋਏ ਸਨ 250 ਸਾਲ ਤਰੱਕੀ ਕੀਤੀ ਹੈ ਫੈਨੋਮੇਨਾ ਦੇ ਉੱਤੇ ਰਿਸਰਚ ਕਰਕੇ। ਅਗਰ ਉਹ ਨੌਨ ਫੈਨੋਮੇਨਾ ਦੇ ਉੱਤੇ ਰਿਸਰਚ ਕਰੇ ਸਾਇੰਸ ਤੇ 10 ਸਾਲਾਂ ਦੇ ਅੰਦਰ ਇੰਨੀ ਤਰੱਕੀ ਹੋ ਸਕਦੀ। ਇਹੋ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਨਾ, ਤੁਸੀਂ ਕਾਂਟ ਦੀ ਗੱਲ ਵੀ ਕੀਤੀ ਹੈ ਕਿ ਉਹਨੇ ਕਿਹਾ ਕਿ ਸਪਿਰਿਚੁਅਲ ਜਾਂ ਸੋਲ ਨੂੰ ਵੀ ਭੁੱਲਣਾ ਚਾਹੀਦਾ। ਤੇ ਨਿਕੋਲਾ ਟੈਸਲਾ, ਉਹਦੀ ਇੱਕ ਹੋਰ ਬਹੁਤ ਵੱਡੀ ਗੱਲ ਹੈ ਨਿਕੋਲਾ ਟੈਸਲਾ ਦੀ, ਉਹ ਕਹਿੰਦਾ ਹੈ ਕਿ ਗੋਡ ਜਿਹਨੂੰ ਤੁਸੀਂ ਗੋਡ ਕਹਿੰਦੇ ਹੋ, ਮੈਂ ਉਹਨੂੰ ਲਾਜ਼ ਆਫ ਯੂਨੀਵਰਸ ਕਹਿਣਾ। ਹਾਂ, ਇਹ ਜਿਹੜਾ ਆਪਣਾ ਇਹ ਜਿਹੜਾ ਇਹ ਸਪੀਨੋਜ਼ਾ ਤੋਂ ਜਿਹੜਾ ਸ਼ੁਰੂ ਹੋਇਆ ਸੀ। ਸਪੀਨੋਜ਼ਾ ਇਹਦਾ ਪਹਿਲਾ ਫਿਲਾਸਫਰ ਸੀ ਜਿਹਨੇ ਕਿਹਾ ਸੀ ਕਿ ਗਾਡ ਇਜ਼ ਨੇਚਰ ਐਂਡ ਨੇਚਰ ਇਜ਼ ਗਾਡ, ਕਿ ਉਹ ਇੱਕ ਯੂਨੀਵਰਸਲ ਲਾ ਹੈ। ਮੇਰਾ ਖਿਆਲ ਹੈ ਕਿ ਅਗਰ ਤੁਸੀਂ ਕਦੀ ਕਿਤਾਬ ਕੋਈ ਰਿਕਮੈਂਡ ਕਰੋ ਤਾਂ ਉਹਦੇ ਚ ਸੇਪੀਅਨ ਜਿਹੜੀ ਹੈ, ਉਹ ਜਿਹੜੀ ਹਰਾਰੀ ਦੀ ਹੈ, ਉਹ ਵੀ ਬੜੀ ਰਿਵੀਲਿੰਗ ਹੈ ਔਰ ਬੜੀ ਲੇਟੈਸਟ ਹੈ। ਅਗਰ ਉਹ ਇਹਦਾ ਹਿਸਟਰੀ ਆਫ ਹਿਊਮਨ ਕਾਈਂਡ ਜਿਹੜੀ ਹੈ, ਨੋਹਾ ਜਿਹੜੀ ਜੋ ਹਰਾਰੀ ਦੀ ਜਿਹੜੀ ਉਹ ਜਿਹੜਾ ਇਜ਼ਰਾਈਲੀ ਹੈ। ਅਗਰ ਉਹ ਮੇਰੇ ਸਾਹਮਣੇ ਪਈ ਹੈ ਮੇਜ਼ ਦੇ ਉੱਤੇ, ਉਹ ਮੈਂ 2-3 ਵਾਰੀ ਪੜ੍ਹੀ ਆ। ਜਿਹੜੀ ਮੇਰੀ ਉਹ ਹਿਸਟਰੀ ਵਾਲੀ ਕਿਤਾਬ ਹੈ, ਉਹਦੇ ਚ ਮੈਂ ਉਹਨੂੰ ਕੋਟ ਵੀ ਕੀਤਾ ਹੈ। ਤੇ ਉਹ ਅਗਰ ਸਾਰੇ ਪੜ੍ਹ ਲਓ ਨਾ ਉਸ ਕਿਤਾਬ ਨੂੰ, ਤੇ ਅਸੀਂ ਫਿਰ ਇੱਕ ਸੈਮੀਨਾਰ ਕਰ ਸਕਦੇ ਹਾਂ, ਕਿਉਂਕਿ ਮੇਰੇ ਖਿਆਲ ਦੇ ਵਿੱਚ ਉਹਨੇ ਬਹੁਤ ਸਾਰੀ ਗੱਲਾਂ ਗਲਤ ਵੀ ਕੀਤੀਆਂ ਨੇ। ਤੇ ਅਸੀਂ ਕੋਈ ਮੈਂ ਪੜ੍ਹੀ ਹੈ ਜੀ, 2 ਵਾਰੀ ਪੜ੍ਹੀ ਹੈ, ਲੇਕਿਨ ਬੁਨਿਆਦੀ ਤੌਰ ਦੇ ਉੱਤੇ ਉਹਨੇ ਜਿਹੜਾ ਹੈ ਉਹ ਥੀਮ ਠੀਕ ਬਿਲਡ ਕੀਤਾ। ਹਾਂ, ਥੀਮ ਉਹਨੇ ਠੀਕ ਬਿਲਡ ਕੀਤਾ, ਯਾਨੀ ਥੀਮ ਸਹੀ ਬਿਲਡ ਕਰ ਲਿਆ। ਅਵੇਲੇਬਲ ਇਨਫੋਰਮੇਸ਼ਨ, ਠੀਕ ਹੈ ਨਾ। ਹਾਂ, ਤੇ ਇੱਕ ਹੋਰ ਡਾਟਾ ਤੇ ਉਹਨੇ ਥੀਮ ਬਿਲਡ ਕਰ ਲਿਆ, ਔਰ ਉਸੇ ਥੀਮ ਤੇ ਉਹਨੇ ਫਿਊਚਰ ਦਾ ਜਿਹੜਾ ਹਿਊਮਨ ਬੀਇੰਗ ਹੈ ਨਾ, ਉੱਤੇ ਵੀ ਬਹੁਤ ਅੱਛੀ ਉਹਦਾ ਥੀਮ ਹੈ। ਆਹੋ, ਲੇਕਿਨ ਮੈਂ ਉਹਦੇ ਪਾਸੇ ਜਾਣਾ ਨਹੀਂ ਚਾਹੁੰਦਾ ਜੀ ਫਿਲਹਾਲ। ਉਹ ਠੀਕ ਹੈ, ਠੀਕ, ਰਾਈਟ। ਉਹਦੇ ਤੇ ਅਸੀਂ ਵੱਖਰੀ ਗੱਲ ਕਰਾਂਗੇ। ਤੇ ਇਸੇ ਤਰ੍ਹਾਂ ਉਹ ਜਿਹੜਾ ਇੱਕ ਇੰਡੀਅਨ ਰਾਈਟਰ ਹੈਗਾ ਟੋਨੀ ਸਮਥਿੰਗ, ਉਹਦੀ ਕਿਤਾਬ ਹੈਗੀ ਹੈ ਇੰਡੀਅਨ ਵੀ ਦਾ ਇੰਡੀਅਨਸ ਦਾ, ਸ਼ਾਇਦ ਇਹ ਟਾਈਟਲ ਹੈ ਉਹਦਾ। ਉਹ ਵੀ ਬਹੁਤ ਅੱਛੀ ਕਿਤਾਬ ਹੈ। ਉਹਦੇ ਵਿੱਚ ਉਹਨੇ ਪੂਰੀ ਇਹ ਜਿਹੜੀ ਹਿੰਦੁਸਤਾਨ ਦੇ ਵਿੱਚ ਇਨਸਾਨ ਕਿਵੇਂ ਆਇਆ, ਯਾਨੀ ਪੰਜਾਬ ਦੇ ਵਿੱਚ ਇਨਸਾਨ ਕਿਵੇਂ ਆਇਆ ਔਰ ਕਿਵੇਂ ਉਹਦੀ ਤਰੱਕੀ ਹੋਈ, ਉਹਦੇ ਬਾਰੇ ਚ ਉਹਨੇ ਕਾਫੀ ਜਿਹੜੀ ਹੈ ਉਹ ਅੱਛੀ ਕਿਤਾਬ ਲਿਖੀ ਹੈ। ਉਹ ਮੇਰੀ ਅਗਰ ਤੁਸੀਂ ਹਿਸਟਰੀ ਵਾਲੀ ਕਿਤਾਬ ਦੇਖੋ ਤਾਂ ਉਹਦੇ ਵਿੱਚ ਉਹਦਾ ਕਾਫੀ ਤੁਹਾਨੂੰ ਰੈਫਰੈਂਸ ਮਿਲੇਗਾ। ਤੇ ਕੀ ਨਾਮ ਹੈ ਸਰ ਰਾਈਟਰ ਦਾ, ਕੀ ਨਾਮ ਹੈ ਜੀ ਜਿਹੜਾ ਤੁਸੀਂ ਦੱਸ ਰਹੇ ਹੋ? ਉਹਦਾ ਨਾਮ ਹੈ ਟੋਨੀ, ਪੂਰਾ ਨਾਮ ਮੈਨੂੰ ਭੁੱਲ, ਮੇਰੇ ਕੋਲ ਉਹਦੀ ਕਿਤਾਬ ਪਈ ਹੈ। ਹਾਂ, ਮੇਰੇ ਕੋਲ ਤਾਂ ਖੈਰ ਮੈਂ ਤਾਂ ਬਹੁਤ ਪੜ੍ਹੀ ਹੈ ਉਹ ਕਿਤਾਬ, ਉਹ ਭੁੱਲ ਰਹੀ ਹੈ ਇਸ ਵੇਲੇ। ਟੋਨੀ ਸਮਥਿੰਗ ਹੈ ਉਹ ਮੈਂ ਗਰੁੱਪ ਦੇ ਵਿੱਚ ਸ਼ੇਅਰ ਕਰ ਦਿਆਂਗਾ ਮੈਂ, ਠੀਕ ਹੈ ਜੀ। ਅੱਛਾ, ਹੁਣ ਮਸਲਾ ਇਹ ਹੈ, ਅਸੀਂ ਦੇਖੀਏ ਕਿ ਆਈਡੀਅਲਿਜ਼ਮ ਦੀਆਂ ਕੀ ਸ਼ਕਲਾਂ ਨੇ, ਕੀ ਕਿਸਮਾਂ ਨੇ ਸਾਡੇ ਵਿੱਚ, ਸਾਡੀ ਸੁਸਾਇਟੀ ਵਿੱਚ ਕਿਸ ਤਰ੍ਹਾਂ ਦੀਆਂ ਆਈਡੀਅਲਿਜ਼ਮ ਦੀਆਂ ਕਿਸਮਾਂ ਨੇ, ਉਹਨਾਂ ਨੂੰ ਪਹਿਲੇ ਦੇਖੀਏ। ਤੇ ਉਹਨਾਂ ਵਿੱਚੋਂ ਸਭ ਤੋਂ ਪਹਿਲੇ ਜਿਹੜੀ ਹੈਗੀ ਹੈ ਉਹ ਤੇ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਆ ਸਬਜੈਕਟਿਵ ਆਈਡੀਅਲਿਜ਼ਮ। ਸਬਜੈਕਟਿਵ ਆਈਡੀਅਲਿਜ਼ਮ ਇਹ ਕਹਿੰਦੀ ਹੈ ਕਿ ਬੰਦਾ ਦੁਨੀਆ ਦੀਆਂ ਚੀਜ਼ਾਂ ਨੂੰ ਸਮਝ ਹੀ ਨਹੀਂ ਸਕਦਾ। ਮਤਲਬ ਜੋ ਉਹ ਆਪਣੇ ਜ਼ਿਹਨ ਦੇ ਵਿੱਚ ਜਿਹੜੀਆਂ ਤਸਵੀਰਾਂ ਜਾਂ ਜਿਹੜੀ ਉਹ ਸਮਝ ਬਣਾਉਂਦਾ ਹੈ ਚੀਜ਼ਾਂ ਦੀ, ਉਹ ਅਸਲ 'ਚ ਉਹਦੀ ਆਪਣੀ ਘੜੀ ਹੋਈ ਹੁੰਦੀ ਹੈ। ਚੀਜ਼ਾਂ ਉਂਝ ਨਹੀਂ ਹੁੰਦੀਆਂ। ਮਤਲਬ ਤੁਸੀਂ ਚੀਜ਼ਾਂ ਨੂੰ ਜਾਣ ਹੀ ਨਹੀਂ ਸਕਦੇ ਹੋ। ਮਿਸਾਲ ਦੇ ਤੌਰ ਤੇ ਉਹਦੀ ਤੁਸੀਂ ਮਿਸਾਲ ਲੈ ਲਓ, ਤੁਸੀਂ ਉਹਦੀ ਮਿਸਾਲ ਪਲੈਟੋ ਨੂੰ ਲੈ ਲਓ। ਪਲੈਟੋ ਜਿਹੜਾ ਹੈ ਉਹ ਜਾਂ ਅਫਲਾਤੂਨ ਜਿਹਨੂੰ ਅਸੀਂ ਕਹਿੰਦੇ ਹਾਂ, ਮਿਸਾਲ ਦੇ ਤੌਰ ਤੇ ਪਲੈਟੋ ਜਾਂ ਅਫਲਾਤੂਨ ਇਹ ਕਹਿੰਦਾ ਹੈ ਕਿ ਇਹ ਜਿਹੜੀ ਦੁਨੀਆ ਤੁਸੀਂ ਵੇਖ ਰਹੇ ਹੋ, ਇਹ ਤੇ ਸਿਰਫ
ਇਹ ਤੇ ਸਿਰਫ ਬੁਖਾੜਾ ਹੈਗਾ ਕਿਸੇ ਹੋਰ ਦੁਨੀਆ ਦਾ, ਤੁਸੀਂ ਅਸਲ ਦੁਨੀਆ ਤੇ ਵੇਖ ਹੀ ਨਹੀਂ ਰਹੇ। ਮਤਲਬ ਤੁਸੀਂ ਤੇ ਮਤਲਬ ਇੱਕ ਮੇਜ਼ ਨੂੰ ਵੇਖ ਰਹੇ ਹੋ, ਤੁਸੀਂ ਮੇਜ਼ੀਅਤ ਨੂੰ ਤਾਂ ਨਹੀਂ ਵੇਖ ਸਕਦੇ, ਕਿਉਂਕਿ ਉਹ ਇੱਕ ਪਰਫੈਕਟ ਵਰਲਡ ਦੇ ਵਿੱਚ ਰਹਿੰਦੀ ਹੈ। ਤੇ ਇਹ ਜਿਹੜੀ ਸਬਜੈਕਟਿਵ ਆਈਡੀਅਲਿਜ਼ਮ ਹੈ, ਇਹਦੇ ਮੰਨਣ ਵਾਲੇ ਤੇ ਇਹ ਮੰਨਦੇ ਨੇ ਕਿ ਤੁਸੀਂ ਬਾਹਰ ਦੀਆਂ ਸ਼ੈਵਾਂ, ਬਾਕੀ ਹਰ ਸ਼ੈ ਮਾਇਆ ਹੈ, ਅਸੀਂ ਉਹਨੂੰ ਨਹੀਂ ਜਾਣ ਸਕਦੇ, ਔਰ ਅਸੀਂ ਆਪਣੇ ਤੌਰ ਦੇ ਉੱਤੇ ਉਹਨਾਂ ਦੇ ਬਾਰੇ 'ਚ ਖਿਆਲਾਤ ਬਣਾਉਂਦੇ ਰਹਿੰਦੇ ਹਾਂ, ਤੇ ਦੈਟਸ ਇਟ। ਅੱਛਾ, ਫਿਰ ਇੱਕ ਦੂਜੀ ਤਰ੍ਹਾਂ ਦੀ ਆਈਡੀਅਲਿਜ਼ਮ ਹੈ। ਉਹ ਆਈਡੀਅਲਿਜ਼ਮ ਇਹ ਕਹਿੰਦੀ ਹੈ ਕਿ ਦੁਨੀਆ ਦੋ ਹਿੱਸਿਆਂ 'ਚ ਵੰਡੀ ਹੋਈ ਹੈ, ਇੱਕ ਤੇ ਮਾਦੀ ਹਿੱਸਾ ਹੈ ਤੇ ਇੱਕ ਰੂਹਾਨੀ ਹਿੱਸਾ ਹੈ। ਤੇ ਜਿਹੜਾ ਇਹ ਵੱਖਰੇ ਵੱਖਰੇ ਦੋ ਜਿਹੜੇ ਪਾਰਟ ਨੇ ਉਹ ਚੱਲਦੇ ਨੇ। ਤੇ ਜਿਹੜੇ ਮਾਦੀ ਹਿੱਸਾ ਹੈ, ਜਿਹੜੀਆਂ ਨੈਚੁਰਲ ਸਾਇੰਸਿਸ ਨੇ, ਜਾਂ ਬੰਦੇ ਦਾ ਜਿਸਮ ਹੈ, ਜਾਂ ਇਹ ਜਿਹੜੀਆਂ ਮਾਦੀ ਚੀਜ਼ਾਂ ਨੇ, ਇਹਨਾਂ ਦਾ ਤੇ ਤੁਸੀਂ ਐਨਾਲਿਸਿਸ ਕਰ ਸਕਦੇ ਹੋ, ਲੇਕਿਨ ਤੁਸੀਂ ਜਿਹੜੀ ਆਪਣਾ ਬੰਦੇ ਦਾ ਦਿਮਾਗ, ਰੂਹ, ਸਮਾਜ ਕਿਵੇਂ ਬਣਦਾ ਹੈ, ਕਿਵੇਂ ਅੱਗੇ ਵੱਧਦਾ ਹੈ, ਇਹਦੇ ਬਾਰੇ 'ਚ ਤੁਸੀਂ ਕੁਝ ਨਹੀਂ, ਕੋਈ ਸਾਇੰਸੀ ਤਰੀਕਾ ਨਹੀਂ ਲੱਭ ਸਕਦੇ, ਕਿਸੇ ਸਾਇੰਸੀ ਤਰੀਕੇ ਦੇ ਨਾਲ ਤੁਸੀਂ ਇਹਨੂੰ ਹੱਲ ਨਹੀਂ ਕਰ ਸਕਦੇ। ਉਹਦੀ ਮਿਸਾਲਾਂ ਤੁਸੀਂ ਬਹੁਤ ਹੀ ਦੇਖ ਸਕਦੇ ਹੋ, ਜ਼ਿੰਦਗੀ ਦੇ ਵਿੱਚ ਵੀ ਦੇਖ ਸਕਦੇ ਹੋ। ਮਿਸਾਲ ਦੇ ਤੌਰ ਤੇ ਤੁਸੀਂ ਇਹ ਕਹੋ ਕਿ ਜੀ ਜੇ ਤੁਹਾਨੂੰ ਜਿਸਮਾਨੀ ਬਿਮਾਰੀ ਹੁੰਦੀ ਹੈ ਤੇ ਉਹਦਾ ਤੇ ਇਲਾਜ ਤੁਸੀਂ ਹਕੀਮ ਕੋਲੋਂ ਕਰਵਾ ਲੈਂਦੇ ਹੋ, ਤੇ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਜ਼ਾਤ-ਪਾਤ ਦਾ ਨਿਜ਼ਾਮ ਕਿਵੇਂ ਬਣਿਆ, ਤਾਂ ਤੁਸੀਂ ਕਹਿੰਦੇ ਹੋ ਜੀ ਇਹਦੀ ਕੋਈ ਮਾਦੀ ਵਜ੍ਹਾ ਨਹੀਂ ਹੈਗੀ, ਇਹ ਤੇ ਭਗਵਾਨ ਨੇ ਜ਼ਾਤਾਂ ਬਣਾਈਆਂ ਤੇ ਉਹਨੇ ਉਹਨਾਂ ਜ਼ਾਤਾਂ ਦੇ ਵਿੱਚ ਬੰਦੇ ਪੈਦਾ ਕੀਤੇ। ਕਿਉਂ ਜੀ ਇਹ ਗੱਲ ਸਹੀ ਹੈ ਕਿ ਨਹੀਂ ਹੈਗੀ? ਇਹ ਜਿਹੜੀ ਦੁਨੀਆ ਨੂੰ ਦੋ ਹਿੱਸਿਆਂ 'ਚ ਵੰਡ ਕੇ ਦੇਖਦੇ ਆ, ਕਿਉਂ ਜੀ? ਨਹੀਂ ਸਰ, ਇਹਦੇ ਤੇ ਜਿਹੜਾ ਜਾਤੀ ਸਿਸਟਮ ਆ ਇਹਦਾ ਵੀ ਮਟੀਰੀਅਲ ਬੇਸ ਲੱਭਿਆ ਗਿਆ, ਇਹਦੇ ਤੇ ਕਾਫੀ ਸਟੱਡੀ ਹੋਈ ਹੈ। ਤੇ ਨਹੀਂ, ਉਹ ਤਾਂ ਹੋਈ ਹੈ, ਮੈਂ ਇਹ ਨਹੀਂ ਕਹਿ ਰਿਹਾ, ਮੈਂ ਇਹ ਸਿਰਫ ਇੰਨੀ ਗੱਲ ਕਹਿ ਰਿਹਾ ਕਿ ਇਹ ਵੀ ਇੱਕ ਆਈਡੀਅਲਿਜ਼ਮ ਦੀ ਇੱਕ ਸ਼ਕਲ ਹੈਗੀ ਹੈ ਕਿ ਤੁਸੀਂ ਦੁਨੀਆ ਦੇ ਕੁਝ ਹਿੱਸੇ ਨੂੰ, ਇੱਕ ਹਿੱਸੇ ਨੂੰ, ਬੇਜਾਨ ਹਿੱਸੇ ਨੂੰ ਤੇ ਤੁਸੀਂ ਮਾਦੀ ਕਹਿ ਦਿੰਦੇ ਹੋ, ਤੇ ਜਿਹੜੀ ਸੁਸਾਇਟੀ ਔਰ ਸੁਸਾਇਟੀ ਦੇ ਨਾਲ ਜੁੜੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਮਾਦੀ ਨਹੀਂ ਕਹਿੰਦੇ ਹੋ। ਇਹ ਤੁਹਾਡੀ ਗੱਲ ਸਹੀ ਹੈ ਕਿ ਜਿਹੜੀ ਜ਼ਾਤ ਪਾਤ ਦਾ ਜਿਹੜਾ ਸਿਸਟਮ ਹੈ, ਉਹਦੀ ਜਿਹੜੇ ਮਾਦੀ ਕਾਰਨ ਨੇ ਉਹਨਾਂ ਦੀ ਬਹੁਤ ਰਿਸਰਚ ਹੋ ਚੁੱਕੀ ਹੈ, ਲੇਕਿਨ ਅਜੇ ਵੀ ਤੁਸੀਂ ਜਾਣਦੇ ਹੋ ਕਿ ਬੰਦਿਆਂ ਦੀ ਅਕਸਰੀਅਤ ਜਿਹੜੀ ਹੈ ਉਹ ਉਸ ਮਾਦੀ ਰਿਸਰਚ ਨੂੰ ਨਹੀਂ ਮੰਨਦੀ। ਜੀ ਹਾਂਜੀ ਹਾਂਜੀ ਹਾਂਜੀ, ਠੀਕ। ਹਾਂਜੀ, ਤੇ ਤੀਜੀ ਜਿਹੜੀ ਕਿਸਮ ਹੈ ਉਹ ਜਿਹੜੀ ਹੈ ਉਹਨੂੰ ਕਹਿੰਦੇ ਨੇ ਰੀਅਲਿਸਟ ਆਈਡੀਅਲਿਜ਼ਮ। ਰੀਅਲਿਸਟ ਆਈਡੀਅਲਿਸਟ ਇਹ ਕਹਿੰਦੇ ਨੇ ਕਿ ਜਿਹੜੀ ਦੁਨੀਆ ਹੈਗੀ ਹੈ, ਐਕਸਟਰਨਲ ਦੁਨੀਆ ਹੈ, ਉਹ ਆਪਣੇ ਆਪ ਵਿੱਚ ਸੱਚ ਹੈ, ਠੀਕ ਹੈ, ਉਹ ਬਿਲਕੁਲ ਆਪਣੇ ਤਰੀਕੇ ਨਾਲ ਚੱਲ ਰਹੀ ਹੈ, ਲੇਕਿਨ ਉਹ ਜਿਹੜੀ ਚੱਲ ਰਹੀ ਹੈ, ਜਿਹੜੀ ਮਾਦੀ ਤਰੀਕੇ ਦੇ ਨਾਲ ਚੱਲ ਰਹੀ ਹੈ, ਉਹ ਬਣਾਈ ਰੱਬ ਨੇ ਹੈ। ਮਤਲਬ ਰੱਬ ਨੇ ਉਹ ਬਣਾ ਕੇ ਉਹਨੂੰ ਛੱਡ ਦਿੱਤਾ ਹੈ ਤੇ ਹੁਣ ਉਹ ਆਪਣੇ ਮਾਦੀ ਤਰੀਕਿਆਂ ਦੇ ਨਾਲ ਚੱਲ ਰਹੀ ਹੈ। ਇਹ ਵੀ ਇੱਕ ਮਾਦੀ, ਇਹਦੇ ਵਿੱਚ ਜਿਹੜਾ ਸੇਂਟ ਅਗਸਟਨ ਸੀ, ਇਹਨਾਂ ਦਾ ਰੋਮਨ ਕੈਥੋਲਿਕ ਦਾ ਜਿਹੜਾ ਬਹੁਤ ਵੱਡਾ ਫਿਲਾਸਫਰ ਮੰਨਿਆ ਜਾਂਦਾ ਹੈ, ਉਹ ਇਸ ਰੀਅਲਿਜ਼ਮ ਦਾ ਮੋਢੀ ਸੀਗਾ। ਉਹ ਕਹਿੰਦਾ ਸੀ ਕਿ ਦੁਨੀਆ ਜਿਹੜੀ ਹੈ ਉਹ ਇੱਕ ਮਾਦੀ ਤਰੀਕੇ ਦੇ ਨਾਲ ਚੱਲ ਰਹੀ ਹੈ, ਇੱਕ ਮਾਦੀ ਤਰੀਕੇ ਦੇ ਨਾਲ ਚੱਲ ਰਹੀ ਹੈ, ਲੇਕਿਨ ਉਹ ਜਿਹੜੀ ਚੱਲ ਰਹੀ ਹੈ, ਉਹ ਬਣਾਈ ਰੱਬ ਨੇ ਹੈ। ਮਤਲਬ ਰੱਬ ਨੇ ਉਹ ਬਣਾ ਕੇ ਉਹਨੂੰ ਛੱਡ ਦਿੱਤਾ ਹੈ ਤੇ ਹੁਣ ਉਹ ਆਪਣੇ ਮਾਦੀ ਤਰੀਕਿਆਂ ਦੇ ਨਾਲ ਚੱਲ ਰਹੀ ਹੈ। ਇਹ ਵੀ ਇੱਕ ਮਾਦੀ, ਇਹਦੇ ਵਿੱਚ ਜਿਹੜਾ ਸੇਂਟ ਆਗਸਟਨ ਸੀ, ਇਹਨਾਂ ਦਾ ਰੋਮਨ ਕੈਥੋਲਿਕ ਦਾ ਜਿਹੜਾ ਬਹੁਤ ਵੱਡਾ ਫਿਲਾਸਫਰ ਮੰਨਿਆ ਜਾਂਦਾ ਹੈ, ਉਹ
ਉਹਨੇ ਇਹ ਬੁਨਿਆਦ ਰੱਖੀ ਸੀਗੀ ਇਸ ਫਲਸਫੇ ਦੀ। ਤੇ ਉਹ ਰੋਮਨ ਜਿਹੜੇ ਨੇ ਉਹਦੇ ਮੰਨਣ ਵਾਲੇ, ਉਹ ਅਜੇ ਵੀ ਇਹੋ ਹੀ ਮੰਨਦੇ ਨੇ ਕਿ ਦੁਨੀਆ ਹੈਗੀ ਤੇ ਰੀਅਲ ਹੈ, ਰੀਅਲ ਹੈ, ਲੇਕਿਨ ਇਹ ਰੀਅਲ ਬਣਾਈ ਰੱਬ ਨੇ ਹੈ। ਸੋ ਉਹਦੀ ਫਿਰ ਉਹ ਅਖੀਰ ਜਿਹੜੀ ਉਹਦਾ ਮੁੱਢ ਹੈ, ਉਹਨੂੰ ਮਾਦੀ ਨਹੀਂ ਮੰਨਦੇ, ਉਹਨੂੰ ਫਿਰ ਉਹ ਸਪਿਰਿਚੁਅਲ ਮੰਨਦੇ ਨੇ। ਅੱਛਾ, ਬਾਬੇ ਨਾਨਕ ਦੀ ਫਿਲਾਸਫੀ ਨੂੰ ਇਸ ਕੈਟਾਗਰੀ 'ਚ ਮੰਨ ਸਕਦੇ ਹਾਂ ਜੀ? ਉਹ ਵੀ ਮਤਲਬ ਬਹੁਤ ਸਾਰੀ ਜਗ੍ਹਾ ਤੇ ਮਟੀਰੀਅਲਿਸਟ ਗੱਲਾਂ ਕਰਦਾ, ਬਟ ਉਹਦਾ ਓਰੀਜਨ ਜਿਹੜਾ ਉਹ ਇਹੀ ਮੰਨਦਾ ਕਿ ਇਹ ਅਕਾਲ ਪੁਰਖ ਨੇ, ਪਰਮਾਤਮਾ ਨੇ ਬਣਾਇਆ ਦੁਨੀਆ ਨੂੰ। ਮੈਂ ਕੀ ਕਹਿੰਦੇ ਨੇ, ਜਿਹੜਾ ਬਾਬੇ ਨਾਨਕ ਦਾ ਜਿਹੜਾ ਹੈ ਉਹ ਮੈਂ ਉਹਨੂੰ ਜ਼ਿਆਦਾ ਮਟੀਰੀਅਲਿਸਟ ਸਮਝਦਾ। ਅੱਛਾ, ਇਹਦੇ ਤੇ ਲੰਬੀ ਗੱਲ ਕਰਾਂਗੇ ਸਰ ਵਿੱਚ ਜਾ ਕੇ ਜਦੋਂ ਉੱਥੇ ਤੱਕ ਗੱਲ ਪੁੱਜੀ। ਹਾਂ, ਇਹ ਮੈਂ ਉਹਨੂੰ ਆਈਡੀਅਲਿਸਟ ਨਹੀਂ ਸਮਝਦਾ, ਲੇਕਿਨ ਉਹਦੀ ਜਿਹੜੀ ਮਟੀਰੀਅਲਿਜ਼ਮ ਹੈ ਉਹਨੂੰ ਤੁਸੀਂ ਇਹ ਸਮਝੋ ਕਿ ਇੱਕ ਪੁਰਾਣੀ ਤਰ੍ਹਾਂ ਦੀ ਜਿਹੜੀ ਮਟੀਰੀਅਲਿਜ਼ਮ ਦੀਆਂ ਪੁਰਾਣੀਆਂ ਸ਼ਕਲਾਂ ਸਨ ਨਾ, ਮਤਲਬ ਜਿਹੜੀ ਅੱਜ ਨੂੰ ਅਸੀਂ ਮਟੀਰੀਅਲਿਜ਼ਮ ਕਹਿੰਦੇ ਆ, ਅੱਜ ਦੀ ਦੁਨੀਆ ਵਿੱਚ ਸਾਇੰਸ ਨੇ ਜਦੋਂ ਇੰਨੀ ਤਰੱਕੀ ਕਰ ਲਈ ਹੈ ਔਰ ਸੁਸਾਇਟੀ ਔਰ ਮਾਈਂਡ ਔਰ ਬ੍ਰੇਨ ਦੇ ਉੱਤੇ ਇੰਨੀ ਤਰੱਕੀ ਹੋ ਚੁੱਕੀ ਹੈ, ਤੇ ਹੁਣ ਜਿਹੜੀ ਅਸੀਂ ਜਿਹਨੂੰ ਮਟੀਰੀਅਲਿਜ਼ਮ ਕਹਿੰਦੇ ਆ, ਉਸ ਮਟੀਰੀਅਲਿਸਟ ਸੋਚ ਦੀਆਂ ਪੁਰਾਣੀਆਂ ਸ਼ਕਲਾਂ ਇੰਨੀਆਂ ਸਾਫ਼ ਨਹੀਂ ਸਨ। ਮਿਸਾਲ ਦੇ ਤੌਰ ਤੇ ਵਾਰਿਸ ਸ਼ਾਹ ਦੀ ਜਾਂ ਬਾਬਾ ਗੁਰੂ ਨਾਨਕ ਜੀ ਦੀ ਜਿਹੜੀ ਮਟੀਰੀਅਲਿਜ਼ਮ ਹੈ, ਉਹ ਓਨੀ ਨਿਤਰੀ ਹੋਈ ਜਾਂ ਓਨੀ ਸਾਇੰਟੀਫਿਕ ਨਹੀਂ ਸੀ ਹੋ ਸਕਦੀ ਜਿੰਨੀ ਕਿ ਇਸ ਵੇਲੇ ਹੈਗੀ ਹੈ। ਅਸੀਂ ਗਲਤੀ ਸਾਡੀ ਇਹ ਹੁੰਦੀ ਹੈ ਕਿ ਅਸੀਂ ਗਲਤੀ ਇਹ ਕਰਨੇ ਆ ਬੁਨਿਆਦੀ ਤੌਰ ਦੇ ਉੱਤੇ ਕਿ ਅਸੀਂ ਆਪਣੇ ਅੱਜ ਦੀ ਜਿਹੜੀ ਸਾਡੇ ਕਨਸੈਪਟ ਹੈ ਮਟੀਰੀਅਲਿਜ਼ਮ ਦਾ, ਅਸੀਂ ਉਹਨੂੰ ਸਾਹਮਣੇ ਰੱਖ ਕੇ ਤੇ 200 ਸਾਲ ਪਹਿਲੇ ਦੇ ਮਟੀਰੀਅਲਿਸਟ ਬੰਦੇ ਦੀ ਸੋਚ ਨੂੰ ਮਾਪਨੇ ਹੈ। ਤੇ ਜੇ ਉਹ ਸਾਡੇ ਅੱਜ ਦੀ ਸੋਚ ਤੇ ਪੂਰੀ ਨਹੀਂ ਉਤਰਦੀ ਤੇ ਅਸੀਂ ਉਹ ਕਹਿੰਦੇ ਆ ਜੀ ਇਹ ਤੇ ਹੈਗਾ ਹੀ ਆਈਡੀਅਲਿਸਟ ਸੀਗਾ। ਪਰ ਸਰ ਉਹਦੇ ਕੰਪੈਰੀਜ਼ਨ 'ਚ ਜੇ ਉਸ ਤੋਂ ਚਾਰਵਾਕ ਜਾਂ ਸਾਂਖਿਆ ਫਿਲਾਸਫੀ ਜਿਹੜੀ ਉਹ ਤਾਂ ਉਸ ਤੋਂ ਵੀ ਬਾਬੇ ਨਾਨਕ ਤੋਂ ਵੀ ਬਹੁਤ ਦੇਰ ਪਹਿਲਾਂ ਹੋਈ, ਉਹਨਾਂ ਦਾ ਬੇਸਿਸ ਕੰਪੈਰੀਟਿਵਲੀ ਉਸ ਤੋਂ ਕਾਫੀ ਜ਼ਿਆਦਾ ਸਾਇੰਟਿਫਿਕ ਸੀਗਾ। ਨਹੀਂ ਬਾਬੇ, ਇਹ ਵੱਖਰੀ ਬਹਿਸ ਹੈ। ਵੈਸੇ ਪਿਛਲੀ ਵਾਰੀ ਮੈਂ ਪੜ੍ਹਾ ਰਿਹਾ ਨਾ, ਤਾਂ ਉਹਦੇ ਵਿੱਚ ਮੈਂ ਕੀਤੀ ਸੀ ਗੱਲ। ਇਹ ਬਾਬਾ ਨਾਨਕ ਜਿਹੜਾ ਹੈ ਉਹਨਾਂ ਫਲਸਫਿਆਂ ਨੂੰ ਹੀ ਲੈ ਕੇ ਚੱਲ ਰਿਹਾ ਸੀ, ਲੇਕਿਨ ਇਹ ਹੈ ਕਿ ਉਹ ਉਹਨਾਂ ਫਲਸਫਿਆਂ ਨੂੰ ਹੀ ਰੀਕ੍ਰੀਏਟ ਕਰ ਰਿਹਾ ਸੀ ਔਰ ਇਹ ਹੀ ਉਹਦਾ ਵਾਧਾ ਸੀਗਾ। ਤੇ ਉਹ ਇੱਕ ਖੈਰ ਵੱਖਰੀ ਬਹਿਸ ਆ ਜਿਹੜੀ ਕਿਤੇ ਹੋਸ ਵੇਲੇ ਹੋ ਸਕਦੀ ਹੈ। ਅੱਛਾ, ਹੁਣ ਤੁਸੀਂ ਇੱਥੇ ਮੈਂ 5 ਮਿੰਟ ਲਈ ਜਿਹੜਾ ਹੈ ਉਹ ਰੁਕਣਾ ਹੈ, ਤੇ ਤੁਸੀਂ ਮੈਨੂੰ ਇਹ ਦੱਸੋ ਕਿ ਇਸ ਹੁਣ ਤੱਕ ਜਿਹੜੀ ਗੱਲ ਹੋਈ ਹੈ ਉਹਦੇ ਬਾਰੇ 'ਚ ਕੋਈ ਸਵਾਲ ਹੈ ਤੁਹਾਡਾ? ਅੱਛਾ, ਮੇਰਾ ਸਿਰਫ ਇਹ ਹੈਗਾ ਕਿ ਜੀ ਤੁਸੀਂ ਆਈਡੀਅਲਿਜ਼ਮ ਨੂੰ ਨਾ 3 ਹਿੱਸਿਆਂ 'ਚ ਤਕਸੀਮ, 3 ਸ਼ਾਖਾਂ 'ਚ ਤਕਸੀਮ ਕੀਤਾ ਹੈ ਜੀ ਸਮਝ ਦੇ ਲਿਹਾਜ਼ ਨਾਲ। ਇੱਕ ਤੇ ਕਹਿੰਦੇ ਨੇ ਤੁਸੀਂ ਚੀਜ਼ਾਂ ਨੂੰ ਸਮਝ ਨਹੀਂ ਸਕਦੇ, ਠੀਕ ਹੈ ਨਾ ਜੀ। ਅੱਛਾ, ਦੂਸਰੇ ਇਹ ਕਹਿੰਦੇ ਕਿ ਉਹ ਉਹਨਾਂ ਨੂੰ 2  'ਚ ਤਕਸੀਮ ਕਰਦਾ, ਕੁਝ ਨੂੰ ਮਾਦੀ 'ਚ, ਕੁਝ ਨੂੰ ਰੂਹਾਨੀ 'ਚ, ਠੀਕ ਹੈ ਨਾ ਜੀ। ਅੱਛਾ, ਤੀਸਰਾ ਜਿਹੜਾ ਨਾ ਉਹ ਆਈਡੀਅਲਿਸਟ ਨੇ, ਠੀਕ ਹੈ ਨਾ, ਰੀਅਲਿਸਟ। ਤੂੰ ਆਪਣੇ ਆਪ ਨੂੰ ਰੀਅਲਿਸਟ ਕਹਿੰਦੇ ਨੇ, ਰੀਅਲਿਸਟ ਆਈਡੀਅਲਿਸਟ ਕਹਿਲਾਉਂਦੇ ਨੇ। ਹਾਂ ਜੀ, ਮੈਂ ਕਹਿ ਰਿਹਾ ਕਿ ਮੈਂ ਵਿੱਚੋਂ ਮਿਸ ਤਾਂ ਨਹੀਂ ਕੋਈ ਕੀਤਾ, ਕੋਈ ਇਜ਼ ਇਟ ਆਲ ਦੋਸ 3 ਕੋਈ ਹੋਰ? ਉਹ ਤਿੰਨ ਮੈਂ ਦੱਸੀਆਂ ਨੇ ਬਸ। ਓਕੇ ਮੈਂ ਨਾ ਨਹੀਂ। ਹਾਂਜੀ, ਹੋਰ ਕਿਸੇ ਦਾ ਕੋਈ ਸਵਾਲ ਇਸ ਬਾਰੇ 'ਚ? मतलब मेरा सवाल, हाँ जी, जैसे मतलब जैसे 20th सेंचुरी, मतलब जो 20वीं शताब्दी थी, उसमें भी तो जैसे जो साइंटिस्ट होते हैं जो खुद मटेरियलिज्म पे काम कर रहे होते हैं, और कई खोजें भी उन्होंने मटेरियलिस्टिक खोजें की होती है, जैसे मतलब भौतिक विज्ञान में बहुत से फिलोसफर हैं। अच्छा, ਤੁਹਾਡੀ मादरी जुबान पंजाबी नहीं है? नहीं, मैं हिमाचल से हूँ। नहीं मतलब मेरी मादरी जुबान पंजाबी नहीं है। अच्छा, बस फिर ठीक है, करो सर थोड़ी नहीं ठीक है, मैंने टूटी फूटी
ਮੈਨੂੰ ਇਤਰਾਜ਼ ਨਹੀਂ ਹੈ, ਮੈਂ ਕਹਿੰਦਾ ਕਿ ਜਿਹਦੀ ਮਦਰ ਟੰਗ ਨਹੀਂ ਹੈ ਉਹ नहीं कर सकता तो ना करे, हाँ करो गल। तो जो मतलब भौतिक विज्ञान में जो साइंटिस्ट हैं जो खुद भौतिकी में को मटेरियलिस्टिक नजरिए से देखते हैं, मतलब जैसे, तो वो उनका आइडियलिस्ट होना कैसे एक्सप्लेन करेंगे? जैसे मतलब जैसे जब भौतिकी थोड़े आगे बढ़ गई थी 19वीं शताब्दी में, जैसे क्वांटम भौतिकी वगैरह लगाई गई थी, तो बहुत सारे वैज्ञानिक उस भौतिकी को मतलब वो ये तो मानते थे कि बड़ा बड़ा संसार जो हम देखते हैं, जैसे पत्थर, पहाड़, ये धरती, ये प्लैनेट वगैरह, ये मटेरियलिस्टिक है, पर जब अंदर सब एटॉमिक या परमाणु स्तर पे जाते हैं तो वो मतलब मटेरियलिस्टिक नहीं रहता है। जैसे हम उसमें वो ड्यूअल नेचर ऑफ मैटर की बात करते हैं कि जो पदार्थ है वो मतलब कण भी है और वो वेव भी है, तो वेव मटेरियल नहीं है। मतलब ऐसे ऐसे फिलोसफर जिनके नाम भी है मतलब लिए जा सकते हैं, जैसे स्क्रोडिंजर, हाइजेनबर्ग, इन्होंने किताबें भी लिखी है। मतलब स्क्रोडिंजर की किताब है फिलोसफी के कि मतलब जो मैटर है वो असली में सब एटॉमिक रेंज में वो मतलब उसको आइडियलिस्ट तरीके से देखा है। नहीं, तो नहीं, वो साइंटिस्ट, हाँ मैं ਤੁਹਾਡੀ ਗੱਲ ਸਮਝ ਗਿਆ। ਗੱਲ ਇਹ ਹੈਗੀ ਹੈ ਕਿ ਜਿਹੜੀ ਮਾਦੇ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਕਿ ਮਾਦਾ ਕੀ ਹੈਗਾ, ਮਿਸਾਲ ਦੇ ਤੌਰ ਦੇ ਉੱਤੇ ਅਗਰ ਤੁਸੀਂ ਨਿਊਟਨੀਅਨ ਫਿਜ਼ਿਕਸ ਦੇ ਵਿੱਚ ਦੇਖੋ ਤੇ ਮਾਦਾ ਜਿਹੜਾ ਹੈ ਉਹ ਸਿੰਪਲ ਮਟੀਰੀਅਲ ਚੀਜ਼ਾਂ ਜਿਹੜੀਆਂ ਨੇ ਐਜ਼ ਇਟ ਇਜ਼ ਦੇ ਆਰ, ਜਿਵੇਂ ਉਹਨਾਂ ਨੂੰ ਸਮਝਿਆ ਜਾਂਦਾ ਹੈ ਉਹਨਾਂ ਨੂੰ ਮੈਟਰ ਸਮਝਿਆ ਗਿਆ। ਠੀਕ, ਅੱਛਾ, ਇਸੇ ਲਈ ਉਸ ਜ਼ਮਾਨੇ ਦੇ ਜਿਹੜੇ ਸਾਇੰਟਿਸਟ ਨੇ, ਬਹੁਤ ਸਾਰੇ ਸਾਇੰਟਿਸਟ ਜਿਹੜੇ ਨੇ ਉਹ ਆਪਣਾ ਖੁਦਾ ਨੂੰ ਵੀ ਮੰਨਦੇ ਸਨ, ਨਾਲ ਸਾਇੰਸਦਾਨ ਹੁੰਦਿਆਂ ਹੋਇਆ ਖੁਦਾ ਨੂੰ ਵੀ ਮੰਨਦੇ ਸਨ। ਅੱਛਾ, ਹੁਣ ਅਗਰ ਰੋਸ਼ਨੀ ਹੈ, ਲਾਈਟ ਹੈ, ਤੇ ਕਿਆ ਲਾਈਟ ਜਿਹੜੀ ਹੈ ਉਹ ਮਾਦਾ ਹੈ ਜਾਂ ਮਾਦਾ ਨਹੀਂ ਹੈ, ਜਾਂ ਜਿਹੜੀ ਵੇਵ ਥਿਊਰੀ ਹੈ ਉਹ ਮਾਦਾ ਹੈ ਕਿ ਮਾਦਾ ਨਹੀਂ ਹੈ। ਸੋ ਲਿਹਾਜ਼ਾ ਜਿਹੜਾ ਮਾਦੇ ਦੀਆਂ ਹੋਰ ਜਿਹੜੀਆਂ ਸ਼ਕਲਾਂ ਸਨ ਉਹਨਾਂ ਨੂੰ ਸਾਇੰਸਦਾਨਾਂ ਨੇ ਆਹਿਸਤਾ ਆਹਿਸਤਾ ਉਹਨਾਂ ਨੂੰ ਮਾਦਾ ਸਮਝ ਕਰਕੇ ਉਹਨਾਂ ਦਾ ਐਨਾਲਿਸਿਸ ਕੀਤਾ ਹੈ। ਹੁਣ ਇਹ ਕਹਿਣਾ ਕਿ ਜਿਵੇਂ ਮਾਦੇ ਦੀ ਡੈਫੀਨੇਸ਼ਨ ਨਿਊਟਨ ਨੇ ਕੀਤੀ ਸੀਗੀ ਤੇ ਆਪਣਾ ਜਿਹੜੀ ਹੁਣ ਉਸ ਤੋਂ ਬਾਅਦ ਆਇਨਸਟਾਈਨ ਨੇ ਜਿਵੇਂ ਮਾਦੇ ਦੀ ਡੈਫੀਨੇਸ਼ਨ ਕੀਤੀ ਤੇ ਉਹਨੇ ਆਇਨਸਟਾਈਨ ਨੇ ਇਹ ਨਹੀਂ ਸਾਬਤ ਕੀਤਾ, ਆਇਨਸਟਾਈਨ ਨੇ ਤਾਂ ਕਦੀ ਨਹੀਂ ਕਿਹਾ ਕਿ ਮੈਂ ਮਾਦੇ ਦੀ ਨਫੀ ਕਰ ਰਿਹਾ। ਔਰ ਜਿਹੜਾ ਅੱਜ ਦਾ ਸਾਇੰਸਦਾਨ ਹੈ ਜਿਹੜਾ ਕਿ ਆਪਣਾ ਕੁਆਂਟਮ ਥਿਊਰੀ ਨੂੰ ਮੰਨਦਾ ਹੈ ਜਾਂ ਕੁਆਂਟਮ ਥਿਊਰੀ ਨੂੰ ਪ੍ਰੈਕਟਿਸ ਕਰਦਾ ਹੈ ਜਾਂ ਜਦੀਦ ਜਿਹੜੀਆਂ ਮਟੀਰੀਅਲ ਫਾਰਮਸ ਨੇ ਮਾਦੇ ਦੀਆਂ ਉਹਨਾਂ ਉੱਤੇ ਕੰਮ ਕਰਦਾ, ਤਾਂ ਉਹ ਮਾਦੇ ਨੂੰ ਨਗੇਟ ਨਹੀਂ ਕਰ ਰਿਹਾ। ਉਹ ਇਹ ਨਹੀਂ ਕਹਿ ਰਿਹਾ ਕਿ ਮਾਦਾ ਨਹੀਂ ਹੈ, ਉਹ ਇਹ ਕਹਿ ਰਿਹਾ ਕਿ ਮਾਦੇ ਦੀਆਂ ਫਾਰਮਸ ਜਿਹੜੀਆਂ ਨੇ ਉਹ ਵੇਰੀਅਸ ਸ਼ਕਲਾਂ ਇਖਤਿਆਰ ਕਰ ਸਕਦੀਆਂ ਨੇ ਔਰ ਵੇਰੀਅਸ ਸ਼ਕਲਾਂ ਦੇ ਵਿੱਚ ਆਪਣੇ ਆਪ ਨੂੰ ਜ਼ਾਹਰ ਕਰ ਸਕਦੀਆਂ ਨੇ। ਲੇਕਿਨ ਇਹ ਹੈ ਕਿ ਉਹਦੇ ਤੋਂ ਇਹ ਆਮ ਤੌਰ ਤੇ ਹੋਇਆ ਇਹੋ ਹੀ ਹੈ ਕਿ ਜਦੋਂ ਕਿਸੇ ਵੀ ਇੱਕ ਮਟੀਰੀਅਲ ਨੈਚੁਰਲ ਸਾਇੰਸ ਦੇ ਵਿੱਚ ਜਦੋਂ ਇੱਕ ਮੋੜ ਆਉਂਦਾ ਹੈ ਨਾ, ਇੱਕ ਪੁਰਾਣਾ ਜਿਹੜੀ ਪੈਰਾਡਾਈਮ ਹੈ ਉਹ ਜਦੋਂ ਉਹਦੇ ਉੱਤੇ ਤਨਕੀਦ ਹੁੰਦੀ ਹੈ ਤੇ ਉਹਨੂੰ ਗਲਤ ਸਾਬਤ ਕੀਤਾ ਜਾਂਦਾ ਹੈ ਤੇ ਉਹ ਤੇ ਫੌਰੀ ਤੌਰ ਦੇ ਉੱਤੇ ਸਾਇੰਸਦਾਨਾਂ ਦਾ ਵੀ ਇੱਕ ਹਿੱਸਾ ਹੁੰਦਾ ਹੈ ਤੇ ਮਜ਼ਹਬੀ ਲੋਕਾਂ ਦੇ ਬਹੁਤਾ ਹਿੱਸਾ ਹੁੰਦਾ ਹੈ। ਉਹ ਫੌਰਨ ਕਹਿਣਾ ਸ਼ੁਰੂ ਕਰ ਦਿੰਦੇ, ਦੇਖੋ ਜੀ ਇਹ ਸਾਇੰਸ ਗਲਤ ਸਾਬਤ ਹੋ ਗਈ ਜੇ, ਇਹ ਹੁਣ ਸਾਇੰਸਦਾਨਾਂ ਨੇ ਆਪ ਹੀ ਕਹਿਣਾ ਸ਼ੁਰੂ ਕਰਤਾ ਜੇ ਕਿ ਸਾਇੰਸ ਗਲਤ ਹੈਗੀ ਹੈ। ਇਹ ਜਿਹੜਾ ਤਰੀਕਾ ਹੈ ਅਲਾਮਾ ਇਕਬਾਲ ਨੇ ਆਪਣੇ 7 ਲੈਕਚਰਾਂ ਦੇ ਵਿੱਚ ਵੀ ਵਰਤਿਆ ਕਿ ਦੇਖੋ ਜੀ ਸਾਇੰਸਦਾਨ ਖੁਦ ਹੀ ਸਾਇੰਸ ਦੀ ਨਫੀ ਕਰ ਰਹੇ ਨੇ।
ਇਹ ਨਹੀਂ ਕਰ ਰਹੇ ਹੁੰਦੇ ਉਹ ਮਾਦੇ ਦੀ ਇੱਕ ਨਵੀਂ ਸ਼ਕਲ ਜਿਹੜੀ ਹੈ ਜਾਂ ਮਾਦੇ ਦੇ ਬਾਰੇ 'ਚ ਇੱਕ ਨਵੀਂ ਸਮਝ ਦੇ ਰਹੇ ਹੁੰਦੇ ਨੇ, ਉਹ मादे की नेगेशन नहीं कर रहे होंगे। मैं सिर्फ डॉक्टर साहब ये जैसे हम मादी फिलोसफी के बारे में बात कर रहे हैं, तो मतलब मॉडर्न फिलोसफी के अनुसार मादा क्या है, डेफिनेशन क्या है मादे की, किसको मादा मानेंगे और किसको नहीं? मतलब मादा है, मादे को डिफाइन कैसे करेंगे? जो मॉडर्न फिलोसफी है या मार्क्सिस्ट फिलोसफी, कोई डायरेक्ट क्रिमिनलिस्ट फिलोसफी है, मादे को कैसे डिफाइन करेंगे? मतलब हम ये बोलेंगे कि ये मादा है और ये आइडियलिस्ट जड़ा है। मादा जड़ा पहली गल तो है कि हर चीज़ मादी है, और दूसरी गल ये है कि हर एक चीज़ जिहड़ी है जिन्हों इंसान अपने सेंसेस दे नाल और अपने सेंसेस दे बेस दे उत्ते बनाए इंस्ट्रूमेंट्स दे नाल जिन्हां नूं देख सकदा है, जिन्हां नूं सुंघ सकदा है, जिन्हां नूं चख सकदा है, जिन्हां नूं मनूवर कर सकदा है, ओ मादा है। मादे तो इलावा जिहड़ा तुसीं ये कहंदे हो ना मादे तो इलावा है कुछ नहीं है। ये डेफिनेशन मतलब मादे की जिहड़ी पुरानी डेफिनेशन तो यही है ना कि जिन्होंने तुसीं अपने सेंसेस नाल देख सकते हो वो चीज़ मादा है, जिन्होंने तुसीं सेंसेस नाल नहीं देख सकते वो मादा नहीं हैगा। ये एक पुरानी डेफिनेशन है। ਹੁਣ ਉਹਦੇ ਵਿੱਚ ਜਿਹੜੀ ਜਿਹਨੂੰ ਅਸੀਂ ਸੈਂਸਸ ਕਹਿੰਦੇ ਸਾਂ ਉਹਦੇ ਵਿੱਚ ਹੁਣ ਬਹੁਤ ਸਾਰੇ ਇਨਸਾਨ ਨੇ ਦੇਖਣ ਦੇ ਸੁਣਨ ਦੇ ਜਿਹੜੇ ਨੇ ਹੋਰ ਇੰਸਟਰੂਮੈਂਟ ਬਣਾ ਲਏ ਨੇ, ਜਿਵੇਂ ਉਹਨੇ ਆਪਣਾ ਖੁਰਦਬੀਨ ਬਣਾ ਲਈ ਹੈ, ਉਹਨੇ ਹੁਣ ਅਸਮਾਨ ਦੇ ਉੱਤੇ ਉਹ ਜਿਹੜਾ ਸਿਆਰੇ ਚੜਾਤੇ ਨੇ, ਸਿਆਰਿਆਂ ਦੇ ਜ਼ਰੀਏ ਉਹ ਬਹੁਤ ਸਾਰਾ ਡੇਟਾ ਕਲੈਕਟ ਕਰ ਰਹੇ ਨੇ ਜਿਹੜੇ ਕਿ ਵੈਸੇ ਤੇ ਬੰਦਾ ਨਹੀਂ ਸੀ ਕਰ ਸਕਦਾ ਆਪਣੀ ਅੱਖ ਦੇ ਨਾਲ, ਲੇਕਿਨ ਉਹ ਉਹਨਾਂ ਤਰੀਕਿਆਂ ਨਾਲ ਕਰ ਰਹੇ ਨੇ। ਸੋ ਲਿਹਾਜ਼ਾ ਜਿਹੜਾ ਮਾਦੇ ਦੀ ਇਹੋ ਡੈਫੀਨੇਸ਼ਨ ਹੈ ਕਿ ਜਿਹਨੂੰ ਜਾਣਿਆ ਔਰ ਜਿਹਨੂੰ ਪਛਾਣਿਆ ਜਾ ਸਕਦਾ ਹੈ ਇਨਸਾਨੀ ਸੈਂਸਸ ਦਾ ਜਾਂ ਇਨਸਾਨੀ ਸੈਂਸਸ ਦੇ ਉੱਤੇ ਬੇਸਡ ਜਿਹੜੇ ਇੰਸਟਰੂਮੈਂਟਸ ਨੇ, ਔਰ ਜਿਹੜੇ ਜਿਨ੍ਹਾਂ ਨੂੰ ਅਜੇ ਇਨਸਾਨ ਨਹੀਂ ਜਾਣਦਾ ਉਹ सिर्फ ये है कि अजे इंसान का इलम उतों तक नहीं पहुंचया, लेकिन उत्थे पहुंच जाएगा। लो जी इत्थे हुण 5 मिनट की मैं जरा ना थोड़ी जी ब्रेक लेना चाहुंदा है ते फिर 5 मिनट तो बाद आउने हैं। सर जी एक सवाल पूछ सकता हूँ? हाँ जी एक सवाल पूछ सकता हूँ डॉक्टर साहब? हाँ जी हाँ जी हाँ जी। क्या सोच और ख्याल भी फिर मादे की कैटेगरी में आएंगे? जज्बात, ख्यालात? बिल्कुल सर जी पे एज ते मैं ਤੁਹਾਨੂੰ ਇੱਕ ਦੋ ਚੀਜ਼ਾਂ ਡਿਸਕਸ ਕਰਾਂਗਾ, ਅਗਰ ਤੁਸੀਂ ਚਾਹੋ ਬ੍ਰੇਕ ਵਿੱਚ ਕਰ ਲਿਓ। ਹਾਂ 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 ਸਰ ਇਸ ਤੋਂ ਪਹਿਲਾਂ ਇਹ ਹੁਣ ਜਿਹੜੇ ਸਰ क्वेश्चन पूछ के गए हिंदी मैं सॉरी उन्होंने नाम भूल गया सर। मैं ये पूछना चाहता था ये आपने जो अभी रेफरेंस जैसे श्रोडिंगर्स वेव थ्योरी है उसने भी जो उसका एक्सट्रैक्ट दिया है एसेंस में, वो तुसी थे पंजाबी बोलो ना। हाँ जी मैं था पंजाबी बोल रहा जी, मैं शायद उन्होंने थोड़ा आसानी हो गई। नहीं तुसी अपनी आसानी मुकर रखो। अच्छा ठीक है। ਤੇ ਉਹ ਜਿਹੜੀ ਸ਼ੋਡਿੰਗਰਸ ਵੇਵ ਇਕੁਏਸ਼ਨ ਹੈ ਜਾਂ ਥਿਊਰੀ ਜਾਂ ਡਿਊਅਲ ਨੇਚਰ ਆਫ ਮਾਦਾ ਉਹ ਜਿਹੜਾ ਇਹਨਾਂ ਨੇ ਐਕਸਟ੍ਰੈਕਟ ਦਿੱਤਾ, ਪਰ ਉਹਦਾ ਫਾਈਨਲ ਜਿਹੜਾ ਰਿਜ਼ਲਟ ਹੈ ਉਹ ਉਹਨਾਂ ਨੇ ਐਗਰੀ ਕਰਿਆ ਕਿ ਇਹ ਮਾਦੇ ਦੀਆਂ ਹੀ ਫਾਰਮਸ ਨੇ, ਦੇ ਆਰ ਡਰਿਵਨ ਫਾਰਮ ਆਫ ਮੈਟਰ। ਤੇ ਉੱਥੇ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਉਹਨਾਂ ਨੇ ਬਾਅਦ ਚ ਮਾਦੇ ਦੀ ਫਾਰਮ ਨੂੰ ਥੋੜਾ ਨਕਾਰਿਆ, ਇਹ ਮਤਲਬ ਕਿਸ ਬੁੱਕ ਚ ਤੁਸੀਂ ਦੇਖਿਆ ਸ਼ੋਡਿੰਗਰਸ ਦੀ? ਥੋੜਾ ਰੈਫਰੈਂਸ ਦਿਓਗੇ ਇਹਦਾ ਕੁਝ ਡਿਟੇਲ ਚ? सर जी मैं हाँ मैं रेफरेंस मैं बुक ही शेयर कर दूंगा, वो जो ग्रुप में है ना उसको शेयर कर दूंगा। एक्चुअली स्क्रोडिंजर तो जर्मन का था ना फिजिसिस्ट, तो जब मतलब वो ये मादा मतलब एग्जिस्ट ही नहीं करता है, इसको समझने के लिए वो स्पेशली इंडिया आया हुआ था कोलकाता में, तो उसने वहाँ पे मतलब रिकॉर्डिंग जरा बंद कर दें, उपनिषदों को पढ़ा था ये वगैरह, तो इसकी पूरी डिटेल है मैं आपको भेज दूंगा। हाँ डॉक्टर साहब तुसी रिकॉर्डिंग बंद कर दे। डॉक्टर साहब ने अपना फेस बंद करता है, रिकॉर्डिंग चालू की थी। मेरा ख्याल है ਤੁਹਾਡੀ ਗੱਲ ਸਹੀ ਹੈ। ਇਹਦੇ ਉੱਤੇ ਤੁਸੀਂ ਜਿਹੜਾ ਗਰੁੱਪ ਦੇ ਵਿੱਚ ਇਹਦੇ ਤੇ ਡਿਸਕਸ਼ਨ ਕਰੋ ਔਰ ਜ਼ਰੂਰ ਕਰੋ, ਲੇਕਿਨ ਇਹ ਹੈ ਕਿ
ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਜਿਹੜੀ ਸਾਇੰਸ ਦੀ ਦੁਨੀਆ ਹੈ ਔਰ ਜਿਹੜੀ ਨਾਨ ਸਾਇੰਸ ਦੀ ਦੁਨੀਆ ਹੈ, ਜਿਹਨੂੰ ਅਸੀਂ ਆਈਡਲਿਸਟ ਦੁਨੀਆ ਕਹਿੰਦੇ ਆ, ਉਹ ਵੱਖਰੀ ਵੱਖਰੀ ਹੈ। ਜਿਹੜੀ ਮਾਦੀ ਮਟੀਰੀਅਲਿਸਟ ਫਿਲਾਸਫੀ ਹੈ, ਉਹ ਇੱਕ ਮਟੀਰੀਅਲਿਸਟ ਫਿਲਾਸਫੀ ਹੈ। ਚੀਜ਼ਾਂ ਨੂੰ, ਜਿਵੇਂ ਰਾਣਾ ਸਾਹਿਬ ਨੇ ਕਿਹਾ, ਚੀਜ਼ਾਂ ਨੂੰ ਵੇਖਣ ਦਾ ਢੰਗ ਹੈ ਕਿ ਉਹਨਾਂ ਦੇ ਵਿੱਚ ਕਿਆ ਅਸੀਂ ਕਾਜ਼ ਔਰ ਇਫੈਕਟ ਦੇ ਤਰੀਕੇ ਦੇ ਨਾਲ ਉਹਨੂੰ ਸਮਝ ਸਕਦੇ ਹਾਂ ਕਿ ਨਹੀਂ ਸਮਝ ਸਕਦੇ। ਮਾਦਾ ਕਿੰਨੀਆਂ ਸ਼ਕਲਾਂ ਲੈ ਸਕਦਾ ਹੈ, ਕਿੰਨੀਆਂ ਸ਼ਕਲਾਂ ਨਹੀਂ ਲੈ ਸਕਦਾ। ਫਿਨੋਮੇਨਾ ਜਿਹਨੂੰ ਤੁਸੀਂ ਕਹਿੰਦੇ ਹੋ, ਫਿਨੋਮੇਨਾ ਜਿਹੜਾ ਹੈਗਾ ਉਹ, ਉਹਨੂੰ ਪਹਿਲੇ ਅਸੀਂ ਇਹ ਮੰਨਦੇ ਹਾਂ ਕਿ ਫਿਨੋਮੇਨਾ ਹੁੰਦਾ ਹੀ ਮਾਦੀ ਹੈ, ਨਾਨ ਮਾਦੀ ਹੁੰਦਾ ਹੀ ਨਹੀਂ ਹੈ। ਯਾਨੀ ਜੀ ਉਹਨੂੰ ਕਾਜ਼ ਔਰ ਇਫੈਕਟ ਦੇ ਨਾਲ ਸਮਝਿਆ ਜਾ ਸਕਦਾ ਹੈ। ਇਹ ਬੁਨਿਆਦੀ ਮਸਲਾ ਹੈਗਾ ਇਹਦੇ ਵਿੱਚ। ਤੇ ਜੇ ਬਾਕੀ ਤੁਸੀਂ ਜਿਹੜੀ ਸਾਇੰਸ ਦੀ ਥਿਊਰੀਜ਼ ਦੇ ਉੱਤੇ, ਪਾਰਟਿਕੂਲਰ ਥਿਊਰੀਜ਼ ਦੇ ਉੱਤੇ ਜਿਹੜੀ ਤੁਸੀਂ ਅਗਰ ਬਹਿਸ ਕਰਨੀ ਆ ਤੇ ਉਹ ਤੁਸੀਂ ਗਰੁੱਪ ਦੇ ਵਿੱਚ ਜ਼ਰੂਰ ਕਰੋ। ਇੱਥੇ ਤੁਸੀਂ ਜਾਂ ਤੇ ਇਹ ਕਹੋ ਕਿ ਜਿਹੜੀ ਸਾਇੰਸ ਦੀ ਸਮਝ 'ਚ ਅਜੇ ਤੱਕ ਨਹੀਂ ਗੱਲ ਆਈ, ਉਹ ਸਾਰੀ ਸਪਿਰਿਚੁਅਲ ਹੈ, ਉਹ ਸਾਰੀ ਆਈਡੀਅਲਿਸਟਿਕ ਹੈ। ਜਾਂ ਇਸ ਗੱਲ ਨੂੰ ਮੰਨੋ, ਜਾਂ ਇਸ ਗੱਲ ਨੂੰ ਮੰਨੋ ਕਿ ਜਿਹੜੀ 400 ਸਾਲ ਪਹਿਲੇ ਜਿਹਨੂੰ ਅਸੀਂ ਆਈਡੀਅਲਿਸਟਿਕ ਜਾਂ ਸਪਿਰਿਚੁਅਲ ਸਮਝ ਰਹੇ ਸਾਂ, ਅੱਜ ਸਾਇੰਸ ਨੇ ਉਹਨੂੰ ਮਾਦੀ ਯਾਨੀ ਮਟੀਰੀਅਲਿਸਟਿਕ ਕਾਜ਼ ਔਰ ਇਫੈਕਟਸ ਦੇ ਨਾਲ ਸਮਝਣਾ ਸ਼ੁਰੂ ਕਰ ਦਿੱਤਾ ਹੈ। ਔਰ ਅੱਜ ਤੋਂ 400 ਸਾਲ ਬਾਅਦ ਉਹ ਫਰਦਰ ਜਿਹੜੀ ਅਸੀਂ ਚੀਜ਼ਾਂ ਨੂੰ ਕਾਜ਼ ਔਰ ਇਫੈਕਟਸ ਦੇ ਅਸੂਲ ਦੇ ਨਾਲ ਨਹੀਂ ਸਮਝਦੇ, ਉਹਨਾਂ ਨੂੰ ਅਗਲੇ 400 ਸਾਲਾਂ 'ਚ, 4000 ਸਾਲਾਂ 'ਚ ਉਹਨਾਂ ਨੂੰ ਉਹ ਸਮਝ ਲੈਗੀ। ਇਹ ਦੋ ਮੁਖਤਲਿਫ ਢੰਗ ਹੈਗੇ ਨੇ ਵੇਖਣ ਦੇ। ਅੱਛਾ, ਜਿਹੜੀ ਆਪਣਾ ਮੈਂ ਹੁਣ ਥੋੜੀ ਜਿਹੀ ਹੋਰ ਇਹਦੇ ਉੱਤੇ ਗੱਲ ਕਰਨੀ ਹੈ ਕਿ ਜਿਹੜੀ ਆਈਡੀਅਲਿਜ਼ਮ ਹੈ ਉਹਦੀਆਂ ਤਿੰਨ ਮੋਟੀਆਂ ਸਿਫਤਾਂ ਨੇ ਆਈਡੀਅਲਿਜ਼ਮ ਦੀਆਂ। ਇੱਕ ਤੇ ਇਹ ਹੈ ਕਿ ਜਿਹੜੀ ਮਾਦੀ ਦੁਨੀਆ ਹੈ, ਮਟੀਰੀਅਲਿਸਟਿਕ ਵਰਲਡ ਜਿਹੜੀ ਹੈ, ਉਹ ਕਿਸੇ ਸਪਿਰਿਚੁਅਲ ਬੇਸ ਦੇ ਉੱਤੇ ਉਸਾਰੀ ਗਈ ਹੈ, ਬਣਾਈ ਗਈ ਹੈ। ਉਹ ਕੋਈ ਵੀ ਸਪਿਰਿਚੁਅਲ ਬੇਸ ਹੋ ਸਕਦੀ ਹੈ, ਉਹ ਰੱਬ ਹੋ ਸਕਦਾ, ਭਗਵਾਨ ਹੋ ਸਕਦਾ ਹੈ, ਉਹਨੇ ਕੋਈ ਥੱਲੇ ਢੱਗਾ ਖੜਾ ਕੀਤਾ ਜਿਹਨੇ ਇੱਕ ਸਿੰਘ ਦੇ ਉੱਤੇ ਦੁਨੀਆ ਨੂੰ ਚੁੱਕਿਆ, ਵਗੈਰਾ ਵਗੈਰਾ। ਦੂਜੀ ਜਿਹੜੀ ਹੈਗੀ ਹੈ ਉਹਦੀ ਜਿਹੜੇ ਸਪਿਰਿਟ ਤੇ ਜਿਹੜਾ ਮਾਈਂਡ ਹੈ ਔਰ ਜਿਹੜਾ ਮੈਟਰ ਹੈ, ਉਹ ਦੋ ਵੱਖਰੀਆਂ ਕੀ ਹਕੀਕਤਾਂ ਨੇ। ਇਹ ਦੂਜੀ ਗੱਲ ਉਹ ਜਿਹੜੀ ਆਈਡੀਅਲਿਜ਼ਮ ਹੈ ਉਹ ਮੰਨਦੀ ਹੈ। ਤੀਜੀ ਗੱਲ ਇਹ ਹੈ ਕਿ ਇਹ ਜਿਹੜੀ ਤੁਸੀਂ ਸਾਰੀਆਂ ਗੱਲਾਂ ਕਹਿ ਰਹੇ ਹੋ, ਉਹਨੂੰ ਵੀ ਜਿਹੜੀ ਉਹ ਆਈਡੀਅਲਿਜ਼ਮ ਹੈ ਉਹਨੂੰ ਵੀ ਬੇਸ ਬਣਾਉਂਦੀ ਹੈ ਕਿ ਬਹਰਹਾਲ ਜਿੰਨਾ ਵੀ ਤੁਸੀਂ ਜਾਣ ਲਓ ਇਸ ਦੁਨੀਆ ਨੂੰ, ਇਸ ਦੇ ਬਾਵਜੂਦ ਦੁਨੀਆ ਦੇ ਵਿੱਚ ਦੁਨੀਆ ਬਹੁਤ ਮਿਸਟੀਰੀਅਸ ਹੈਗੀ ਹੈ, ਜਿਹਨੂੰ ਜਾਣਿਆ ਹੀ ਨਹੀਂ ਜਾ ਸਕਦਾ। ਔਰ ਇਸ ਦੇ ਉੱਤੇ ਈਮਾਨ ਪੱਕਾ ਕਰਕੇ ਤੇ ਲੋਕੀ ਆਈਡੀਅਲਿਸਟ ਜਿਹੜੇ ਨੇ ਉਹ ਚੱਲਦੇ ਨੇ। ਔਰ ਮੇਰਾ ਖਿਆਲ ਹੈ ਕਿ ਸਾਡੇ ਵਿੱਚੋਂ ਬਹੁਤੇ ਅਸੀਂ ਐਸੇ ਹਾਂ ਕਿ ਅਸੀਂ ਸਮਝਦੇ ਹਾਂ ਕਿ ਦੁਨੀਆ ਜਿਹੜੀ ਹੈ ਉਹਦਾ ਇੱਕ ਬਹੁਤ ਵੱਡਾ ਹਿੱਸਾ ਐਡੀ ਵੱਡੀ ਮਿਸਟਰੀ ਹੈ ਜਾਂ ਮਿਸਟੀਰੀਅਸ ਹੈ ਕਿ ਉਹਨੂੰ ਜਾਣਿਆ ਹੀ ਨਹੀਂ ਜਾ ਸਕਦਾ। ਇਸ ਤੇ ਅਸੀਂ ਈਮਾਨ ਰੱਖਦੇ ਹਾਂ। ਜਿਹੜਾ ਮਟੀਰੀਅਲਿਸਟ ਸੋਚ ਰੱਖਣ ਵਾਲਾ ਹੈ ਉਹ ਇਹ ਸਮਝਦਾ ਹੈ ਕਿ ਅਸੀਂ ਜਾਣ ਸਕਨੇ ਹਾਂ ਲੇਕਿਨ ਅਜੇ ਸ਼ਾਇਦ ਅਸੀਂ ਨਹੀਂ ਜਾਣਦੇ। ਅੱਛਾ, ਇਹਦੇ ਉਲਟ ਜਿਹੜੀ ਮਟੀਰੀਅਲਿਜ਼ਮ ਹੈ ਉਹਦੀਆਂ ਜਿਹੜੀਆਂ ਮੋਟੀਆਂ ਤਿੰਨ ਸਿਫਤਾਂ ਨੇ ਉਹ ਇਹ ਨੇ ਕਿ materialism teaches us that the world is by its very nature material,
कि जिहड़ी दुनिया है ओदी जिहड़ी मुढ़ली खसीयत है वो मादी है। अच्छा, और वो दूजी ये है कि मटीरियलिज्म टीचस दैट मैटर इज ऑब्जेक्टिव रियलिटी। ये साडियां ख्वाहिशां तो आज़ाद ਉਹਦੀ ਆਪਣੀ ਇੱਕ ਹਸੀਅਤ ਹੈ, ਅਸੀਂ ਉਹਨੂੰ ਮੰਨੀਏ ਜਾਂ ਨਾ ਮੰਨੀਏ ਉਹਨੇ ਆਪਣੇ ਮੁਤਾਬਕ ਚੱਲਣਾ ਹੈ ਔਰ ਉਹਨੇ ਆਪਣੇ ਅਸੂਲਾਂ ਤੇ ਉਹਨੇ ਰਹਿਣਾ ਹੈ। ਤੀਸਰਾ साहब ये तो बड़ा डिटरमिनिस्टिक जिहा आइडिया है कि खैर एनीवे विल कंटिन्यू। ਜੇ ਡਿਟਰਮਿਨਿਸਟਿਕ ਹੈ तो फिर डिटरमिनिज्म नहीं समझना पएगा। ਤੁਹਾਡੀ ਮੇਰੀ ਖਾਸ ਦੇ ਨਾਲ ਤੇ ਉਹਨੂੰ ਡਿਟਰਮਿਨਿਜ਼ਮ ਨਹੀਂ ਨਾ ਟੁੱਟ ਜਾਣਾ। ਜੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਹਿਊਮਨ ਵਿਲ ਹੈ ਉਹਨੂੰ ਜੇ ਅਗਰ ਕਾਇਨਾਤ ਦਾ ਸਿਸਟਮ ਜਿਹੜਾ ਹੈ ਉਹ ਕੁੱਲੀ ਤੌਰ ਦੇ ਉੱਤੇ ਜੇ ਉਹ ਡਿਟਰਮਿਨਿਸਟਿਕ ਹੈ ਤਾਂ ਫਿਰ ਉਹ ਡਿਟਰਮਿਨਿਸਟਿਕ ਹੈ। ਮੇਰੀ ਤੁਹਾਡੀ ਖਾਸ ਨਾਲ ਤਾਂ ਉਹਨੇ ਨਾਨ ਡਿਟਰਮਿਨਿਸਟਿਕ ਨਹੀਂ ਨਾ ਹੋ ਜਾਣਾ। ਸਿਰਫ ਇਸ ਤਸੱਲੀ 'ਚ ਰਹਿਣ ਲਈ ਕਿ ਜੀ ਅਸੀਂ ਡਿਟਰਮਿਨ ਨਹੀਂ ਹੋਣਾ ਚਾਹੁੰਦੇ ਤੇ ਇਹਦੇ ਨਾਲ ਤਾਂ ਅਸੀਂ ਨਾਨ ਡਿਟਰਮਿਨਿਸਟਿਕ ਨਹੀਂ ਨਾ ਹੋ ਜਾਵਾਂਗੇ। ਡਾਕਟਰ ਸਾਹਿਬ ਇਹ ਗੱਲ ਹੈ ਕਿ ਡਿਟਰਮਿਨਿਜ਼ਮ ਦੇ ਆਪੋਜ਼ਿਟ ਕਈ ਸਾਇੰਟਿਫਿਕ ਆਈਡੀਆਜ਼ ਨੇ ਜਿਹੜੇ ਮਾਡਰਨ ਸਾਇੰਸ ਹੀ ਪ੍ਰੋਜੈਕਟ ਕਰ ਰਹੀ ਹੈ। ਨਹੀਂ ਬਹਰਹਾਲ ਸਮਝਿਆ ਜੀ, ਮੈਨੂੰ ਉਹ ਆਈਡੀਆਜ਼ ਜਿਹੜੇ ਨੇ ਸ਼ਾਇਦ ਮੈਨੂੰ ਬਹੁਤੇ ਜ਼ਿਆਦਾ ਪਤਾ ਨਹੀਂ ਹੈਗੇ, ਲੇਕਿਨ ਮੈਨੂੰ ਇਹ ਪਤਾ ਹੈਗਾ ਕਿ ਜਿਹੜੀਆਂ ਚੀਜ਼ਾਂ ਡਿਟਰਮਿਨਿਸਟਿਕ ਤਰੀਕੇ ਦੇ ਨਾਲ ਚੱਲੀਆਂ ਨੇ ਜਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਇਨਸਾਨੀ ਜਿਹੜੀ ਵਿਲ ਹੈ ਜਾਂ ਇਨਸਾਨੀ ਖਵਾਹਿਸ਼ ਹੈ ਉਹਦਾ ਕੋਈ ਦਖਲ ਨਹੀਂ ਹੈਗਾ। ਮੈਂ ਹੁਣ ਤੁਹਾਨੂੰ ਬਹੁਤ ਮੋਟੀ ਮਿਸਾਲ ਦਿੰਦਾ ਹੈ ਇਸ ਗੱਲ ਨੂੰ ਸਮਝਣ ਦੀ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਸਮਝਿਆ ਜੀ ਇਹ ਮੰਨਦੇ ਹੋ ਕਿ ਇਨਸਾਨੀ ਜ਼ਿੰਦਗੀ ਜਿਹੜੀ ਹੈ, ਪੂਰੀ ਸਮਾਜ ਜਿਹੜਾ ਹੈ ਇਹ ਮੁਖਤਲਿਫ ਸਟੇਜਸ ਤੋਂ ਗੁਜ਼ਰਿਆ ਹੈ। ਮੈਂ ਤੁਹਾਡੇ ਕੋਲ ਸਮਝਿਆ ਜੀ ਪੁੱਛ ਰਿਹਾ। ਜੂਰੀ ਇਜ਼ ਆਊਟ ਡਾਕਟਰ ਸਾਹਿਬ। ਨਹੀਂ ਦੱਸੋ ਨਾ ਕਿ ਪਹਿਲੇ ਇਨਸਾਨ ਜਿਹੜਾ ਸੀ ਉਹ ਫੂਡ ਗੈਦਰਿੰਗ ਹੰਟਿੰਗ ਦੀ ਸਟੇਜ ਤੇ ਸੀ। ਫਿਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਇਨਸਾਨ ਨੇ ਪਲਾਂਟਸ ਨੂੰ ਔਰ ਐਨੀਮਲਸ ਨੂੰ ਡੋਮੈਸਟੀਕੇਟ ਕੀਤਾ ਔਰ ਫਿਰ ਉਹਨੇ ਐਗਰੀਕਲਚਰ ਨੂੰ ਇਜਾਦ ਕੀਤਾ। ਉਹ ਤੀਸਰੀ ਸਟੇਜ ਆ ਗਈ। ਫਿਰ ਆਪਣਾ ਜਿਸ ਪੀਰੀਅਡ 'ਚ ਅਸੀਂ ਲੰਘ ਰਹੇ ਹਾਂ ਉਹ ਇੰਡਸਟਰੀਅਲ ਸਟੇਜ ਹੈ। ਕਿਆ ਇਹ ਮੈਨੂੰ ਤੁਸੀਂ ਦੱਸੋ ਕਿ ਕਿਆ ਕੋਈ ਵੀ ਬੰਦਾ, ਕੋਈ ਵੀ ਸੋਸ਼ਲ ਸਾਇੰਟਿਸਟ ਜਾਂ ਨੈਚੁਰਲ ਸਾਇੰਟਿਸਟ ਇਹ ਮੰਜ਼ਲਾਂ ਨੂੰ ਤੋਂ ਇਨਕਾਰ ਕਰਦਾ ਹੈ? ਨਹੀਂ ਕਰਦਾ ਨਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਬੰਦਾ ਹੰਟਿੰਗ ਦੀ ਜਾਂ ਫੂਡ ਗੈਦਰਿੰਗ ਦੀ ਸਟੇਜ ਦੇ ਵਿੱਚ ਜ਼ਿੰਦਾ ਰਹਿੰਦਾ ਸੀਗਾ, ਕਿਆ ਉਹ ਆਪਣੀ ਵਿਲ ਪਾਵਰ ਦੇ ਨਾਲ ਕਿਆ ਉਹ ਇੰਡਸਟਰੀਅਲ ਹੋ ਸਕਦਾ ਸੀਗਾ? ਨਹੀਂ ਸੀ ਹੋ ਸਕਦਾ। ਇਹਦਾ ਮਤਲਬ ਹੈ ਕਿ ਉਹਦੀ ਜਿਹੜੇ ਮਾਦੀ ਹਾਲਾਤ ਸਨ ਉਹਦੇ ਇਰਦ ਗਿਰਦ ਉਹਨਾਂ ਨੇ ਉਹਦੀ ਸੋਚ ਨੂੰ ਡਿਟਰਮਨ ਕੀਤਾ ਸੀ। ਉਹ ਤੋਂ ਬਾਹਰ ਨਹੀਂ ਸੀ ਸੋਚ ਸਕਦਾ। ਇਸੇ ਤਰ੍ਹਾਂ ਜਿਹੜਾ ਬੰਦਾ ਅਗਰੇਰੀਅਨ ਸਟੇਜ ਦੇ ਵਿੱਚ ਸੀਗਾ ਉਹ ਆਪਣੀ ਹਾਲਾਤ ਤੋਂ ਜਿਹੜੇ ਉਹਦੇ ਇਰਦ ਗਿਰਦ ਹਾਲਾਤ ਜਿਨ੍ਹਾਂ ਦੇ ਵਿੱਚ ਮਾਦੀ ਹਾਲਾਤ ਸਨ ਉਹਨਾਂ ਤੋਂ ਬਾਹਰ ਨਿਕਲ ਕੇ ਨਹੀਂ ਸੀ ਸੋਚ ਸਕਦਾ। ਮੇਰੇ ਮਾਂ ਪਿਓ ਨੂੰ ਇਹ ਗੱਲ ਸਮਝ ਨਹੀਂ ਸੀ ਆ ਸਕਦੀ ਕਿ ਜਿੰਨਾ ਪਰੀਆਂ ਤੋਂ ਇਲਾਵਾ ਵੀ ਬੰਦੇ ਦੀ ਲੱਤ ਮਾਰੀ ਜਾ ਸਕਦੀ ਹੈ। ਉਹਨਾਂ ਨੂੰ ਸਮਝ ਹੀ ਨਹੀਂ ਸੀ ਆ ਸਕਦੀ
ਕਿਉਂਕਿ ਉਹਨਾਂ ਦੇ ਜਿਹੜੇ ਉਹਨਾਂ ਦੇ ਇਰਦ ਗਿਰਦ ਮਾਦੀ ਹਾਲਾਤ ਸਨ ਉਹ ਉਹਨਾਂ ਦੇ ਵਿੱਚ ਹੀ ਰਹਿ ਕੇ ਉਹਨਾਂ ਨੇ ਸੋਚਣਾ ਸੀ। ਜਿਹੜੀ 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 ਹੁਣ ਇੰਡਸਟਰੀਅਲ ਸਟੇਜ ਦੇ ਉੱਤੇ ਅਸੀਂ ਖੜੇ ਹਾਂ ਉਹਦੇ ਵਿੱਚ ਜਿਵੇਂ ਅਸੀਂ ਸੋਚ ਰਹੇ ਹਾਂ ਉਹ ਤੇ ਅਸੀਂ ਆਪਣੇ ਇਰਦ ਗਿਰਦ ਦੇ ਮਾਦੀ ਹਾਲਾਤ ਦੇ ਨਾਲ ਦੀ ਵਜ੍ਹਾ ਤੋਂ ਇਹ ਅਸੀਂ ਸੋਚ ਰਹੇ ਹਾਂ। ਸੋ ਲਿਹਾਜ਼ਾ ਗੱਲ ਇਹ ਹੈਗੀ ਹੈ ਕਿ ਇਹ ਜਿਹੜੀਆਂ ਸਟੇਜਸ ਨੇ ਅਗਰ ਇਹ ਡਿਟਰਮਿਨਡ ਸਨ ਤੇ ਫਿਰ ਉਹਨਾਂ ਦੇ ਵਿੱਚ ਬੰਦੇ ਦੀ ਸੋਚ ਵੀ ਡਿਟਰਮਿਨਡ ਸੀ। ਤੇ ਅੱਜ ਸਾਨੂੰ ਬਹੁਤ ਸ਼ੌਕ ਹੈ, ਸਾਡੇ ਵਿੱਚੋਂ ਜਿਹੜੇ ਬਹੁਤ ਸਾਰੇ ਅਸੀਂ ਦਾਨਿਸ਼ਵਰ ਤੇ ਸੂਝਵਾਨ ਹੁੰਦੇ ਹਾਂ, ਸਾਨੂੰ ਬੜਾ ਸ਼ੌਕ ਜ਼ੌਕ ਹੁੰਦਾ ਹੈ ਕਿ ਜਿਹੜੀ ਇਨਸਾਨੀ ਵਿਲ ਹੈ, ਇਨਸਾਨੀ ਖਾਹਿਸ਼ ਹੈ, ਉਹਨੂੰ ਪਹਿਲ ਦਿੱਤੀ ਜਾਵੇ ਕਿ ਜੀ ਬਹਰਹਾਲ ਅਸੀਂ ਆਜ਼ਾਦ ਹੈਗੇ ਹਾਂ। ਫੈਕਟ ਤੇ ਇਹ ਹੈਗੀ ਹੈ ਕਿ ਉਹ ਜਿਹੜਾ ਸਪੀਨੋਜ਼ਾ ਉਹਦੀ ਮਿਸਾਲ ਦਿੰਦਾ ਹੈ ਕਿ ਆਪਣਾ ਸ਼ਰਾਬੀ ਜਿਹੜਾ ਹੈ ਉਹ ਸ਼ਰਾਬ ਪੀ ਕੇ ਜੋ ਰੌਲਾ ਪਾ ਰਿਹਾ ਹੁੰਦਾ ਹੈ ਜਾਂ ਜਿਹੜਾ ਝਗੜਾ ਕਰਕੇ ਲੜ ਰਿਹਾ ਹੁੰਦਾ ਹੈ ਉਹ ਉਸ ਹਾਲਤ ਵਿੱਚ ਸਮਝਦਾ ਹੈ ਕਿ ਇਹ ਮੈਂ ਆਪਣੀ ਆਜ਼ਾਦੀ ਨਾਲ ਕਰ ਰਿਹਾ, ਮੈਂ ਤੇ ਆਜ਼ਾਦੀ ਦੇ ਵਿੱਚ ਰੌਲਾ ਪਾ ਰਿਹਾ। ਉਹਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਇੱਕ ਫਿਜ਼ੀਕਲ ਚੀਜ਼ ਇਸਤੇਮਾਲ ਕੀਤੀ ਹੈ ਜਿਹਦਾ ਨਾਂ ਸ਼ਰਾਬ ਹੈ ਔਰ ਉਸ ਦੀ ਵਜ੍ਹਾ ਤੋਂ ਕਰ ਰਿਹਾ। ਇਸੇ ਤਰ੍ਹਾਂ ਜਿਹੜੇ ਦੁਨੀਆ ਦੇ ਬੰਦੇ ਨੇ ਜਿਹੜੇ ਆਪਣਾ ਸੋ ਕਾਲਡ ਫ੍ਰੀ ਵਿਲ ਦੇ ਹਾਮੀ ਨੇ, ਉਹਨਾਂ ਨੂੰ ਸਿਰਫ ਇੰਨਾ ਨਹੀਂ ਪਤਾ ਕਿ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਡਿਟਰਮਨ ਕਰ ਰਹੀਆਂ ਨੇ, ਸਿਰਫ ਇੰਨਾ ਫਰਕ ਹੈਗਾ। ਸੋ ਲਿਹਾਜ਼ਾ ਜੇ ਤੁਹਾਡੇ ਖਿਆਲ ਦੇ ਵਿੱਚ ਇਹ ਜਿਹੜੀ ਯਾਨੀ ਡਿਟਰਮਿਨਿਜ਼ਮ ਤੇ ਗੱਲ ਹੋਏਗੀ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸਮੀਆ ਜੀ, ਉਹ ਮਟੀਰੀਅਲਿਜ਼ਮ ਦੀ ਇੱਕ ਫਾਰਮ ਹੈ ਜਿਹਨੂੰ ਅਸੀਂ ਮਕੈਨੀਕਲ ਮਟੀਰੀਅਲਿਜ਼ਮ ਕਹਿੰਦੇ ਹਾਂ। ਜਿਹੜੀ ਡਾਇਲੈਕਟਿਕਲ ਮਟੀਰੀਅਲਿਜ਼ਮ ਹੈ ਉਹਦਾ ਬਹੁਤ ਫਰਕ ਹੈ ਮਕੈਨੀਕਲ ਮਟੀਰੀਅਲਿਜ਼ਮ ਦੇ ਨਾਲ। ਮੈਂ ਮਕੈਨੀਕਲ ਮਟੀਰੀਅਲਿਜ਼ਮ ਦੀ ਗੱਲ ਨਹੀਂ ਕਰ ਰਿਹਾ, ਮੈਂ ਕਰਾਂਗਾ ਗੱਲ ਡਾਇਲੈਕਟਿਕਲ ਮਟੀਰੀਅਲਿਜ਼ਮ ਦੀ। ਇੱਥੇ ਸਿਰਫ ਇੰਨੀ ਗੱਲ ਸੀ ਕਿ ਜਿਹੜੀ ਦੁਨੀਆ ਹੈ ਉਹ ਜਿਹੜੀ ਕਾਇਨਾਤ ਹੈ, ਜਿਹੜਾ ਯੂਨੀਵਰਸ ਹੈ, ਉਹ ਮਟੀਰੀਅਲ ਹੈ ਜਾਂ ਨਾਨ ਮਟੀਰੀਅਲ ਹੈ, ਸਿਰਫ ਇੰਨੀ ਗੱਲ ਹੋ ਰਹੀ ਸੀ। ਅੱਛਾ, ਜਿਹੜੀ ਆਖਰੀ ਗੱਲ ਇਸ ਸਿਲਸਿਲੇ ਦੇ ਵਿੱਚ, ਇਸ ਬਹਿਸ ਦੇ ਵਿੱਚ ਮੈਂ ਕਰਨਾ ਚਾਹੁੰਦਾ ਉਹ ਇਹ ਹੈ ਕਿ ਜਿਹੜੀ ਮਟੀਰੀਅਲ ਫਿਲਾਸਫੀ ਹੈ ਉਹ ਹਮੇਸ਼ਾ ਇੱਕ ਹੀ ਹੁੰਦੀ ਹੈ, ਯਾਨੀ ਮਤਲਬ ਉਹਦੀ ਇੱਕ ਹੀ ਫਾਰਮ ਹੁੰਦੀ ਹੈ ਔਰ ਉਹ ਇੱਕ ਹੀ ਫਾਰਮ ਦੇ ਵਿੱਚ ਐਗਜ਼ਿਸਟ ਕਰਦੀ ਹੈ, ਯਾਨੀ ਮੈਟਰ ਨੂੰ ਉਹੀ ਉਹ ਮੰਨਦੀ ਹੈ। ਜਿਹੜੀ ਆਈਡੀਅਲਿਸਟ ਫਿਲਾਸਫੀ ਹੈ ਉਹ ਹਮੇਸ਼ਾ ਡੂਅਲ ਹੁੰਦੀ ਹੈ। ਡੂਅਲ ਐਵੇਂ ਹੁੰਦੀ ਹੈ ਕਿ ਉਹਦੇ ਵਿੱਚ ਜਿਵੇਂ ਮਾਦੀ ਹਾਲਾਤ ਬਦਲਦੇ ਜਾਂਦੇ ਨੇ ਉਵੇਂ ਉਹਨਾਂ ਦਾ ਆਈਡੀਅਲਿਸਟਿਕ ਸਿਸਟਮ ਜਿਹੜਾ ਹੈ ਉਹ ਉਹਦੇ ਨਾਲ ਬਦਲਦਾ ਜਾਂਦਾ ਹੈ। ਮਿਸਾਲ ਦੇ ਤੌਰ ਤੇ ਜੇ ਉਹ ਟ੍ਰਾਈਬਲ ਸੁਸਾਇਟੀ ਹੈ ਤੇ ਟ੍ਰਾਈਬਲ ਸੁਸਾਇਟੀ ਦੇ ਵਿੱਚ ਉਹਦੇ ਵਿੱਚ ਹਰ ਟ੍ਰਾਈਬ ਦਾ ਇੱਕ ਦੇਵਤਾ ਹੈ ਤੇ ਉਹ ਦੇਵਤਾਵਾਂ ਦੀ ਮੰਨਣ ਵਾਲੀ ਦੁਨੀਆ ਕ੍ਰੀਏਟ ਕਰ ਲੈਂਦੇ ਨੇ। ਇੱਕ ਤੇ ਉਹਨਾਂ ਦੀ ਦੋ ਦੁਨੀਆ ਹੋ ਗਈਆਂ, ਇੱਕ ਉਹਨਾਂ ਦੀ ਜਿਹੜੀ ਟ੍ਰਾਈਬਲ ਜ਼ਿੰਦਗੀ ਦੀ ਮਾਦੀ ਦੁਨੀਆ ਤੇ ਇੱਕ ਜਿਹੜੀ ਉਹਨਾਂ ਦੇ ਦੇਵਤਾਵਾਂ ਦੀ ਦੁਨੀਆ ਹੈ। ਫਿਰ ਜਦੋਂ ਫਿਊਡਲਿਜ਼ਮ ਆ ਜਾਂਦੀ ਹੈ, ਬਾਦਸ਼ਾਹਤਾਂ ਕਾਇਮ ਹੋ ਜਾਂਦੀਆਂ ਨੇ ਤੇ ਫਿਰ ਇੱਕ ਰੱਬ ਦਾ ਤਸੱਵਰ ਆ ਜਾਂਦਾ ਹੈ, ਯਾਨੀ ਫਿਰ ਦੌਰ ਪੈਦਾ ਹੋ ਗਈ। ਇੱਕ ਜਿਵੇਂ ਥੱਲੇ ਬਦਲੀ ਹੋਈ ਲੋਕਾਂ ਦੀ ਜ਼ਿੰਦਗੀ ਦੇ ਵਿੱਚ, ਟ੍ਰਾਈਬਲਿਜ਼ਮ ਟੁੱਟ ਗਿਆ ਤੇ ਉਹਦੇ ਵਿੱਚ ਆਪਣਾ ਫਿਊਡਲਿਜ਼ਮ ਆ ਗਿਆ ਐਗਰੀਕਲਚਰ ਦੇ ਨਾਲ, ਤੇ ਉਹਦੇ ਨਤੀਜੇ ਦੇ ਤੌਰ ਤੇ ਇੱਕ ਦੂਜੀ ਪੂਰਾ ਕਾਇਨਾਤ ਦਾ, ਪੂਰਾ ਇੱਕ ਅਸਮਾਨ ਦਾ, ਰੱਬ ਦਾ, ਇਲਾਹੀ ਦਾ, ਉਹ ਪੂਰਾ ਇੱਕ ਸਿਸਟਮ ਜਿਹੜਾ ਜਿਹਦੇ ਤੋਂ ਸਾਰੇ ਆਰਗੇਨਾਈਜ਼ਡ ਰਿਲੀਜਨ ਬਣ ਗਏ। ਉਹਨਾਂ ਦਾ ਆਪਣਾ, ਉਹਨਾਂ ਦੇ ਵਿੱਚ ਵੀ ਤੁਸੀਂ ਵੇਖੋ
ਕਿ ਉਂਝ ਹੀ ਜਿਵੇਂ ਬਾਦਸ਼ਾਹ ਦੀ ਅਦਾਲਤ ਹੁੰਦੀ ਹੈ, ਬਾਦਸ਼ਾਹ ਉੱਤੇ ਕੁਰਸੀ ਤੇ ਬੈਠਾ ਹੈ, ਰੱਬ ਅਰਸ਼ ਦੇ ਉੱਤੇ ਬੈਠਾ ਹੈ, ਫਿਰ ਉਹਦੇ ਥੱਲੇ ਉਹਦੇ ਕਰੀਬ ਤਰੀਨ ਜਿਹੜੇ ਐਡਵਾਈਜ਼ਰਸ ਬੈਠੇ ਨੇ, ਤੇ ਉਹਨਾਂ ਦੀ ਸ਼ਕਲ ਫਰਿਸ਼ਤਿਆਂ ਦੀ ਹੈ, ਆ ਜਾਂਦੀ ਹੈ। ਫਿਰ ਫਰਿਸ਼ਤਿਆਂ ਦੇ ਅੱਗੇ ਕਾਰਿੰਦੇ ਆ ਜਾਂਦੇ ਨੇ। ਜਿਵੇਂ ਜਿਵੇਂ ਬਾਦਸ਼ਾਹ ਦੇ ਚੱਲ ਰਹੀ ਹੈ, ਉਹਦਾ ਸਿਸਟਮ ਚੱਲ ਰਿਹਾ ਹੈ, ਇਵੇਂ ਹੀ ਉਹ ਤਸੱਵਰ ਕਰ ਲੈਂਦੇ ਨੇ ਕਿ ਉੱਤੇ ਜਿਹੜੀ ਹਸਤੀ ਬੈਠੀ ਹੈ ਉਹਦਾ ਵੀ ਉਂਝ ਹੀ ਸਿਸਟਮ ਚੱਲ ਰਿਹਾ ਹੈ। ਸੋ ਜਿਹੜੀ ਆਈਡੀਅਲਿਸਟ ਫਿਲਾਸਫੀ ਹੈ ਉਹਦੀ ਹਮੇਸ਼ਾ ਦੋਹਰੀ ਹੁੰਦੀ ਹੈ, ਔਰ ਉਹ ਜਿਵੇਂ ਜਿਵੇਂ ਉਹ ਥੱਲਿਓਂ ਜ਼ਿੰਦਗੀ ਮਟੀਰੀਅਲ ਜ਼ਿੰਦਗੀ ਜਿਵੇਂ ਬਦਲਦੀ ਹੈ, ਉਵੇਂ ਉਹ ਜਿਹੜੀ ਆਈਡੀਅਲਿਸਟ ਜ਼ਿੰਦਗੀ ਹੈ ਉਹਨੂੰ ਵੀ ਉਹ ਰੀਕਨਸਟਰਕਟ ਕਰਦੇ ਜਾਂਦੇ ਨੇ। ਔਰ ਉਹ ਡੁਐਲਿਟੀ ਜਿਹੜੀ ਹੈ ਆਈਡੀਅਲਿਸਟ ਔਰ ਮਟੀਰੀਅਲ ਮੈਟਰ ਔਰ ਆਈਡੀਅਲ ਦੀ, ਉਹ ਦੋ ਦੁਨੀਆਵਾਂ ਆਈਡੀਅਲਿਸਟ ਫਿਲਾਸਫੀ ਦੇ ਵਿੱਚ ਹਮੇਸ਼ਾ ਕਾਇਮ ਰਹਿੰਦੀਆਂ ਨੇ। ਇਹ ਮੇਰਾ ਖਿਆਲ ਹੈ ਕਿ ਇੱਥੇ ਮੈਂ ਰੁਕਣਾ ਹੈ ਤੇ ਇੱਥੇ ਤੁਸੀਂ ਸਵਾਲ ਕਰ ਸਕਦੇ ਹੋ। ਡਾਕਟਰ ਸਾਹਿਬ, ਇਬਰਾਹਿਮਿਕ ਰਿਲੀਜਨ ਤੇ ਫਿਊਡਲ ਸੁਸਾਇਟੀ ਦੇ ਅੰਦਰ ਨਹੀਂ ਪੈਦਾ ਹੋਏ? ਪੈਟਰਿਆਰਕੀ ਚ ਆ ਚੁੱਕੀ ਸੀ ਨਾ। सर मैं कुछ गल करना चाहना। पैट्रियार्की आई सी कि नहीं सी आई? डॉक्टर साहब एनीवे फ्यूडल सिस्टम उस सोसाइटी दे नहीं सी, रेगिस्तान फ्यूड मैं एग्रेरियन, मैं दो गल्लां नूं, अच्छा तुसीं अगर बहुत टैक्नीकल गल करना चाहुंदे हो ते मैं ये कहांगा कि एनिमल डोमेस्टिकेट हो चुके सन, प्लांट डोमेस्टिकेट हो चुके सन, उस वेले तक हो चुके सन या नहीं? हाँ जी, ਤੁਸੀਂ ਪੁੱਛੋ ਜੀ। ਡਾਕਟਰ ਸਾਹਿਬ ਮੈਨੂੰ ਸ਼ਾਇਦ ਇਹ ਲੱਗਾ ਜਿਹੜੀ ਕੁਐਸਚਨਸ ਰੇਜ਼ ਹੋ ਰਹੇ ਨੇ ਸਾਰਿਆਂ ਪਾਸੇ, ਉਹ ਮੈਨੂੰ ਲੱਗਦਾ ਕਿ ਜਦੋਂ ਅਸੀਂ ਹਿਸਟੋਰੀਕਲ ਮਟੀਰੀਅਲਿਜ਼ਮ ਤੋਂ ਡਾਇਲੈਕਟੀਕਲ ਮਟੀਰੀਅਲਿਜ਼ਮ ਵੱਲੇ ਜਾਵਾਂਗੇ ਤੇ ਸ਼ਾਇਦ ਕਾਫੀ ਸਾਰੇ ਆਨਸਰਸ ਮਿਲ ਜਾਣ ਇਹਨਾਂ ਦੇ। ਬਿਲਕੁਲ, ਮੈਂ ਤੇ ਉਹੀ ਕਹਿ ਰਿਹਾ ਕਿ ਮੈਂ ਤਾਂ ਅੱਜ ਗੱਲ ਹੀ ਇੰਨੀ ਕਰ ਰਿਹਾ ਕਿ ਜਿਹੜੀ ਹੈ ਉਹ ਦੁਨੀਆ ਮੈਟਰ ਨਾਲ ਬਣੀ ਹੈ ਕਿ ਨਹੀਂ ਬਣੀ, ਅਜੇ ਮੈਂ ਉਹਦੀ ਅਗਲੀ ਸਟੇਜ ਤੇ ਨਹੀਂ ਗਿਆ ਜੀ। ਉਹ ਤੁਸੀਂ ਜਦੋਂ ਡਾਇਲੈਕਟਿਕਸ ਦੀ ਗੱਲ ਹੋਏਗੀ ਤੇ ਉਹਦੇ ਵਿੱਚ ਇਹ ਗੱਲ ਨਿਕਲ ਕੇ ਆ ਜਾਏਗੀ ਕਿ ਅਸੀਂ ਮਕੈਨੀਕਲ ਮਟੀਰੀਅਲਿਜ਼ਮ ਦੀ ਗੱਲ ਨਹੀਂ ਕਰ ਰਹੇ। ਯਾਨੀ ਮੇਰੀ ਰਾਏ ਹੈ, ਸੌਰੀ ਜੀ ਗੋ ਅਹੈਡ, ਮੇਰੀ ਰਾਏ ਹੈ ਸਾਰਿਆਂ ਵਾਸਤੇ ਕਿ ਮੈਨੂੰ ਹੁਣ ਸਮਝ ਆ ਰਹੀ ਹੈ ਕਿ ਫਿਲਾਸਫੀ ਦੀ ਅਸੀਂ ਜਿਹੜੀ ਕਲਾਸ ਲਈ ਸੀ ਉਹਦੀ ਕੀ ਅਹਿਮੀਅਤ ਹੈ। ਇਸ ਵੇਲੇ ਸਾਨੂੰ ਗੱਲ ਜੋ ਸਮਝ ਆ ਰਹੀ ਹੈ, ਮੈਂ ਸਾਰੇ ਪਾਰਟਿਸਪੈਂਟਸ ਜਿਨ੍ਹਾਂ ਨੇ ਫਿਲਾਸਫੀ ਦੀ ਕਲਾਸ ਨਹੀਂ ਲਈ ਉਹਨਾਂ ਨੂੰ ਕਹਾਂਗਾ ਕਿ ਫਿਲਾਸਫੀ ਦੀ ਕਲਾਸ ਜ਼ਰੂਰ ਲੈ ਲੈਣ ਇਹਦੇ 'ਚ, ਇਹ ਤੋਂ ਬਾਅਦ ਫਿਰ ਕੱਲ ਬਹੁਤ ਨਿਖਰ ਕੇ ਸਮਝ। ਉਹਦਾ ਸੌਖਾ ਤਰੀਕਾ ਇਹ ਹੈ ਕਿ ਜਿਹੜੀ ਫਿਲਾਸਫੀ ਦੀ ਕਲਾਸ ਦੀਆਂ ਜਿੰਨੀਆਂ ਵੀ ਰਿਕਾਰਡਿੰਗਸ ਨੇ, ਵੀਡੀਓਜ਼ ਨੇ, ਉਹ ਮੌਜੂਦ ਨੇ, ਉਹ ਉਹਨਾਂ ਨੂੰ ਸੁਣ ਸਕਦੇ ਨੇ ਔਰ ਉਸ ਤੋਂ ਉਹਨਾਂ ਨੂੰ ਅੰਦਾਜ਼ਾ ਹੋ ਜਾਏਗਾ ਕਿ ਅਸੀਂ ਕੀ ਗੱਲ ਕਰ ਰਹੇ ਹਾਂ। ਸਹੀ। ਅਗਲੀ ਵਾਰੀ ਜਿਹੜੀ ਹੈ ਉਹ ਅਸੀਂ ਮਨਜ਼ੂਰ ਸਾਹਿਬ, ਮੇਰਾ ਇੱਕ ਕੁਐਸਚਨ ਹੈ ਜੀ। जी जी बोलो। हेलो, मेरी आवाज आ रही है, बोलो जी। मैं मुझसे पूछना चाह रही थी कि ਜਿਹੜੀ ਤੁਸੀਂ ਬੁੱਕ ਰੈਫਰ ਕੀਤੀ ਹੈ ਡਾਇਲੈਕਟੀਕਲ ਮਟੀਰੀਅਲਿਜ਼ਮ ਦੇ ਉੱਪਰ ਮੌਰਿਸ ਕੌਨਫੋਰਥ ਦੀ ਜੀ, ਉਹ ਸਾਨੂੰ ਮਿਲੀ ਇੱਕ ਅਮਰੀਕਨ ਐਡੀਸ਼ਨ ਮਿਲਿਆ ਆਨਲਾਈਨ PDF, ਮਟੀਰੀਅਲਿਜ਼ਮ ਐਂਡ ਦਾ ਡਾਇਲੈਕਟੀਕਲ ਮੈਥਡ। ਹਾਂਜੀ ਹਾਂਜੀ। ਮੈਂ ਪੁੱਛਣਾ ਚਾਹ ਰਿਹਾ ਸੀ ਕਿ ਉਹਨੂੰ ਤੁਸੀਂ ਉਹਦੀ ਮਤਲਬ ਇੱਕ ਪੈਰਲਲ ਰੀਡਿੰਗ ਤੁਸੀਂ ਕਿਸ ਤਰ੍ਹਾਂ ਸੁਜੈਸਟ ਕਰੋਗੇ? ਅਸੀਂ ਉਹਨੂੰ ਚੈਪਟਰ ਵਾਈਜ਼ ਪੜ੍ਹੀਏ ਜਾਂ ਅੱਜ ਜਿਹੜਾ ਤੁਸੀਂ ਮਤਲਬ ਅਸੀਂ ਆਈਡੀਅਲਿਜ਼ਮ ਉਹਨੂੰ ਤੁਸੀਂ ਚੈਪਟਰ ਵਾਈਜ਼ ਪੜ੍ਹੋ। ਅੱਜ ਮੈਂ ਉਹਦਾ ਦੂਜਾ ਚੈਪਟਰ ਜਿਹੜਾ ਉਹ ਕਵਰ ਕੀਤਾ ਹੈ। ਪਹਿਲਾ ਚੈਪਟਰ ਜਿਹੜਾ ਉਹਦਾ ਪਹਿਲਾ ਜਿਹੜਾ ਉਹਦਾ ਚੈਪਟਰ ਹੈ ਉਹ ਮੈਂ ਉਹਦੇ 'ਚ ਗੱਲ ਨਹੀਂ ਕੀਤੀ ਕਿਉਂਕਿ ਮੇਰੇ ਖਿਆਲ 'ਚ ਪਹਿਲਾ ਚੈਪਟਰ ਜਿਹੜਾ ਹੈ ਉਹ ਉਹਨੇ ਬਤੌਰ ਇੱਕ ਐਕਟਿਵਿਸਟ ਦੇ ਲਿਖਿਆ ਹੈ
ਮਾਰਸ ਕਾਰਨਫੋਰਥ ਦੇ, ਜਿਹਦੇ ਵਿੱਚ ਉਹਨੇ ਇਹ ਸਾਬਤ ਕੀਤਾ ਹੈ ਕਿ ਜਿਹੜੀ ਮਟੀਰੀਅਲਿਜ਼ਮ ਹੈ ਇਹ ਆਪਣਾ ਪਾਰਟੀ ਦੀ ਫਿਲਾਸਫੀ ਹੈ। ਉਹਨੂੰ ਮੈਂ ਨਹੀਂ ਕੀਤਾ ਕਿਉਂਕਿ ਮੇਰੇ ਖਿਆਲ ਦੇ ਵਿੱਚ ਉਹ ਗੱਲ ਦਰੁਸਤ ਨਹੀਂ ਸੀ ਹੈਗੀ। ਤੇ ਮੈਂ ਚਾਹੁੰਦਾ ਕਿ ਸਿਰਫ ਅਸੀਂ ਉਹ ਗੱਲਾਂ ਉਹਦੀਆਂ ਪੜ੍ਹੀਏ ਜਿਹੜੀਆਂ ਕਿ ਸਾਇੰਟੀਫਿਕ ਤਰੀਕੇ ਦੇ ਨਾਲ ਜਿਹੜੀਆਂ ਚੱਲ ਰਹੀਆਂ ਨੇ। ਠੀਕ ਹੋ ਗਿਆ ਥੈਂਕ। ਹੋਰ ਕੋਈ ਸਵਾਲ ਜੀ? ਦੇਖੋ, ਜਿੱਥੋਂ ਤੱਕ ਮੈਂ ਫਿਰ ਆਖਰੀ ਗੱਲ ਸਮੀਆ ਜੀ ਨਾਲ ਕਰਨਾ ਚਾਹੁੰਦਾ, ਜਿਹੜੀ ਬਾਕਾਇਦਾ ਫਿਊਡਲ ਸੁਸਾਇਟੀ ਹੈ ਉਹ ਤੇ ਇਸਲਾਮ ਦੇ ਆਉਣ ਤੋਂ ਬਾਅਦ ਜਿਹੜੀ ਹੈ ਉਹ ਐਕਚੁਅਲ ਜਿਹੜੀ ਫਿਊਡਲ ਸੁਸਾਇਟੀ ਹੈ ਉਹ ਆਈ ਹੈ। ਲੇਕਿਨ ਉਸ ਤੋਂ ਪਹਿਲੇ ਜਿਹੜੀ ਐਗਰੇਰੀਅਨ ਔਰ ਸੁਸਾਇਟੀ ਹੈ ਔਰ ਪੈਟਰਿਆਰਕੀ ਜਿਹੜੀ ਹੈ ਉਸ ਤੋਂ ਪਹਿਲੇ ਕਾਇਮ ਹੋ ਚੁੱਕੀ ਸੀਗੀ। ਉਸ ਤੋਂ ਪਹਿਲੇ ਇਬਰਾਹਿਮਿਕ ਮਜ਼ਹਬਾਂ ਤੋਂ ਪਹਿਲੇ ਜਿਹੜੀਆਂ ਦੇਵੀਆਂ ਜਿਹੜੀਆਂ ਸਪਿਰਿਚੁਅਲ ਹੈਡ ਸਨ ਉਹ ਔਰਤਾਂ ਸਨ। ਉਹਦੇ ਵਾਸਤੇ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਗਰਡਾ ਲਰਨਰ ਦੀ ਕਿਤਾਬ ਜਿਹੜੀ ਹੈ ਉਹ ਬਹੁਤ ਅੱਛੀ ਹੈ ਇਬਰਾਹਿਮਿਕ ਮਜ਼ਹਬ ਦੇ ਉੱਤੇ। ਉਹ ਅਗਰ ਤੁਸੀਂ ਪੜ੍ਹ ਸਕੋ ਤੇ ਜ਼ਰੂਰ ਪੜ੍ਹੋ। ਉਹਦੇ ਵਿੱਚ ਉਹਨੇ ਬਹੁਤ ਡਿਟੇਲ ਨਾਲ ਲਿਖਿਆ ਹੈ ਕਿ ਕਿਵੇਂ ਜਿਹੜੀ ਹੈ ਉਹ ਕਿਵੇਂ ਪੈਟਰਿਆਰਕੀ ਦੇ ਆਉਣ ਦੇ ਨਾਲ ਇਬਰਾਹਿਮਿਕ ਮਜ਼ਾਹਬ ਜਿਹੜੇ ਨੇ ਉਹਨਾਂ ਦੀ ਤਸ਼ਕੀਲ ਹੋਈ ਹੈ। ਚਲੋ ਜੀ, ਫਿਰ ਹੋਰ ਕੋਈ ਸਵਾਲ ਹੈ ਤਾਂ ਕਰ ਲਓ। ਸਰ ਇੱਕ ਕਮੈਂਟ ਸੀ ਮੈਡਮ ਸਮਿਆ ਦਾ ਕਿ डिटर्मिनिज्म ਤੇ ਮੇਰੀ ਤੁਸੀਂ ਜ਼ਰਾ ਇਸਲਾਹ ਕਰ ਦੇਣਾ ਕਿ ਇਨਸਾਨ ਆਪਣੀ ਮੋਡ ਆਫ ਪ੍ਰੋਡਕਸ਼ਨ ਤੋਂ ਮੀਨਸ ਆਫ ਪ੍ਰੋਡਕਸ਼ਨ ਤੋਂ ਬਾਹਰ ਨਹੀਂ ਸੋਚ ਸਕਦਾ। क्या डायलैक्टिकली ये गल ठीक है? और हाँ, मतलब ये है कि ਜਿਹੜੀ ਹੈ ਇਹ ਵੀ ਜਿਹੜੀ ਹੈ ਇਹਦੀ ਵੀ ਦੋ ਸ਼ਕਲਾਂ ਹੈ ਨੇ। ਇਹਦੀ ਵੀ ਇੱਕ ਸ਼ਕਲ ਤੇ ਹੈਗੀ ਹੈ ਕਿ ਤੁਸੀਂ ਇਹਨੂੰ ਬਿਲਕੁਲ ਮਕੈਨੀਕਲੀ ਤੁਸੀਂ ਇਹਨੂੰ ਲਵੋ, ਠੀਕ। ਇੱਕ ਤੇ ਐਕਸਟ੍ਰੀਮਲੀ ਮਕੈਨੀਕਲੀ ਲੈ ਸਕਦੇ ਹੋ ਕਿ ਦੀ ਮੋਡ ਆਫ ਪ੍ਰੋਡਕਸ਼ਨ ਇਹ ਵਾ ਤੇ ਫਿਰ ਇਹ ਹੋਵੇਗਾ, ਇੱਕ ਤੇ ਹੋ ਸਕਦੀ ਹੈ। ਦੂਜੀ ਇਹ ਹੈਗੀ ਹੈ ਕਿ ਜਿਹੜੀ ਮੋਡ ਆਫ ਪ੍ਰੋਡਕਸ਼ਨ ਦੇ ਉੱਤੇ ਜਿਹੜੀ ਸੁਸਾਇਟੀਜ਼ ਦੇ ਵਿੱਚ ਜਿਹੜੇ ਖਿਆਲਾਤ ਪੈਦਾ ਹੁੰਦੇ ਨੇ, ਜਿਹੜੀਆਂ ਰਸਮਾਂ ਪੈਦਾ ਹੁੰਦੀਆਂ ਨੇ, ਉਹਨਾਂ ਦੀ ਫਿਰ ਇੱਕ ਆਪਣੀ ਹਸੀਅਤ ਵੀ ਹੋ ਜਾਂਦੀ ਹੈ। ਉਹ ਫਿਰ ਜਿਹੜੀਆਂ ਉਹ ਰਸਮਾਂ, ਉਹ ਜਿਹੜੇ ਖਿਆਲਾਤ, ਉਹ ਜਿਹੜੇ ਵਿਚਾਰ ਨੇ, ਉਹ ਵੀ ਫਿਰ ਮੋਡ ਆਫ ਪ੍ਰੋਡਕਸ਼ਨ ਨੂੰ ਅਫੈਕਟ ਕਰਦੇ ਨੇ। ਸੋ ਇਹ ਕੋਈ ਇੱਕ ਵਨ ਵੇ ਟ੍ਰੈਫਿਕ ਨਹੀਂ ਹੈਗੀ। ਮਤਲਬ ਜਿਹੜੀ ਮਕੈਨੀਕਲ ਸੋਚ ਹੈ, ਜਿਹੜੀ ਮਕੈਨੀਕਲ ਮਟੀਰੀਅਲਿਜ਼ਮ ਹੈ, ਉਹਦੇ ਵਿੱਚ ਤੇ ਇਹ ਇੰਝ ਹੀ ਹੈ ਕਿ ਜਿਹੜੀ ਦੁਨੀਆ ਹੈ ਇਹ ਇੱਕ ਮਸ਼ੀਨ ਦੀ ਤਰ੍ਹਾਂ ਬਣੀ ਹੈ। ਦੁਨੀਆ ਇੱਕ ਮਸ਼ੀਨ ਹੈ। ਜਿਵੇਂ ਮਸ਼ੀਨ ਚੱਲਦੀ ਹੈ, ਪੈਟਰੋਲ ਪਾਓ ਤੇ ਆਪਣਾ ਗੱਡੀ ਚੱਲਣ ਲੱਗ ਪੈਂਦੀ ਹੈ, ਇਸੇ ਤਰ੍ਹਾਂ ਦੁਨੀਆ ਵੀ ਇਹ ਜਿਹੜੀ ਹੈ ਮੋਡ ਆਫ ਪ੍ਰੋਡਕਸ਼ਨ ਵੀ ਨੂੰ ਵੀ ਇੰਝ ਹੀ ਲਵੋ। ਇੱਕ ਤੇ ਤਰੀਕਾ। ਦੂਜਾ ਡਾਇਲੈਕਟੀਕਲ ਤਰੀਕਾ ਇਹ ਹੈਗਾ ਕਿ ਇਹ ਕੰਪਲੈਕਸ ਇੱਕ ਇੰਟਰੈਕਸ਼ਨ ਹੈ ਚੀਜ਼ਾਂ ਦਾ ਆਪਸ ਦੇ ਵਿੱਚ, ਕਿ ਜਦੋਂ ਮੋਡ ਆਫ ਪ੍ਰੋਡਕਸ਼ਨ ਜਿਹੜਾ ਹੈ ਉਹ ਬਦਲਦਾ ਹੈ ਜਾਂ ਬਦਲ ਰਿਹਾ ਹੁੰਦਾ ਹੈ ਤੇ ਉਹਦੇ ਨਾਲ ਜਿਹੜੀ ਇਨਸਾਨਾਂ ਦੀ ਸੋਚ, ਇਨਸਾਨਾਂ ਦੀ ਟ੍ਰੈਡੀਸ਼ਨ, ਇਨਸਾਨਾਂ ਦੀ ਪੈਟਰਨ ਜਿਹੜੇ ਨੇ ਉਹ ਬਦਲਦੇ ਨੇ। ਉਹ ਵੀ ਫਿਰ ਇਫੈਕਟ ਕਰਦੇ ਨੇ, ਜਿਹਨੂੰ ਆਮ ਤੌਰ ਦੇ ਉੱਤੇ ਮਾਰਕਸੀ ਜਿਹੜੇ ਨੇ ਉਹ ਸੁਪਰ ਸਟਰਕਚਰ ਕਹਿੰਦੇ ਨੇ। ਮੈਂ ਸੁਪਰ ਸਟਰਕਚਰ ਦੀ ਗੱਲ ਨਹੀਂ ਅਜੇ ਕਰਨਾ ਚਾਹੁੰਦਾ ਕਿਉਂਕਿ ਅਗਲੀ ਸਟੇਜ ਤੇ ਜਾ ਕੇ ਗੱਲ ਹੋਵੇਗੀ। ਲੇਕਿਨ ਇਹ ਮਕੈਨੀਕਲ ਨਹੀਂ, ਇਹਨੂੰ ਸਮਝੋ ਤੁਸੀਂ ਇਸ ਅਮਲ ਨੂੰ। ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਮਕੈਨੀਕਲ ਨਹੀਂ ਹੈ। ठीक है सर, बहुत शुक्रिया। हाँ जी, ठीक है जी, ओके, खत्म कर दिए फिर? हाँ जी, ओके जी, ओके जी, ओके जी, ठीक है, ओके जी।